सो देखो आपां जो गल कर रहे सी ਆਪਾਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਬਾਰੇ ਗੱਲ ਕਰ ਲਈ ਸੀ ਨਾ। ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਜੀਪੀਈ ਬੋਲ ਦੇਣਾ ਕਈ ਵਾਰ ਮੈਂ ਇਹਨੂੰ। ਤੇ ਆਪਾਂ ਦੇਖਿਆ ਸੀ ਇਹਦੇ ਵਿੱਚ ਆਪਾਂ ਕਿਸੇ ਰੈਫਰੈਂਸ ਪੁਆਇੰਟ ਤੋਂ ਉੱਪਰ ਆਪਣੇ ਕੀ ਲੈਣੇ ਆ ਪੋਟੈਂਸ਼ੀਅਲ એનર્ਜੀ ਜਿਹੜੀ ਡੈਲਟਾ ਯੂ ਇਟ ਵਾਸ mgh ਐਂਡ ਅਗਰ ਨੀਚੇ ਹਾਈਟ ਤੇ ਹੁੰਦੇ ਹੋ ਤਾਂ ਡੈਲਟਾ ਯੂ ਕਿੰਨੀ ਆ ਜਾਂਦੀ ਹੈ -mgh। ਅਗਰ ਨੀਚੇ ਨੂੰ ਆਨੇ ਹੋ ਰੈਫਰੈਂਸ ਪੁਆਇੰਟ ਤੋਂ ਤਾਂ -mgh, ਉੱਪਰ ਨੂੰ ਜਾਂਦੇ ਤਾਂ +mgh। ਤੇ ਆਪਾਂ ਦੇਖਿਆ ਸੀ ਕਿ ਵਰਕ ਡਨ ਬਾਈ ਗ੍ਰੈਵਿਟੀ ਜਿਹੜਾ ਉਹ ਇੰਡੀਪੈਂਡੈਂਟ ਆਫ ਪਾਥ ਫਾਰਵਰਡ ਹੁੰਦਾ ਹੈ ना। ਤੇ ਉਹਨੂੰ ਆਪਾਂ ਹੋਰ ਵੀ ਇੱਕ ਦੋ ਤਰੀਕੇ ਨਾਲ ਹੁਣੀ ਵੀ ਦੇਖ ਲਾਂਗੇ, ਫਿਰ ਪ੍ਰੂਵ ਕਰ ਦਾਂਗੇ ਚਾਹੇ। ਤੇ ਪਰ ਪਹਿਲਾਂ ਆਪਾਂ ਮਕੈਨੀਕਲ એનર્ਜੀ ਦੇ ਕਨਸੈਪਟ ਤੱਕ ਲੈ ਕੇ ਆਈਏ ਤੁਹਾਨੂੰ, ਫਿਰ ਆਪਾਂ ਇਹ ਗੱਲਾਂ ਕਰਾਂਗੇ। ਠੀਕ ਹੈ ਜੀ, ਚਲੋ। ਸੋ ਅੱਜ ਮੈਂ ਜੋ ਕਰਾਉਣ ਜਾ ਰਿਹਾ ਤੁਹਾਨੂੰ ਮੇਨਲੀ ਤੁਹਾਨੂੰ ਕਰਾਉਣ ਜਾ ਰਿਹਾ ਸਪਰਿੰਗ એનર્ਜੀ। ਬਹੁਤ ਚੰਗੀ ਤਰ੍ਹਾਂ ਸਮਝ ਲਓ ਇਹਨੂੰ, ਸਪਰਿੰਗ એનર્ਜੀ ਨੂੰ। ਸਪਰਿੰਗ એનર્ਜੀ क्योंकि ये कई चीज़ों का जो आप डायरेक्टली यूज करते हैं स्प्रिंग फोर्स को kx यूज करते हैं, पहला भी कराया था मैं लॉज ऑफ मोशन भी, पर फिर भी थोड़ा एक होंगे ना अपन कि अपन पता तो लगे k है की है तो किहड़े स्प्रिंग का किवें होगा, थोड़ा अंदाजा होना चाहिए अपन। सो देखो एक सिंपल जी गल समझो कि जदों भी तुसीं किसी स्प्रिंग नूं जिन्हों मान लो आ एक सरफेस ते इस तरह बन्निया होया आपां, एक स्प्रिंग की नैचुरल लेंथ है, इत्थे तक नैचुरल लेंथ है जी, इहदे नाल एक आपां मास m का ब्लॉक बनिया है। स्प्रिंग अपनी नैचुरल लेंथ विच है, ਇਹਦਾ मतलब समझते हो ना कि ना तो स्प्रिंग ਨੂੰ ਕਿਸੇ ਨੇ ਦੱਬਿਆ ਹੋਇਆ ਵਾ, ਨਾ ਉਹਨੂੰ ਖਿੱਚਿਆ ਹੋਇਆ ਵਾ, ਨਾ ਤਾਂ ਉਹਨੂੰ ਇਲੈਂਗੇਟ ਕੀਤਾ ਹੈ, ਨਾ ਕੰਪਰੈਸ ਕੀਤਾ ਹੈ। ਤਾਂ ਮਤਲਬ ਸਪਰਿੰਗ ਦੀ ਜਿਹੜੀ ਆਹ ਵਾਲੀ ਪੋਜੀਸ਼ਨ ਹੈ ਇਹ ਆਪਣੀ ਸਪਰਿੰਗ ਦੀ ਮੀਨ ਪੋਜੀਸ਼ਨ ਕਹਿ ਸਕਦੇ ਆਪਾਂ, ਜਾਂ ਫਿਰ ਆਪਾਂ ਕਹਿੰਦੇ ਨੇ ਕਿ ਵੀ ਇਹ ਜ਼ੀਰੋ એનર્ਜੀ ਸਟੇਟ ਹੁੰਦੀ ਹੈ। ਯਾਦ ਰੱਖਿਓ ਇਹਨੂੰ ਕਹਿੰਦੇ ਨੇ ਜ਼ੀਰੋ એનર્ਜੀ, ਜ਼ੀਰੋ ਸਪਰਿੰਗ એનર્ਜੀ ਵਾਲੀ ਸਟੇਟ ਹੈ, ਕਿਉਂਕਿ ਸਪਰਿੰਗ ਦੇ ਵਿੱਚ એનર્ਜੀ ਹੈ ਹੀ ਨਹੀਂ ਨਾ, ਕਿਉਂਕਿ ਸਪਰਿੰਗ ਨੂੰ ਨਾ ਤਾਂ ਕਿਸੇ ਨੇ ਖਿੱਚਿਆ ਨਾ ਦੱਬਿਆ, ਕੁਝ ਵੀ ਨਹੀਂ ਕੀਤਾ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਰਾਇਆ ਸੀ ਕਿ ਜਦੋਂ ਆਪਾਂ ਇਸ ਸਪਰਿੰਗ ਨੂੰ, ਇਹ ਦੂਜਾ ਸਪਰਿੰਗ ਨਹੀਂ ਹੈ ਨੀਚੇ, ਉੱਪਰ ਵਾਲਾ ਹੀ ਹੈ ਪਰ ਮੈਂ ਉਹਦੀ ਸਟੇਟ ਦੂਸਰੀ ਬਣਾ ਰਿਹਾ ਬਸ। ਜਦੋਂ ਮੈਂ ਇਸੇ ਸਪਰਿੰਗ ਨੂੰ ਇਸ ਦੀ ਆਮ ਲੰਬਾਈ ਨਾਲੋਂ ਜ਼ਿਆਦਾ ਥੋੜਾ ਖਿੱਚ ਦਿੰਦਾ ਹਾਂ ਅਪਲਾਈਡ ਐਕਸਟਰਨਲ ਫੋਰਸ ਕਰਕੇ, ਤੇ ਇੱਥੇ ਲੈ ਆਂਦਾ ਹਾਂ ਮੰਨ ਲਓ, ਤੇ ਸਪਰਿੰਗ ਨੂੰ ਆਪਣੀ ਮੀਨ ਪੋਜੀਸ਼ਨ ਤੋਂ ਜਿਹੜੀ ਨੈਚੁਰਲ ਲੈਂਥ ਤੋਂ ਮੰਨ ਲਓ x ਡਿਸਟੈਂਸ ਜ਼ਿਆਦਾ ਲੈ ਆਣਾ ਵਾ, ਉਹਨਾਂ ਵੇਟ ਕਰ ਦੇਣਾ, ਉਹਨੂੰ x ਡਿਸਟੈਂਸ ਖਿੱਚ ਦੇਣਾ। ਤਾਂ ਇਹ ਸਪਰਿੰਗ 'ਚ ਇੱਕ ਕੁਆਲਿਟੀ ਹੁੰਦੀ ਹੈ ਕਿ ਸਪਰਿੰਗ ਜਿਵੇਂ ਤੁਸੀਂ ਛੱਡੋਗੇ ਕੀ ਹੋਏਗਾ, ਸਪਰਿੰਗ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਹੈ ਨਾ। ਸੋ ਇਹਦਾ ਮਤਲਬ ਇੱਥੇ ਸਪਰਿੰਗ ਰੁਕ ਸਕਦਾ ਜਿੱਥੇ ਮੈਂ ਰੱਖਿਆ ਇਹਨੂੰ, ਦੱਸੋ ਦੱਸੋ ਬਈ। ਜੇ ਫੋਰਸ ਲੱਗਦੀ ਰਹੂਗੀ ਇਹ ਰੁਕੂਗਾ ਨਹੀਂ ਨਾ, ਜਿਵੇਂ ਮਤਲਬ ਤੁਸੀਂ ਇਹ ਰੁਕ ਸਕਦਾ ਇੱਕ ਹਾਲਤ 'ਚ ਰੁਕ ਸਕਦਾ ਜੇ ਤੁਸੀਂ ਇਹਨੂੰ ਖਿੱਚ ਕੇ ਹੀ ਰੱਖੋ, ਫੜ ਕੇ ਹੀ ਰੱਖੋ ਇਹਨੂੰ, ਯੈਸ, ਐਕਸਟਰਨਲ ਫੋਰਸ ਲਗਾ ਕੇ, ਬਾਹਰੋਂ ਤੁਸੀਂ ਆਪ ਫੋਰਸ ਹੱਥ ਨਾਲ ਫੜ ਕੇ ਇਹਨੂੰ ਰੱਖੋ ਤਾਂ ਰੁਕਿਆ ਰਹੇਗਾ, ਅਦਰਵਾਈਜ਼ ਨਹੀਂ ਰੁਕੇਗਾ। ਤੇ ਇਹਦਾ ਮਤਲਬ ਕੀ ਹੈ, ਸਪਰਿੰਗ ਜਿਹੜਾ ਇੱਥੇ ਹੈ, ਸਪਰਿੰਗ ਦੇ ਵਿੱਚ ਇੱਕ ਰਿਸਟੋਰਿੰਗ ਫੋਰਸ ਡਿਵੈਲਪ ਹੁੰਦਾ ਹੈ ਅੰਦਰ ਨੂੰ, ਠੀਕ ਹੈ ਜੀ। ਇਹਨੂੰ ਆਪਾਂ ਸਪਰਿੰਗ ਫੋਰਸ ਵੀ ਕਹਿੰਦੇ ਆ ਕਿਉਂਕਿ ਸਪਰਿੰਗ ਦੇ ਵਿੱਚ ਡਿਵੈਲਪ ਹੁੰਦਾ ਹੈ ਸਪਰਿੰਗ ਫੋਰਸ। ਤੇ ਆਪਾਂ ਇੱਥੇ ਐਕਸਟਰਨਲ ਫੋਰਸ ਲਗਾ ਕੇ ਇਹਨੂੰ ਰੋਕ ਕੇ ਰੱਖਿਆ ਤੇ ਸਪਰਿੰਗ ਫੋਰਸ ਪਿੱਛੇ ਨੂੰ ਲੱਗਿਆ। ਹੁਣ ਇਹ ਆਬਜੈਕਟ ਇੱਥੇ ਰੁਕਿਆ ਹੋਇਆ ਹੈ, ਯਾਨੀ ਇਹ ਗੱਲ ਮੈਂ ਮੰਨ ਕੇ ਚੱਲ ਰਿਹਾ ਇਹ ਆਬਜੈਕਟ ਇੱਥੇ ਰੁਕਿਆ ਹੋਇਆ ਹੈ। ਇਹ ਦੋ ਜੇ ਰੁਕਿਆ ਤਾਂ ਮਤਲਬ ਆ ਦੋਨੋਂ ਫੋਰਸ ਕੀ ਹੋਣੇ ਚਾਹੀਦੇ ਨੇ, ਇਕੁਅਲ ਐਂਡ ਆਪੋਜ਼ਿਟ, ਇਕੁਅਲ ਆਪੋਜ਼ਿਟ ਹੋਣੇ ਚਾਹੀਦੇ ਨੇ, ਨਹੀਂ ਤਾਂ ਨਹੀਂ ਰੁਕੇਗਾ। ਜੇ fx ਜ਼ਿਆਦਾ ਹੁੰਦਾ ਤਾਂ ਇਹਨੇ ਰੁਕਣਾ ਥੋੜੀ, ਇਹਨੇ ਤਾਂ ਰਾਈਟ ਵੱਲ ਨੂੰ ਜਾਣਾ ਆ। ਤੇ ਫੋਰਸ ਐਕਸਟਰਨਲ ਫੋਰਸ ਨਾਲੋਂ ਜ਼ਿਆਦਾ ਹੈ ਤਾਂ ਸਪਰਿੰਗ ਫੋਰਸ ਨੇ ਉਹਨੂੰ ਲੈਫਟ ਵੱਲ ਨੂੰ ਖਿੱਚਣਾ ਹੈ। ਪਰ ਮੈਂ ਇਹ ਕਹਿ ਰਿਹਾ ਮੈਂ ਉਹਨੂੰ ਕਰਕੇ ਖਿੱਚ ਕੇ f ਐਕਸਟਰਨਲ ਫੋਰਸ ਲਗਾ ਕੇ ਮੈਨੂੰ ਰੋਕਣਾ ਪਿਆ ਉਹਨੂੰ, ਇਹਦਾ ਮਤਲਬ ਐਕਸਟਰਨਲ ਫੋਰਸ ਜਿਹੜਾ ਹੈ ਉਹ ਸਪਰਿੰਗ ਫੋਰਸ ਦੇ ਬਰਾਬਰ ਹੀ ਹੁੰਦਾ ਹੈ ਪਰ ਆਪੋਜ਼ਿਟ ਡਾਇਰੈਕਸ਼ਨ 'ਚ ਹੁੰਦਾ ਹੈ। ਠੀਕ ਹੈ ਜੀ ਗੱਲ। ਤੇ ਆਪਾਂ ਇਹ ਸਪਰਿੰਗ ਫੋਰਸ ਜਿਹੜਾ ਡਿਵੈਲਪ ਹੁੰਦਾ ਕਿਹਦੇ ਬਰਾਬਰ ਹੁੰਦਾ, ਸਪਰਿੰਗ ਫੋਰਸ ਸਪਰਿੰਗ ਫੋਰਸ ਜੋ ਹੁੰਦਾ ਹੈ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਡਿਸਪਲੇਸਮੈਂਟ ਹੁੰਦਾ ਹੈ। ਜਿੰਨਾ ਜ਼ਿਆਦਾ ਤੁਸੀਂ ਸਪਰਿੰਗ ਨੂੰ ਖਿੱਚਦੇ ਹੋ ਉਨਾ ਹੀ ਜ਼ਿਆਦਾ ਉਹਦੇ ਅੰਦਰ ਸਪਰਿੰਗ ਫੋਰਸ ਡਿਵੈਲਪ ਹੁੰਦਾ ਹੈ। x ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਹੈ। ਇਸ ਨੂੰ ਆਪਾਂ ਲਿਖ ਦਿੰਦੇ ਹਾਂ ਇਕੁਅਲ ਟੂ kx। ਸੋ ਸਪਰਿੰਗ ਫੋਰਸ ਦੀ ਜਿਹੜੀ ਮੈਗਨੀਟਿਊਡ ਹੁੰਦੀ ਹੈ ਬੇਸਿਕਲੀ, ਮੈਂ ਡਾਇਰੈਕਸ਼ਨ ਦੇ ਚੱਕਰ 'ਚ ਨਹੀਂ ਪਿਆ ਹੋਣੀ, ਉਹਨੂੰ ਕੀ ਕਹਿੰਦੇ ਆਪਾਂ kx। ਤੇ ਇੱਥੇ k ਕੀ ਹੁੰਦਾ ਹੈ, ਦੇਖੋ k ਹਰ ਸਪਰਿੰਗ ਦਾ ਵੱਖਰਾ ਹੁੰਦਾ ਹੈ। k ਕੀ ਹੁੰਦਾ ਹੈ, ਸਪਰਿੰਗ ਕਾਂਸਟੈਂਟ ਕਹਿੰਦੇ ਆਪਾਂ, ਸਪਰਿੰਗ ਕਾਂਸਟੈਂਟ। ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਜੇ ਮੈਂ ਉਹ ਸਮਝਣਾ ਚਾਹਾਂ k ਨੂੰ ਕੀ ਆ ਤਾਂ k ਕੀ ਹੁੰਦਾ ਹੈ ਕਿ ਰਿਸਟੋਰਿੰਗ ਫੋਰਸ ਜਿਹੜਾ ਉਹ ਚ ਡਿਵੈਲਪ ਹੋਇਆ ਸਪਰਿੰਗ ਫੋਰਸ ਡਿਵਾਈਡਡ ਬਾय x। मतलब कि एक यूनिट डिस्टेंस मूव करन ते ਉਹਨੂੰ ਜਿੰਨਾ ਉਹ ਚ ਫੋਰਸ ਡਿਵੈਲਪ ਹੁੰਦਾ ਉਹਨੂੰ ਕਹਿੰਦੇ ਆ k।
ਪਰ ਯੂਨਿਟ ਡਿਸਟੈਂਸ, ਹੈ ਨਾ, ਵੀ ਜਿੰਨਾ ਉਹਨੂੰ ਮੂਵ ਕਰੋਗੇ ਤੁਸੀਂ ਉਹਨੂੰ। ਹੁਣ ਤੁਸੀਂ ਅੰਦਾਜ਼ਾ ਲਾ ਕੇ ਦੇਖੋ, ਇੱਕ ਸਪਰਿੰਗ ਹੁੰਦਾ ਆਪਣੇ ਪੈਨ ਦੇ ਵਿੱਚ, ਟਿਕ 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 ਵਾਲੇ ਪੈਨ ਚ ਹੁੰਦਾ ਨਾ, ਇੱਕ ਸਪਰਿੰਗ ਹੁੰਦਾ ਛੋਟਾ ਜਿਹਾ। Yes, sir. Yes, sir. Yes, ਸਾਈਕਲ sir. ਦੇ ਜਿਹੜਾ ਪਿੱਛੇ ਸਟੈਂਡ ਹੁੰਦਾ ਸਾਈਕਲ ਦਾ, ਉਹਨੂੰ ਖੜਾ ਕਰਨ ਲਈ ਇੱਕ ਸਪਰਿੰਗ ਉਹਦੇ ਚ ਲੱਗਿਆ ਹੁੰਦਾ ਮੋਟਾ ਜਿਹਾ। Yes, sir. ਸਪਰਿੰਗ ਹੁੰਦਾ ਟਰੱਕ ਦੇ ਥੱਲੇ, ਉਹ ਸ਼ੌਕਰ ਦੇ ਵਿੱਚ ਸਰੀਏ ਦਾ ਹੀ ਹੁੰਦਾ, ਸਮਝ ਲਓ ਲਗਭਗ ਲੋਹੇ ਦਾ। ਤੇ ਇਹਨਾਂ ਤਿੰਨਾਂ ਵਿੱਚੋਂ ਕੇ ਜਿਹੜਾ ਆ ਕਿਹਦਾ ਸਭ ਤੋਂ ਜ਼ਿਆਦਾ ਹੋਏਗਾ? ਪਹਿਲੇ ਵਾਲੇ ਦਾ। ਨਹੀਂ, ਟਰੱਕ ਵਾਲੇ। ਟਰੱਕ ਵਾਲੇ। Third ਦਾ। ਕਿਉਂਕਿ ਜਦੋਂ ਤੁਸੀਂ ਇਹ ਜਿਹਨੂੰ ਦੇਖਣਾ ਚਾਹੁੰਦੇ ਹੋ ਕਿ ਕਿਹਦਾ ਕੇ ਜ਼ਿਆਦਾ, ਪਤਾ ਕੀ ਕਰੋ ਤੁਸੀਂ? ਐ ਕਰੋ, ਤੁਸੀਂ ਸਾਰਿਆਂ ਨੂੰ x = 1 ਸੈਂਟੀਮੀਟਰ ਖਿੱਚ ਕੇ ਦੇਖ ਲਓ। ਜਦੋਂ x 1 ਸੈਂਟੀਮੀਟਰ ਹੋਏਗਾ, k ਦੀ ਵੈਲਿਊ ਕੀ ਆਏਗੀ? ਰਿਸਟੋਰਿੰਗ ਫੋਰਸ ਜਿਹੜਾ ਉਹ ਚ ਡਿਵੈਲਪ ਹੋਇਆ ਬਟਾ 1, ਹੈ ਨਾ, ਯਾਨੀ ਯੂਨਿਟ ਡਿਸਟੈਂਸ ਮੂਵ ਕਰਨ ਲਈ ਜਿੰਨਾ ਉਹ ਚ ਰਿਸਟੋਰਿੰਗ ਫੋਰਸ ਡਿਵੈਲਪ ਹੋਏਗਾ। ਰਿਸਟੋਰਿੰਗ ਤੁਸੀਂ ਕਿਵੇਂ ਸੋਚੋਗੇ? ਨਾ ਸੋਚੋ, ਤੁਸੀਂ ਐਕਸਟਰਨਲ ਸੋਚ ਲਓ, ਕਿਉਂਕਿ ਰਿਸਟੋਰਿੰਗ ਫੋਰਸ ਉਹਦੇ ਬਰਾਬਰ ਹੁੰਦਾ ਜਿਹੜਾ ਐਕਸਟਰਨਲ ਹੁੰਦਾ ਹੈ। ਤੁਸੀਂ ਦੇਖੋ ਇਹਨਾਂ ਤਿੰਨਾਂ ਨੂੰ 1 ਸੈਂਟੀਮੀਟਰ ਦੀ ਲੰਬਾਈ ਖਿੱਚਣ ਦੇ ਲਈ, 1 ਸੈਂਟੀਮੀਟਰ ਖਿੱਚਣ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਫੋਰਸ ਕਿੱਥੇ ਲਗਾਉਣਾ ਪਏਗਾ? Third ਵਾਲੇ ਤੇ। Third। ਲਗਾਉਣਾ ਪਏਗਾ ਨਾ, ਮਤਲਬ ਟਰੱਕ ਦਾ Yes, sir. ਸਭ ਤੋਂ ਜ਼ਿਆਦਾ ਹੈ, ਟਰੱਕ ਦਾ ਨਹੀਂ, ਮਤਲਬ ਟਰੱਕ ਦੇ ਸਪਰਿੰਗ ਦਾ ਸਭ ਤੋਂ ਜ਼ਿਆਦਾ ਹੈ। ਇਹਦਾ ਮਤਲਬ ਸਪਰਿੰਗ ਜਿਹੜਾ ਜਿੰਨਾ ਜ਼ਿਆਦਾ ਕੈੜਾ ਹੁੰਦਾ ਆ, ਜਿੰਨਾ ਜ਼ਿਆਦਾ ਮਤਲਬ ਉਹਨੂੰ ਖਿੱਚਣਾ ਪੈਂਦਾ ਹੈ ਬਹੁਤ ਜ਼ਿਆਦਾ ਫੋਰਸ ਲਗਾ ਕੇ, ਉਨਾ ਉਹਦਾ ਸਪਰਿੰਗ ਕਾਂਸਟੈਂਟ ਜ਼ਿਆਦਾ ਹੁੰਦੇ। ਆ ਬਸ ਅੰਦਾਜ਼ਾ ਲਾਉਣ ਲਈ ਗਿਆ ਤੁਹਾਨੂੰ ਮੈਂ, ਤਾਂ ਕਿ ਤੁਹਾਨੂੰ ਅੰਦਾਜ਼ਨ ਵੀ ਪਤਾ ਹੋਵੇ ਇਹ ਗੱਲਾਂ ਦਾ ਕੀ ਮਤਲਬ ਹੁੰਦਾ ਹੈ। ਕਲੀਅਰ ਹੈ ਗੱਲ ਸਾਰਿਆਂ ਨੂੰ? Yes, sir. ਜਿਹੜਾ ਸਪਰਿੰਗ ਹੁੰਦਾ ਆ, ਸਪਰਿੰਗ ਫੋਰਸ ਹੁੰਦਾ ਜਿਹੜਾ, ਸਪਰਿੰਗ ਫੋਰਸ ਨੂੰ ਜੇ ਤੁਸੀਂ ਮੈਂ ਵੈਕਟਰ ਫਾਰਮ ਚ ਲਿਖਾ ਤਾਂ ਆਪਾਂ ਇਹਨੂੰ kx ਵੈਕਟਰ ਨੈਗੇਟਿਵ ਸਾਈਨ ਲਾ ਦਿੰਦੇ ਹਾਂ Yes. ਵੈਕਟਰ ਫਾਰਮ ਚ, ਕਿਉਂਕਿ ਆਪਾਂ ਨੂੰ ਪਤਾ ਸਪਰਿੰਗ ਫੋਰਸ ਪਿੱਛੇ ਨੂੰ ਡਿਵੈਲਪ ਹੁੰਦਾ ਤੇ x ਹਮੇਸ਼ਾ ਮੀਨ ਪੋਜੀਸ਼ਨ ਤੋਂ ਗਿਣੀ ਆ, ਮੀਨ ਪੋਜੀਸ਼ਨ ਹੈ ਇੱਧਰ ਨੂੰ ਗਿਣੀ ਜਾਂਦੀ ਹੈ x, ਹਨਾ। x ਵੈਕਟਰ ਇੱਧਰ ਨੂੰ, ਸਪਰਿੰਗ ਫੋਰਸ ਹਮੇਸ਼ਾ ਉਹਦੇ ਪੁੱਠਾ ਹੁੰਦਾ ਆ, ਇਹ ਗੱਲ ਹਮੇਸ਼ਾ ਹੁੰਦੀ ਹੈ। ਜੇ ਤੁਸੀਂ ਕਿਸੇ ਸਪਰਿੰਗ ਨੂੰ ਫੜ ਕੇ ਅੰਦਰ ਨੂੰ ਪਾ ਦੋਗੇ ਨਾ, ਇੱਥੇ ਤੱਕ ਮੰਨ ਲਓ ਦੀ ਨੈਚੁਰਲ ਲੈਂਥ ਸੀ, ਤੁਸੀਂ ਅੰਦਰ ਨੂੰ ਪੁਸ਼ ਕਰਤਾ ਤਾਂ ਸਪਰਿੰਗ ਤਾਂ ਇਹਦੀ x ਇੱਧਰ ਨੂੰ ਹੋਗੀ, ਪਰ ਰਿਸਟੋਰਿੰਗ ਫੋਰਸ ਹੁਣ ਸਪਰਿੰਗ ਚ ਕਿੱਧਰ ਨੂੰ ਡਿਵੈਲਪ ਹੋਗੀ? ਇੱਧਰ ਨੂੰ, Right ਨੂੰ। ਕਿਉਂਕਿ ਬਾਹਰ ਨੂੰ ਆਣਾ। ਸੋ ਦੋਨੋਂ ਆਪੋਜ਼ਿਟ ਹੁੰਦੇ ਨੇ ਹਮੇਸ਼ਾ, ਇਸ ਲਈ ਆਪਾਂ ਵੈਕਟਰ ਫਾਰਮ ਚ ਇਸ ਤਰ੍ਹਾਂ ਲਿਖ ਦਿੰਦੇ ਆ। ਪਰ ਵੈਕਟਰ ਫਾਰਮ ਦੇ ਚਲੋ ਆਪਾਂ ਨੂੰ ਲੋੜ ਨਹੀਂ ਪੈਣੀ, ਆਪਾਂ ਮੈਗਨੀਟਿਊਡ ਦੀ ਲੋੜ ਪੈਣੀ ਹੈ ਸਿਰਫ, ਤੇ ਆਪਾਂ ਬਾਕੀ ਗੱਲਾਂ ਇੱਥੋਂ ਹੀ ਡਿਵੈਲਪ ਕਰ ਲਾਂਗੇ। ਇਹ ਗੱਲ ਕਲੀਅਰ ਹੈ ਸਾਰਿਆਂ ਨੂੰ? Yes, sir. ਠੀਕ ਹੈ। ਹੁਣ ਆਪਾਂ ਜਿਹੜੀ ਗੱਲ ਵਿੱਚ ਜ਼ਿਆਦਾ ਇੰਟਰਸਟਿਡ ਆ, ਆਪਾਂ ਇੰਟਰਸਟਿਡ ਹੈਗੇ ਆ ਸਪਰਿੰਗ એનર્ਜੀ ਕੈਲਕੂਲੇਟ ਕਰਨ ਚ, ਜਿਹੜੀ ਕਿ ਬੇਸਿਕਲੀ ਪੋਟੈਂਸ਼ੀਅਲ એનર્ਜੀ ਹੁੰਦੀ ਹੈ ਆਫ ਦਾ ਸਪਰਿੰਗ। ਤੇ ਆਪਾਂ ਮੈਂ ਲਿਖ ਦੇਣਾ ਬਹੁਤ ਚੰਗੀ ਤਰ੍ਹਾਂ ਸਮਝਾ ਕੇ ਡੈਰੀਵੇਸ਼ਨ। ਸਪਰਿੰਗ એનર્ਜੀ ਇਹਨੂੰ ਬੋਲਦੇ ਆ ਸਪਰਿੰਗ, ਨਾਟ ਫੋਰਸ, ਮੈਂ ਫੋਰਸ ਨਹੀਂ, ਸਪਰਿੰਗ ਫੋਰਸ ਹੁੰਦਾ ਹੈ kx, ਯਾਦ ਰੱਖਣਾ। એનર્ਜੀ ਨਹੀਂ, એનર્ਜੀ ਤੇ ਫੋਰਸ ਬਹੁਤ ਅਲੱਗ-ਅਲੱਗ ਕੁਆਂਟੀਟੀ ਨੇ। ਸਪਰਿੰਗ એનર્ਜੀ ਜਾਂ ਫਿਰ ਮੈਂ ਕਹਿ ਦਵਾਂ potential energy of spring। ਠੀਕ ਹੈ ਜੀ ਗੱਲ, potential energy of spring। ਤਾਂ ਇਹਦੇ ਲਈ ਆਪਾਂ ਕੀ ਕਰਦੇ ਹਾਂ, ਆਪਾਂ ਕਈ ਸਟੇਟਸ ਵਿੱਚ ਇਹਨੂੰ ਸਮਝਦੇ ਹਾਂ ਗੱਲ ਨੂੰ, ਕਿ ਮੰਨ ਲਓ ਕਿਸੇ ਇੱਕ ਸਟੇਟ ਦੇ ਵਿੱਚ ਆ ਕੇਸ 1 ਹੈ, ਤੇ ਆ ਕੇਸ 2 ਹੈ, ਤੇ ਆ ਕੇਸ 3 ਹੈ। ਜਸਟ ਇੰਨੇ ਕੁ ਕਰਕੇ ਆਪਾਂ ਗੱਲ ਕਰ ਲਈਏ। ਹੁਣ ਕੀ ਹੈ ਦੇਖੋ, ਆਬਜੈਕਟ ਇੱਥੇ ਆਪਾਂ ਨੂੰ ਇੱਥੇ ਇੱਕ ਸਪਰਿੰਗ ਹੈ, ਇੱਥੇ ਪਿਆ ਬਲੌਕ ਮਾਸ m ਦਾ, ਸਪਰਿੰਗ ਕਾਂਸਟੈਂਟ ਦੇਖੋ ਗਿਵਨ ਹੁੰਦਾ ਹੈ ਹਮੇਸ਼ਾ, ਮੋਸਟਲੀ ਪ੍ਰੋਬਲਮ ਚ ਤੁਹਾਨੂੰ k ਕਹਿ ਦਿੰਦੇ ਆ। ਤੇ ਆ ਜਿਹੜੀ ਪਹਿਲਾ ਕੇਸ ਹੈ, ਪਹਿਲੇ ਕੇਸ ਜਿਹੜਾ ਸਪਰਿੰਗ ਹੈ ਉਹ ਆਪਣੀ ਨੈਚੁਰਲ ਲੈਂਥ ਵਿੱਚ ਹੈ। ਨੈਚੁਰਲ ਲੈਂਥ ਮਤਲਬ ਨਾ ਉਹਨੂੰ ਖਿੱਚਿਆ ਗਿਆ ਕਿਸੇ ਨੇ, ਨਾ ਉਹਨੂੰ ਕੰਪਰੈਸ ਕੀਤਾ। ਤਾਂ ਆ ਜਿਹੜੀ ਪੋਜੀਸ਼ਨ ਹੈ ਬੇਸਿਕਲੀ ਆਹੀ ਆਪਣੀ ਮੇਨ ਪੋਜੀਸ਼ਨ ਹੈ ਸਪਰਿੰਗ ਦੀ। ਠੀਕ ਹੈ ਗੱਲ? ਫਿਰ ਤੀਜੇ ਕੇਸ ਕੀ ਹੈ ਕਿ ਮੰਨ ਲਓ ਸਪਰਿੰਗ ਨੂੰ ਖਿੱਚ ਕੇ ਇੱਥੇ ਲੈ ਕੇ ਗਏ ਆਪਾਂ m ਮਾਸ, ਤੇ ਇਹਦੀ ਜਿਹੜੀ ਆ ਐਲੋਂਗੇਸ਼ਨ ਹੈ ਇਹ ਮੰਨ ਲਓ x0 ਹੈ, ਕੋਈ ਵੀ x0 ਫਿਕਸ ਵੈਲਿਊ ਇੱਥੇ ਤੱਕ ਆਪਾਂ ਲੈ ਕੇ ਆਏ ਹਾਂ। ਠੀਕ ਹੈ ਜੀ ਗੱਲ? ਤੇ ਇਸ ਕੇਸ ਦੇ ਵਿੱਚ ਦੱਸੋ ਸਪਰਿੰਗ એનર્ਜੀ, ਸਪਰਿੰਗ ਫੋਰਸ ਕਿੰਨਾ ਆਏਗਾ ਤੇ ਕਿੱਧਰ ਨੂੰ ਹੋਏਗਾ? ਇੱਧਰ ਨੂੰ ਹੋਏਗਾ। Yes, sir. kx not। ਆਏਗਾ kx not।
ਠੀਕ ਹੈ, ਤੇ ਤੁਹਾਨੂੰ ਜੇ ਇਹਨੂੰ ਖਿੱਚ ਕੇ ਲੈ ਕੇ ਗਏ ਹੋ ਤਾਂ ਤੁਹਾਨੂੰ ਆਪ ਨੂੰ ਕਿੰਨਾ ਫੋਰਸ ਲਾਣਾ ਪਿਆ ਵੈਸੇ? kx naught. F external is equal to kx naught, ਠੀਕ ਹੈ ਗੱਲ? Yes sir. ਹੁਣ ਮੈਂ ਦੂਜਾ ਕੇਸ ਵੈਸੇ ਛੱਡਤਾ ਸੀ ਵਿੱਚ। ਦੂਜੇ ਕੇਸ ਆਪਾਂ ਕੀ ਕਹਿੰਦੇ, ਇੱਕ ਜਨਰਲ ਗੱਲ ਲੈਣੇ, ਜਨਰਲੀ ਕਿਸੇ ਜਗ੍ਹਾ ਤੇ ਮੰਨ ਲਓ ਜੇ ਪਹੁੰਚਿਆ ਹੋਏ ਵਿਚਕਾਰ ਇਨ ਬਿਟਵੀਨ ਇੱਥੇ, ਤੇ ਇੱਥੇ ਮੰਨ ਲਓ ਇਲੋਂਗੇਸ਼ਨ ਜਿਹੜੀ ਹੈ ਉਹ ਹੈਗੀ ਆ x, ਤਾਂ ਇਹ ਚ ਸਪ੍ਰਿੰਗ એનર્ਜੀ ਕਿੰਨੀ ਹੋਏਗੀ? ਸਪ੍ਰਿੰਗ ਸੌਰੀ ਫੋਰਸ ਕਿੰਨਾ ਹੋਏਗਾ? kx, ਠੀਕ ਹੈ। ਤੇ ਤੁਹਾਨੂੰ ਪਤਾ ਐਕਸਟਰਨਲ ਫੋਰਸ ਲਾ ਕੇ ਇਹਨੂੰ ਲੈ ਕੇ ਜਾ ਰਹੇ ਆਪਾਂ, ਫਿਰ ਇੱਥੇ ਵੀ f ਲੱਗੇਗਾ। ਹੁਣ ਮੈਨੂੰ ਬਸ ਤੁਸੀਂ ਇਹ ਦੱਸੋ ਇੱਕ ਗੱਲ, ਕਿ ਆ ਜਿਹੜਾ f ਲੱਗ ਰਿਹਾ ਐਕਸਟਰਨਲ ਫੋਰਸ, ਕੀ ਇਹ ਦੂਜੇ ਤੇ ਤੀਜੇ ਕੇਸ ਬਰਾਬਰ ਹੈ? No sir. ਜ਼ਿਆਦਾ ਕਿਹਦੇ ਚ ਹੈ? नीचे वाले ਮਤਲਬ ਇਹ ਹੈ ਕਿ ਸਪ੍ਰਿੰਗ ਨੂੰ ਅਗਰ ਤੁਸੀਂ ਖਿੱਚਣਾ ਚਾਹੁੰਦੇ ਹੋ ਤਾਂ ਪਹਿਲਾ 1 ਸੈਂਟੀਮੀਟਰ ਤਾਂ ਉਹਨੂੰ ਖਿੱਚਣਾ ਹੈਗਾ ਸੌਖਾ ਸਭ ਤੋਂ, ਅਗਲਾ 1 ਸੈਂਟੀਮੀਟਰ ਹੀ ਖਿੱਚਣਾ ਹੈਗਾ ਔਖਾ, ਉਸ ਤੋਂ ਅਗਲਾ 1 ਸੈਂਟੀਮੀਟਰ ਹੋਰ ਔਖਾ। ਯਾਨੀ ਜਿੰਨਾ ਤੁਸੀਂ ਸਪ੍ਰਿੰਗ ਨੂੰ ਖਿੱਚੀ ਜਾਓਗੇ ਉਹਦੇ ਅੰਦਰ ਰਿਸਟੋਰਿੰਗ ਫੋਰਸ ਉਨਾ ਹੀ ਜ਼ਿਆਦਾ ਡਿਵੈਲਪ ਹੁੰਦਾ ਰਹੇਗਾ, ਤੇ ਉਹ ਤੁਹਾਨੂੰ ਉਹਨੂੰ ਹੋਰ ਖਿੱਚੇ ਜਾਣ ਤੋਂ ਰੋਕਦਾ ਰਹੇਗਾ, ਤੇ ਤੁਹਾਨੂੰ ਹੋਰ ਜ਼ਿਆਦਾ ਫੋਰਸ ਅਪਲਾਈ ਕਰਨਾ ਪਏਗਾ। ਠੀਕ ਹੈ, ਸੋ ਮੈਂ ਇੱਥੇ ਤੁਹਾਨੂੰ ਦੱਸਦਾ ਮੇਰਾ ਪਰਪਸ ਕੀ ਹੈ। ਇਹ ਜਦੋਂ ਹੋ ਜਾਣਾ ਤੁਸੀਂ ਦੇਖਿਓ ਇਹਨੂੰ ਅਪਲਾਈ ਕਰਦੇ ਹੋ ਤੁਸੀਂ ਬੜੇ ਮਿੰਟ ਲਾਇਆ ਕਰਨੇ, ਕੋਈ ਏਡਾ ਵੱਡੀ ਗੱਲ ਨਹੀਂ ਹੈ, ਬਸ ਤੁਹਾਨੂੰ ਇੱਕ ਵਾਰ ਸਮਝ ਆ ਜਾਵੇ ਗੱਲ, ਉਹ ਸਮਝ ਆਉਣਾ ਜ਼ਰੂਰੀ ਹੈ। ਸੋ ਮੈਂ ਕਹਿ ਰਿਹਾ ਆਈ ਵਾਂਟ ਟੂ ਕੈਲਕੂਲੇਟ potential energy पता नहीं क्यों energy of spring in state 3, ठीक है जी, केस 3 कह लो, जो मर्जी कह लो, पोजीशन 3 कह लो, ठीक है जी गल। ਤੇ ਆ ਜਿਹੜਾ potential energy of spring ਹੈ ਬੇਸਿਕਲੀ ਇਹਨੂੰ ਕੀ ਕਹਿੰਦੇ ਆਪਾਂ? spring energy ਵੀ ਬੋਲ ਦਿੰਦੇ ਆ, ਸੋ ਇੱਕੋ ਗੱਲ ਹੀ ਹੈ એનર્ਜੀ। ਤੇ ਤੁਸੀਂ ਦੇਖਿਆ ਆ ਕਿ ਆਪਾਂ ਜਦੋਂ ਕਰਦੇ ਆ ਗੱਲ ਵੀ ਚੇਂਜ ਇਨ ਪੋਟੈਂਸ਼ੀਅਲ એનર્ਜੀ ਜਿਹੜੀ ਹੁੰਦੀ ਹੈ ਕੀ ਹੁੰਦੀ ਹੈ? ਚੇਂਜ ਇਨ ਪੋਟੈਂਸ਼ੀਅਲ એનર્ਜੀ ਇਹਦੇ ਪੈਪ ਹੁੰਦੀ ਨੈਗੇਟਿਵ ਆਫ ਵਰਕ ਡਨ ਬਾय ਕੰਜ਼ਰਵੇਟਿਵ ਫੋਰਸ। ਤੇ ਕੰਜ਼ਰਵੇਟਿਵ ਫੋਰਸ ਦੇ ਕਿਹੜਾ ਸਪ੍ਰਿੰਗ ਦਾ ਹੈ, ਸਪ੍ਰਿੰਗ એનર્ਜੀ ਜਿਹੜਾ ਸਪ੍ਰਿੰਗ ਦੇ ਕਰਕੇ ਪੈਦਾ ਹੋ ਰਿਹਾ। ਸੋ ਆਪਾਂ ਉਹੀ ਕੈਲਕੂਲੇਟ ਕਰਨ ਜਾ ਰਹੇ ਹਾਂ। ਸੋ ਇਹ this is the case of ਇਹਦੇ ਨੋਟ ਲਿਖ ਦੇਣਾ ਬਣਾ ਲਈ, this is the case of work done by variable force, ਹੈ ਕਿ ਨਹੀਂ? ਇਹ ਜਿਹੜਾ ਵਰਕ ਡਨ ਕਰਨਾ ਇਹਨੂੰ ਜ਼ੀਰੋ એનર્ਜੀ ਸਟੇਟ ਤੋਂ ਇੱਥੋਂ ਲੈ ਕੇ ਇੱਥੇ ਤੱਕ ਆਣਾ ਆ, ਜਿਹੜਾ ਇੱਥੋਂ ਲੈ ਕੇ ਇੱਥੇ ਤੱਕ, ਤਾਂ ਆ ਲੈ ਕੇ ਆਉਂਦੇ ਹੋਏ ਤੁਹਾਨੂੰ ਜਿਹੜਾ ਫੋਰਸ ਲਗਾਉਣਾ ਪਏਗਾ ਜਾਂ ਜਿਹੜਾ ਰਿਸਟੋਰਿੰਗ ਫੋਰਸ ਵੀ ਡਿਵੈਲਪ ਹੋਏਗਾ ਉਹ ਹਰ ਮੂਵਮੈਂਟ ਤੇ ਹਰ ਇੱਕ ਪੋਜੀਸ਼ਨ ਤੇ ਅਲੱਗ-ਅਲੱਗ ਹੈ। ਯੈਸ ਸਰ, ਸੇਮ ਨਹੀਂ ਹੈ। ਸੋ ਕਾਂਸਟੈਂਟ ਫੋਰਸ ਨਹੀਂ ਹੈ, ਵੇਰੀਏਬਲ ਫੋਰਸ ਹੈ। ਤੇ ਵੇਰੀਏਬਲ ਫੋਰਸ ਹੋਵੇ ਤਾਂ ਸਾਨੂੰ ਕੀ ਕਰਨਾ ਪੈਂਦਾ ਹੈ? ਇੰਟੀਗ੍ਰੇਸ਼ਨ। ਪਰ ਜਦੋਂ ਤੁਸੀਂ ਪੋਟੈਂਸ਼ੀਅਲ એનર્ਜੀ ਕਰ ਰਹੇ ਸੀ ਗ੍ਰੈਵਿਟੇਸ਼ਨ ਦੇ ਕੇਸ 'ਚ mg ਜਿਹੜਾ ਸੀ ਉਹ ਪੂਰੇ ਡਿਸਟੈਂਸ ਦੇ ਅਲੋਂਗ ਕੀ ਰਹਿੰਦਾ ਸੀ? ਕਾਂਸਟੈਂਟ, ਕਿਉਂਕਿ ਆਪਾਂ ਅਰਥ ਦੇ ਕੋਲ ਛੋਟੇ ਮੋਟੇ ਡਿਸਟੈਂਸਿਸ ਦੀ ਗੱਲ ਕਰ ਰਹੇ ਸੀ, ਗ੍ਰੈਵਿਟੀ ਬਦਲ ਜਾਵੇ ਇੰਨੀ ਦੂਰ ਲੈ ਕੇ ਹੀ ਨਹੀਂ ਜਾ ਰਹੀ ਸੀ। ਪਰ ਇੱਥੇ ਤਾਂ ਤੁਸੀਂ ਜੇ 2 ਸੈਂਟੀਮੀਟਰ ਵੀ ਲੈ ਕੇ ਜਾਣਾ ਸਪ੍ਰਿੰਗ ਨੂੰ ਤਾਂ ਵੀ ਵਰਕ ਡਨ ਬਾਈ ਵੇਰੀਏਬਲ ਫੋਰਸ ਹੀ ਹੋਏਗਾ। ਠੀਕ ਹੈ ਜੀ ਗੱਲ। ਸੋ ਆਪਾਂ ਸੈਕੰਡ ਸਟੇਟ ਜਿਹੜੀ ਜਨਰਲ ਬਣਾਈ ਹੈ, ਇੱਥੋਂ ਆਪਾਂ ਗੱਲ ਕਰੀਏ ਜੇ ਇਹਨੂੰ ਹੋਰ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਆ dx ਡਿਸਟੈਂਸ, ਤਾਂ ਸਮਾਲ ਵਰਕ ਡਨ ਕਿੰਨਾ ਹੋਏਗਾ? ਤੇ ਇਹ 'ਚ ਤੁਸੀਂ ਆਪਣੇ ਆਪ ਸੋਚਣਾ, ਇੱਥੇ ਰਫ 'ਚ ਸੋਚੋ ਕਿ ਸਪ੍ਰਿੰਗ ਫੋਰਸ ਜਿਹੜਾ ਪਿੱਛੇ ਨੂੰ ਹੈ, ਯੈਸ ਸਰ, ਆ ਫੋਰਸ ਹੈ ਸਪ੍ਰਿੰਗ ਫੋਰਸ, ਤੇ ਡਿਸਪਲੇਸਮੈਂਟ ਕਿੱਧਰ ਨੂੰ ਹੈ? ਅੱਗੇ dx। ਤਾਂ ਇਹਨਾਂ ਦਾ ਸਮਾਲ ਵਰਕ ਡਨ ਪਤਾ ਕਰ ਸਕਦੇ ਹੋ ਨਾ ਇਸ ਸਟੇਟ ਲਈ, ਠੀਕ ਹੈ ਜੀ। ਸੋ ਸਮਾਲ ਵਰਕ ਡਨ ਬਾਈ ਸਪ੍ਰਿੰਗ, small work done by spring force कितना होएगा is equal to dw, that is equal to f dot dr। ਤਾਂ ਇਹਨੂੰ f dot dr ਨੂੰ ਕਿਵੇਂ ਕੀਤਾ ਜਾਵੇਗਾ? ਜਿਵੇਂ ਬੇਸਿਕਲੀ ਫੋਰਸ ਦਾ ਮੈਗਨੀਟਿਊਡ
डिस्प्लेसमेंट ਦਾ ਮੈਗਨੀਟਿਊਡ ਜਿਹਨੂੰ dx ਕਹਿ ਰਹੇ ਆਪਾਂ ਇੱਥੇ ਤਾਂ ਹਨਾ ਕਿਉਂਕਿ ਸਿੰਗਲ ਇੱਕ Yes, sir. x ਲੈ ਲੈਣਾ ਤੇ cos 180 ਡਿਗਰੀ ਇਹ ਆ ਜਾਏਗਾ ਮਾਈਨਸ kx dx ਇਹ ਆਪਣਾ ਆਏਗਾ ਸਮਾਲ ਵਰਕ ਡਨ ਫॉर दैट ਸਮਾਲ ਤੇ ਉਸ ਤੋਂ ਬਾਅਦ ਪੂਰਾ ਵਰਕ ਡਨ ਕਿਵੇਂ ਕੈਲਕੂਲੇਟ ਕਰਦੇ ਆ ਬਾਏ Integration. ਸੋ ਟੋਟਲ ਵਰਕ ਡਨ ਜਿਵੇਂ ਆਪਾਂ ਪਿਛਲੀ ਵਰਕਸ਼ੀਟ ਚ ਕੀਤਾ ਇਹ ਕੰਮ ਹੈ ਸਾਰਾ ਕੁਝ ਬਾਏ ਸਪ੍ਰਿੰਗ ਫੋਰਸ ਕਿੰਨਾ ਆਏਗਾ पूरा x नॉट तक लेके जान ली वर्क डन आएगा w दैट इज इक्वल टू इंटीग्रल ऑफ dw इज इक्वल टू इंटीग्रल ऑफ माइनस kx dx 0 तो लेके x की वैल्यू कितने तक जाएगी x नॉट X naught. क्योंकि x की वैल्यू 0 सी ना जब स्प्रिंग ਵਧਿਆ ही नहीं सी माइनस के बाहर आ जाएगा इंटीग्रल आ जाएगा ਕੱਲੇ x ਦਾ ਦੇਖੋ ਹੁਣ ਇਹ ਚ ਕੈਲਕੂਲਸ ਵੀ ਤੁਹਾਨੂੰ ਨਾਲ ਪਤਾ ਲੱਗ ਰਿਹਾ ਜਿਹੜੇ ਕਿਵੇਂ ਯੂਜ਼ ਕਰ ਰਹੇ ਆਪਾਂ ਉਹ ਵੀ ਯੂਜ਼ ਕਰ ਰਹੇ ਹਾਂ ਦੇਖੋ ਇਹ ਆ ਜਾਊਗਾ x ਦੀ ਪਾਵਰ 2/2 ਤੇ ਲਿਮਿਟ ਪੁੱਟ ਕਰੋਗੇ 0 ਤੋਂ ਲੈ ਕੇ x ਨॉट ਤੱਕ ਤਾਂ ਤੁਹਾਡਾ ਵਰਕ ਡਨ ਬਾਈ ਸਪ੍ਰਿੰਗ ਫੋਰਸ ਹੈ ਨਾ ਇਹ ਹਾਂਜੀ ਪਿਊਸ਼ सर आप सर x नॉट सर 0 पे लेता सर है लिमिट्स सर आप जो लिमिट्स लेती हैं हाँ सर x नॉट से 0 क्यों लेती हैं सर x नॉट से x क्यों नहीं लेती हैं क्योंकि आप x नॉट पोजीशन ਤੇ ਇੱਥੇ ਤੱਕ ਲੈ ਕੇ ਆ ਰਹੇ ਨਾ ਉਹਨੂੰ ਟੋਟਲ x ਤਾਂ ਇੱਕ हाँ जी सर ਜਨਰਲ ਪੋਜੀਸ਼ਨ ਮੰਨ ਲਈ ਸੀ ਆਪਾਂ ਬਸ ਆਪਾਂ x ਨॉट ਤੱਕ ਲੈ ਕੇ ਆਣਾ ਤੇ ਮੈਂ ਕਿਹਾ ਇੱਥੇ ਪੋਟੈਂਸ਼ੀਅਲ ਐਨਰਜੀ ਪਤਾ ਕਰਨੀ ਹੈ ਉਹਦੀ ਤਾਂ 0 ਤੋਂ ਲੈ ਕੇ ਆਪਾਂ ਇੱਥੇ ਤੱਕ ਲੈ x ਨॉट ਤੱਕ ਉਹ ਤਾਂ ਕੋਈ ਗੱਲ ਨਹੀਂ ਤੂੰ x ਨॉट ਦੀ ਜਗ੍ਹਾ ਕੁਝ ਹੋਰ ਕਹਿ ਦੇ ਉਹਨੂੰ ਠੀਕ ਹੈ सर फिर अगर सर आप ਹੈ सर अगर आप मी पोजीशन मतलब 0 ਤੇ ਮੰਨ ਰਹੇ ਆ ਹਾਂ ਤਾਂ ਸਰ ਜੋ ਫੋਰਸ ਲੱਗ ਰਹੀ ਹੈ ਸਰ ਮਾਈਨਸ kx ਸਰ ਉੱਥੇ ਵੀ ਤਾਂ x ਦੀ ਵੈਲਿਊ 0 ਹੋਣੀ ਚਾਹੀਦੀ ਹੈ ਹਾਂ ਉੱਥੇ x ਦੀ ਵੈਲਿਊ 0 ਹੀ ਹੈ ਜਦੋਂ ਸਪ੍ਰਿੰਗ ਆਪਣੀ ਨੈਚੁਰਲ ਲੈਂਥ 'ਚ ਹੈ ਉਦੋਂ ਤਾਂ ਕੋਈ ਫੋਰਸ ਲੱਗ ਹੀ ਨਹੀਂ ਰਿਹਾ ਉਹਨੂੰ ਰਿਸਟੋਰਿੰਗ ਫੋਰਸ ਹੈ ਹੀ ਨਹੀਂ ਕੋਈ ਕਿਉਂਕਿ x 0 तो फिर आप भी kx है ਨਹੀਂ ਮਤਲਬ ਜਦੋਂ ਉਹਨੂੰ ਖਿੱਚੇਗਾ x ਡਿਸਟੈਂਸ ਤਾਂ ਹੋਊਗਾ ਨਾ ਕਿ x हाँ जी सर ਜਦੋਂ ਤਾਂ ਉਹ ਹੈ ਹੀ ਨੈਚੁਰਲ ਲੈਂਥ ਫਿਰ ਤਾਂ ਕੋਈ ਫੋਰਸ ਹੀ ਨਹੀਂ ਲੱਗ ਰਿਹਾ ਉਹਨੂੰ ਪਰ ਜਿਵੇਂ ਹੀ ਉਹਨੂੰ 0.1 ਮਿਲੀਮੀਟਰ ਵੀ ਖਿੱਚਤਾ ਤਾਂ ਨਾਲ ਹੀ ਉਹਦੇ ਚ ਡਿਵੈਲਪ ਹੋਵੇ ਨਾ kx x ਦੀ ਵੈਲਿਊ 0.1 ਮਿਲੀਮੀਟਰ ਠੀਕ ਹੈ ਗੱਲ ਸੋ ਵਰਕ ਡਨ ਬਾਈ ਸਪ੍ਰਿੰਗ ਫੋਰਸ ਮਾਈਨਸ ਕੀ ਹੋਇਆ ਕੁਝ ਕਹਿ ਰਿਹਾ नो सर ਆ ਲਿਮਿਟਸ ਪੁੱਟ ਕਰਤੀਆਂ ਤਾਂ ਵਰਕ ਡਨ ਬਾਈ ਸਪ੍ਰਿੰਗ ਫੋਰਸ ਕਿੰਨਾ ਹੈ ਮਾਈਨਸ k x ਨॉट ਸਕੁਅਰ ਬਟਾ 2 ਇਹ ਵਰਕ ਡਨ ਬਾਈ ਸਪ੍ਰਿੰਗ ਫੋਰਸ ਆ ਗਿਆ ਸਪ੍ਰਿੰਗ ਫੋਰਸ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੰਜ਼ਰਵੇਟਿਵ ਫੋਰਸ ਹੈ Conservative. ਆਪਾਂ ਇਹ ਦੇਖੀਏ ਜੇ ਚੇਂਜ ਇਨ ਕਰੰਟ ਪੋਟੈਂਸ਼ੀਅਲ એનર્ਜੀ ਕੀ ਆਏਗਾ ਚੇਂਜ ਇਨ ਪੋਟੈਂਸ਼ੀਅਲ એનર્ਜੀ ਜਿਹਨੂੰ ਕਹਿੰਦੇ ਆ ਡੈਲਟਾ U ਉਹ ਹੁੰਦਾ ਮਾਈਨਸ ਆਫ ਵਰਕ ਡਨ ਬਾਈ ਸਪ੍ਰਿੰਗ ਫੋਰਸ Yes, sir. ਕਿੰਨਾ ਆ ਜਾਏਗਾ ਫਿਰ Kx naught square by 2. ਤੇ ਆ ਕੀ ਆਏਗਾ U ਫਾਈਨਲ ਮਾਈਨਸ U ਇਨੀਸ਼ੀਅਲ Yes, sir. ਤੇ U ਇਨੀਸ਼ੀਅਲ ਕਿੰਨੀ ਸੀ ਦੱਸੋ ਮੈਨੂੰ 0. ਹਾਂ U ਇਨੀਸ਼ੀਅਲ ਕਿੰਨੀ ਸੀ 0 ਕਿਉਂਕਿ ਪੋਟੈਂਸ਼ੀਅਲ ਉੱਥੇ ਸਪ੍ਰਿੰਗ ਖਿੱਚਿਆ ਹੀ ਨਹੀਂ ਹੋਇਆ ਸੀ ਤਾਂ ਇਹ ਬੇਸਿਕਲੀ ਤੇ ਮੰਨ ਲਓ ਹੁਣ ਪੋਟੈਂਸ਼ੀਅਲ ਜੀ U ਸੀਗਾ U ਕਿੰਨੀ ਆ ਗਈ ਪੋਟੈਂਸ਼ੀਅਲ ਜੀ Half k x naught square. x ਨॉट ਸਕੁਅਰ ਸੋ ਤੁਹਾਨੂੰ ਹੁਣ ਸਪ੍ਰਿੰਗ ਦੀ એનર્ਜੀ ਦਾ ਇੱਕ ਫਾਰਮੂਲਾ ਮਿਲ ਗਿਆ ਇਹਨੂੰ ਥੋੜਾ ਜਨਰਲਾਈਜ਼ ਕਰ ਦਿੰਦੇ ਆ ਕਿ ਕਿਸੇ ਵੀ ਸਪ੍ਰਿੰਗ ਨੂੰ ਉਸ ਦੀ ਨੈਚੁਰਲ ਲੈਂਥ ਤੋਂ ਜੇ ਤੁਸੀਂ x ਡਿਸਟੈਂਸ ਖਿੱਚ ਦਿੰਦੇ ਹੋ ਤਾਂ ਇਸ ਪੁਆਇੰਟ ਤੇ ਇਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਹੋ ਜਾਂਦੀ ਆ ਹਾਫ k X square. that's it ਬਸ ਆ ਗੱਲ ਆਪਾਂ ਨੂੰ ਜਨਰਲ ਪਤਾ ਲੱਗ ਗਈ ਕਿਸੇ ਵੀ ਸਪ੍ਰਿੰਗ 'ਚ એનર્ਜੀ ਕਿੰਨੀ ਹੋ ਜਾਂਦੀ ਹੈ ਹਾਫ k x ਸਕੁਅਰ ਆਮ ਕਰਕੇ ਇਹ ਗੱਲ ਪਤਾ ਲੱਗੀ ਤੇ ਸਪ੍ਰਿੰਗ 'ਚ ਜਿਹੜਾ ਰਿਸਟੋਰਿੰਗ ਫੋਰਸ ਡਿਵੈਲਪ ਹੁੰਦਾ ਕਿੰਨਾ ਹੁੰਦਾ ਹੈ Kx. kx ਜਸਟ ਠੀਕ ਹੈ ਮੈਂ ਸਿਰਫ ਮੈਗਨੀਟਿਊਡ ਦੀ ਗੱਲ ਕਰ ਰਿਹਾ ਤੇ ਉਹ ਤਾਂ ਵੈਸੇ ਵੀ ਪੋਟੈਂਸ਼ੀਅਲ એનર્ਜੀ ਤਾਂ ਵੈਸੇ ਵੀ ਇੱਕ ਸਕੇਲਰ ਕੁਆਂਟੀਟੀ ਹੈ ਹਾਫ k x ਸਕੁਅਰ ਐਂਡ kx ਕਲੀਅਰ ਹੈ ਗੱਲ ਜੇ ਸਪ੍ਰਿੰਗ ਨੂੰ ਕੰਪਰੈਸ ਕਰ ਦਿੱਤਾ ਜਾਵੇ ਉਸ ਦੀ ਨੈਚੁਰਲ ਲੈਂਥ ਤੋਂ x ਤਾਂ ਵੀ ਬਿਲਕੁਲ ਸੇਮ ਆਂਸਰ ਆਏਗਾ ਆਹੀ ਹਾਫ ਕੇ x ਕੇ ਇਹ 네ਗੇਟਿਵ ਨਾ ਕਰਦੇ ਉਹਨੂੰ ਕਿਉਂ ਕਿਉਂਕਿ ਰਿਸਟੋਰਿੰਗ ਫੋਰਸ ਨੇ ਡਿਸਪਲੇਸਮੈਂਟ ਦੇ ਅਗੇਂਸਟ ਹੀ ਐਕਟ ਕਰਨਾ ਹਮੇਸ਼ਾ ਉਹੀ ਗੱਲ ਰਹੇਗੀ ਹਮੇਸ਼ਾ ਠੀਕ ਹੈ ਇਹ ਗੱਲ
ਸੋ ਉਹਨੂੰ x ਡਿਸਟੈਂਸ ਚਾਹੇ ਇੱਧਰ ਨੂੰ ਖਿੱਚਤਾ ਤੇ ਚਾਹੇ ਕੰਪਰੈਸ ਕਰਤਾ, ਦੋਨੋਂ ਹੀ ਕੇਸਿਸ ਜਦੋਂ ਉਹਦੀ ਡਿਸਪਲੇਸਮੈਂਟ ਆਪਣੀ ਮੀਨ ਪੋਜੀਸ਼ਨ ਤੋਂ x ਹੋਏਗੀ ਤਾਂ ਪੋਟੈਂਸ਼ੀਅਲ એનર્ਜੀ ਕਿੰਨੀ ਹੋਏਗੀ? kx half kx square. kx ਕੈਰੀ ਹੋਗੀ ਦੋਨੋਂ ਹੀ ਕੇਸਿਸ ਦੇ ਵਿੱਚ। ਇੱਕ ਆ ਬੇਸਿਕ ਗੱਲ ਸੀਗੀ ਆਪਣੀ ਸਪਰਿੰਗ ਦੇ ਬਾਰੇ। ਹੁਣ ਜਿਹੜੀ ਗ੍ਰੈਵਿਟੇਸ਼ਨ ਦੀ ਗੱਲ ਕਰੀਏ ਆਪਾਂ, ਜਦੋਂ ਆਪਾਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਗੱਲ ਤਾਂ ਉਸ ਕੇਸ 'ਚ ਆਪਾਂ ਵਰਕ ਡਨ ਬਾਈ ਗ੍ਰੈਵਿਟੀ ਫਾਈਂਡ ਕਰਦੇ ਹਾਂ ਤਾਂ ਉਹ ਕੀ ਹੁੰਦਾ? ਵਰਕ ਡਨ ਬਾਈ ਕਾਂਸਟੈਂਟ ਫੋਰਸ ਹੁੰਦਾ ਇੱਕ ਤਰ੍ਹਾਂ ਦਾ। ਇਸ ਲਈ ਉਹਦੇ ਕੇਸ 'ਚ ਪੋਟੈਂਸ਼ੀਅਲ એનર્ਜੀ ਜਾਂ ਚੇਂਜ ਜਿਹੜਾ ਆਉਂਦਾ ਕਿੰਨਾ ਆਉਂਦਾ? mgh ਆਉਂਦਾ ਹੈ ਅਗਰ ਉੱਪਰ ਲੈ ਕੇ ਜਾ ਰਹੇ ਹਾਂ, ਨਹੀਂ ਤਾਂ ਮਾਈਨਸ mg, ਤੁਹਾਨੂੰ ਪਤਾ ਹੀ ਹੈ। ਤੇ ਸਪਰਿੰਗ ਦੇ ਕੇਸ ਕੀ ਆਉਂਦਾ ਆ? ਇੱਕ ਪਹਿਲੀ ਗੱਲ ਤਾਂ ਵੇਰੀਏਬਲ ਫੋਰਸ ਹੁੰਦਾ ਹੈ ਇੱਥੇ ਵਰਕ ਡਨ ਦਾ, ਤੇ ਜੇ ਉਹਨੂੰ x ਡਿਸਟੈਂਸ ਖਿੱਚ ਦੋਗੇ ਤਾਂ ਉਹਦੀ ਪੋਟੈਂਸ਼ੀਅਲ એનર્ਜੀ ਹਾਫ ਕੇ x ਸਕੁਅਰ ਆਉਂਦੀ ਹੈ। ਤੇ ਜੇ ਇਨੀਸ਼ੀਅਲ ਤੋਂ ਹੀ ਲੈ ਕੇ ਜਾ ਰਹੇ ਹੋ ਤਾਂ ਆਬਵੀਅਸਲੀ ਉਹ u ਕਹਿ ਸਕਦੇ ਤੁਸੀਂ ਇਹਨੂੰ ਕੱਲਾ, ਇੱਕੋ ਹੀ ਗੱਲ। ਠੀਕ ਹੈ ਜੀ ਗੱਲ? Yes sir. Yes sir. ਸੋ ਹੁਣ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਜਿਹੜਾ ਸਪਰਿੰਗ ਹੈ ਉਸ ਦਾ ਦੋ ਅਲੱਗ-ਅਲੱਗ ਸਟੇਟਸ ਵਿੱਚ ਹੋਵੇ, ਜਿਵੇਂ ਕਿ ਕਹਿੰਦਾ ਦੋਨੋਂ ਅਲੱਗ-ਅਲੱਗ ਸਟੇਟਸ ਵਿੱਚੋਂ ਕੋਈ ਵੀ ਉਹਦੀ ਓਵਲੀ ਸਟੇਟ ਨਾ ਹੋਵੇ ਜਿਸ 'ਚ ਮਤਲਬ ਨਾਰਮਲ ਪੋਜੀਸ਼ਨ 'ਚ ਹੈ। ਜਿਵੇਂ ਮੰਨ ਲਓ ਇੱਕ 'ਚ ਮੰਨ ਲਓ ਆਹ ਸਪਰਿੰਗ ਹੈ ਨਾਰਮਲੀ, ਇੱਕ ਸਟੇਟ ਹੈਗੀ ਜਿਸ 'ਚ ਉਹ ਖਿੱਚਿਆ ਹੋਇਆ ਵਾ x1, ਇੱਕ ਹੈਗੀ ਜਿਸ 'ਚ ਖਿੱਚਿਆ ਹੋਇਆ ਵਾ x2, ਤਾਂ ਇੱਥੇ ਪੋਟੈਂਸ਼ੀਅਲ એનર્ਜੀ ਸਿੱਧਾ ਹੀ ਪਤਾ ਕਰ ਲਓ ਨਾ, ਹਾਫ ਕੇ x2 ਸਕੁਅਰ, ਇੱਥੇ ਹਾਫ ਕੇ x1 ਸਕੁਅਰ, ਮਾਈਨਸ ਕਰ ਦਿਓ ਤਾਂ ਇਹਦੇ 'ਚ ਜਿੰਨੀ ਇਨਕਰੀਜ਼ ਹੋਈ ਹੈ એનર્ਜੀ ਇਸ ਸਟੇਟ ਤੋਂ ਪਤਾ ਲੱਗ ਜੂਗੀ ਨਾ, ਹਾਫ ਕੇ x2 ਸਕੁਅਰ ਮਾਈਨਸ ਹਾਫ ਕੇ x1 ਸਕੁਅਰ। Yes sir. ਸੋ ਆਹ ਬੇਸਿਕ ਗੱਲ ਹੈ ਇਹਦੇ ਨਾਲ ਦੀ। ਹੁਣ ਬੜੀ ਜਿਹੜੀ ਆਪਾਂ ਗੱਲ ਨੂੰ ਸਮਝ ਕਰਨ ਜਾ ਰਹੇ ਹਾਂ ਜਾਂ ਇੱਕ ਗੱਲ ਨੂੰ ਸਮਝਣ ਜਾ ਰਹੇ ਹਾਂ ਉਹ ਹੈਗੀ ਆ, ਹਾਂਜੀ ਹਾਂਜੀ ਬੋਲੋ। ਇੱਕ ਵਾਰੀ ਥਰਡ ਪੇਜ ਖੋਲਿਓ। ਥਰਡ ਪੇਜ ਆ ਵਾਲਾ? ਹਾਂਜੀ ਹਾਂਜੀ ਬੋਲੋ। ਸੋ ਬਸ ਇੱਕ ਦੇਖਣਾ ਸੀਗਾ, ਹੋ ਗਿਆ। ਹਾਂ ਠੀਕ ਹੈ। ਹਾਂਜੀ ਦੇਖੋ ਇੱਕ ਗੱਲ ਨਾ ਬੜੀ ਇੰਪੋਰਟੈਂਟ ਹੈ, ਉਹ ਜਿਹੜੀ ਚੀਜ਼ ਹੁੰਦੀ ਹੈ ਉਹ ਉਹਨੂੰ ਬੋਲਦੇ ਰੈਫਰੈਂਸ ਪੁਆਇੰਟ ਬੋਲਦੇ ਇਹਨੂੰ, ਰੈਫਰੈਂਸ ਪੁਆਇੰਟ। ਇਹ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਕਈ ਜਗ੍ਹਾ ਤੇ। ਰੈਫਰੈਂਸ ਪੁਆਇੰਟ ਕਹਿੰਦਾ ਭਾਵੇਂ ਆ ਕਿ ਜਿਵੇਂ ਕਿ ਮੈਂ ਇਹ ਗੱਲ ਨੂੰ ਸਮਝਾਉਣ ਲਈ ਤੁਹਾਨੂੰ ਇੱਕ ਦਿਨ ਸ਼ਾਇਦ ਇੱਥੇ ਤੁਹਾਡੇ ਚੋਂ ਕਿ ਬੱਚੇ ਨੇ ਸਵਾਲ ਕੀਤਾ ਸੀ ਤੇ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਬਾਡੀ ਇੱਥੇ ਪਈ ਹੈ ਅਰਥ ਦੇ ਸਰਫੇਸ ਤੇ m ਮਾਸ ਦੀ, ਇਹਦੀ ਪੋਟੈਂਸ਼ੀਅਲ એનર્ਜੀ ਨੂੰ ਤੁਸੀਂ ਕੀ ਮੰਨਦੇ ਹੋ? 0. ਪਰ ਜਿਹੜੀ ਬਾਡੀ ਇੱਥੇ ਪਈ ਹੈ h ਹਾਈਟ ਤੇ, ਉਹਦੀ ਪੋਟੈਂਸ਼ੀਅਲ એનર્ਜੀ ਕੀ ਮੰਨਦੇ ਹੋ? mgh. ਉਹਨੂੰ mgh ਤਾਂ ਮੰਨਦੇ ਹੋ ਕਿਉਂਕਿ ਜਿਵੇਂ ਛੱਡੋਗੇ ਨੀਚੇ ਗਿਰੇਗੀ, ਹੈਨਾ? Yes sir. ਉਹ ਤੁਸੀਂ ਕਹਿੰਦੇ એનર્ਜੀ ਹੈ ਤੇ ਉਹ ਗਿਰੇਗੀ ਤੇ ਆਪਣੀ ਪੋਟੈਂਸ਼ੀਅਲ એનર્ਜੀ ਫਿਰ ਕੀ ਬਣਾ ਲੇਗੀ? 0। Yes. ਇਹ ਕਹਿ ਰਿਹਾ ਸੀ, ਫਿਰ ਤੁਹਾਨੂੰ ਤੁਹਾਡੇ ਨਾਲ ਗੱਲ ਕੀਤੀ ਸੀ ਸ਼ਾਇਦ, ਮੈਂ ਤੁਹਾਨੂੰ ਯਾਦ ਹੋਵੇ, ਮੈਂ ਕਿਹਾ ਮੈਂ ਇੱਥੇ ਟੋਆ ਪੱਟਤਾ। Yes sir. ਹੈਨਾ? ਟੋਆ ਪੱਟਤਾ ਤੇ ਹੁਣ ਕੀ ਹੋਏਗਾ? ਹੁਣ ਤਾਂ ਇਹ ਗਿਰੇਗੀ। Yes sir. ਤੇ ਹੁਣ ਜਦੋਂ ਗਿਰੇਗੀ ਤੇ ਤੁਸੀਂ ਪਹਿਲਾਂ ਤਾਂ ਆਪਾਂ ਮੰਨੀ ਚੱਲਦੇ ਸੀ ਤੇ ਪੋਟੈਂਸ਼ੀਅਲ એનર્ਜੀ 0 ਹੈ, ਤੇ ਫਿਰ ਹੁਣ ਕਿਉਂ ਗਿਰ ਰਹੀ ਹੈ? ਇਹਨਾਂ ਗੱਲਾਂ ਹੋਰ ਘੱਟ ਜੂ। ਮੈਂ ਇਹਨਾਂ ਗੱਲਾਂ ਦਾ ਜਿਹੜਾ ਜਵਾਬ ਆ ਤੁਹਾਨੂੰ ਬਹੁਤ ਬਹੁਤ ਵਧੀਆ ਤਰ੍ਹਾਂ ਉਦੋਂ ਵੀ ਦਊਂਗਾ ਜਦੋਂ ਮੈਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਜ਼ਿਆਦਾ ਬਿਹਤਰ ਸਹੀ ਫਾਰਮੂਲਾ ਹਨਾ, ਐਬਸੋਲੂਟ ਵੀ ਕਹਿ ਸਕਦਾ ਉਹਨੂੰ ਮੈਂ, ਉਹ ਕੱਢ ਕੇ ਦਿਖਾਊਂਗਾ। ਪਰ ਉਹ ਕਰਾਊਂਗਾ ਗ੍ਰੈਵਿਟੇਸ਼ਨ ਵਾਲੇ ਚੈਪਟਰ 'ਚ, ਇਸ ਯੂਨਿਟ ਤੋਂ ਅਗਲੇ ਯੂਨਿਟ 'ਚ, ਤੇ ਉਦੋਂ ਤੁਹਾਨੂੰ ਬਹੁਤ ਮਜ਼ਾ ਆਊਗਾ। ਮੈਂ mgh ਤੱਕ ਵੀ ਪਹੁੰਚਾ ਦੂੰਗਾ ਤੁਹਾਨੂੰ ਉਦੋਂ ਕਿਵੇਂ ਆਇਆ, ਪਰ ਫਿਲਹਾਲ ਆਪਾਂ ਵਰਕ ਪਰ એનર્ਜੀ 'ਚ ਇਸ ਐਂਗਲ ਤੋਂ ਨਹੀਂ ਜਾ ਰਹੇ। ਤੁਹਾਨੂੰ ਸਿਰਫ ਇਹ ਦੱਸ ਰਿਹਾ ਕਿ ਅਸੀਂ ਕੀ ਕਰਨਾ ਹੁੰਦਾ, ਆਪਾਂ ਰੈਫਰੈਂਸ ਪੁਆਇੰਟ ਮੰਨਣਾ ਹੁੰਦਾ ਇੱਕ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ 'ਚ। ਰੈਫਰੈਂਸ ਪੁਆਇੰਟ ਨੂੰ ਅਸੀਂ ਕੀ ਮੰਨ ਲੈਂਦੇ ਹਾਂ? 0। ਤੇ ਜਿਹੜਾ ਵੀ ਉਸ ਤੋਂ ਜ਼ਿਆਦਾ એનર્ਜੀ ਵਾਲਾ ਸਟੇਟ ਹੋਏਗੀ ਉਹਨੂੰ ਕਹਾਂਗੇ ਪੋਜ਼ਿਟਿਵ, ਜਿਹੜਾ ਉਸ ਤੋਂ ਘੱਟ ਵਾਲੀ ਨੈਗੇਟਿਵ। ਹੁਣ ਇਸ ਗੱਲ ਨੂੰ ਸਮਝਣ ਲਈ ਕੋਸ਼ਿਸ਼ ਕਰੋ, ਇਹ ਕਿਹੜੇ ਕੇਸ ਕਰਦੇ ਆ ਆਪਾਂ? ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਕੇਸ, ਸਪਰਿੰਗ ਦੇ ਕੇਸ 'ਚ ਨਹੀਂ। ਸਪਰਿੰਗ ਦੇ ਕੇਸ 'ਚ ਮੈਂ ਤੁਹਾਨੂੰ ਦੱਸ ਦੇਣਾ ਵੀ ਸਿੱਧਾ ਹੀ ਆਪਾਂ ਮੰਨ ਲੈਂਦੇ ਹਾਂ ਕਿ ਜਿੱਥੇ ਸਪਰਿੰਗ ਦੀ ਨੈਚੁਰਲ ਲੈਂਥ ਹੈ ਉਹੀ ਉਹਦੀ ਪੋਟੈਂਸ਼ੀਅਲ એનર્ਜੀ 0 ਵਾਲੀ ਸਟੇਟ ਹੈ। ਠੀਕ ਹੈ ਨਾ, ਵਿੱਚ ਨਹੀਂ ਨਾ ਕਿਤੇ ਬਣ ਸਕਦੀ। ਹੁਣ ਇਹਦੇ ਵਿੱਚ ਕੀ ਕਰੀਏ ਆਪਾਂ? ਐ ਮੰਨ ਲੈਂਦੇ ਹਾਂ, ਮੰਨ ਲਓ ਆ ਇੱਕ A ਸਟੇਟ ਹੈ, ਇਹ ਪੋਜੀਸ਼ਨ ਹੈ, ਆਬਜੈਕਟ ਮਾਸ m ਦਾ ਹੀ ਹੈ, ਦੇਖੋ ਇੱਕ ਗੱਲ ਯਾਦ ਰੱਖਿਓ ਹਮੇਸ਼ਾ। ਤੇ ਆ ਮੰਨ ਲਓ B ਪੋਜੀਸ਼ਨ ਹੈ, ਮਾਸ m ਹੀ ਹੈ, ਤੇ ਆ ਮੰਨ ਲਓ C ਪੋਜੀਸ਼ਨ ਹੈ ਜਸਟ, ਤੇ ਇਹਦਾ ਵੀ ਮਾਸ m ਹੀ ਹੈ। ਠੀਕ ਹੈ ਜੀ ਗੱਲ। ਆਪਾਂ ਕੀ ਕਰਦੇ ਹੁੰਦੇ ਆ, ਆਪਾਂ ਕਿਸੇ ਵੀ ਪੋਜੀਸ਼ਨ ਨੂੰ, ਕਿਸੇ ਵੀ ਹਾਈਟ ਨੂੰ ਇੱਕ ਰੈਫਰੈਂਸ ਲਾਈਨ ਮੰਨ ਲੈਂਦੇ ਆ, ਤੇ ਉਸ ਰੈਫਰੈਂਸ ਲਾਈਨ ਤੇ ਪੋਟੈਂਸ਼ੀਅਲ એનર્ਜੀ ਜਿਹੜੀ ਆਪਾਂ ਨੂੰ 0 ਮੰਨ ਕੇ ਚੱਲਦੇ ਆ, ਤੇ ਉਸ ਤੋਂ ਉੱਪਰ ਵਾਲੀਆਂ ਪੋਟੈਂਸ਼ੀਅਲ એનર્ਜੀਆਂ ਪੋਜ਼ਿਟਿਵ, ਨੀਚੇ ਵਾਲੀਆਂ
ਨੈਗੇਟਿਵ। ਇਹਦੇ ਨਾਲ ਕੀ ਫਰਕ ਪੈਂਦਾ ਕੀ ਨਹੀਂ ਪੈਂਦਾ ਆਪਾਂ ਦੇਖਦੇ ਹਾਂ। ਦੇਖੋ ਕਿਸੇ ਨੂੰ ਮਰਜ਼ੀ ਤੁਸੀਂ ਮੰਨ ਲਓ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਐਨਰਜੀ 'ਚ ਆਪਾਂ ਕੀ ਕਰਦੇ, ਸਭ ਤੋਂ ਪਹਿਲਾਂ ਮੰਨ ਲਓ A ਨੂੰ ਹੀ ਮੈਂ ਰੈਫਰੈਂਸ ਪੋਜੀਸ਼ਨ ਮੰਨ ਲਿਆ, ਆ ਰੈਫਰੈਂਸ ਲਾਈਨ ਮੰਨ ਲਿਆ, ਇਹ ਹੈਗੀ ਰੈਫਰੈਂਸ ਲਾਈਨ, ਤੇ ਆ ਹੈਗਾ ਮੰਨ ਲਓ h1 ਹਾਈਟ, ਤਾਂ ਪੋਟੈਂਸ਼ੀਅਲ એનર્ਜੀ ਐਟ A ਕਿੰਨੀ ਹੋਏਗੀ ਮੰਨੂਗੇ 0। 0 potential energy at B एक कल्ले पॉइंट दी है, change in potential energy। I am not talking about change in potential energy, I am just talking about the potential energy उस पॉइंट ते कितनी है, ते कितनी है mgh1 ते potential energy at C, ते C ਨੂੰ ਮੈਂ ਕਹਿ ਦਵਾਂ h2 ਹਾਈਟ ਤੇ ਹੈ, ਮਤਲਬ ਡੈਪਥ ਤੇ ਹੈ, ਤਾਂ potential energy at C ਕਿੰਨੀ ਹੋਏਗੀ -mgh2 यस -mgh2, बिल्कुल ठीक। मैं नहीं, मैं ऐ नहीं मनना भी, मैं मेरा दिल कर रहा है कि मैं कुछ होर मान लवां रेफरेंस पॉइंट, ते जस्ट मैं एग्जांपल ले मैं इनू मनूंगा रेफरेंस पॉइंट सब तो नीचे वाली, मैं रेफरेंस लाइन बदलती रेड कलर नाल लिखन जा रहा हुणे दे नाल दी कैलकुलेशन, आ मेरी रेफरेंस लाइन है जी। जे मैं इनू रेफरेंस लाइन मनूंगा तां दसो C पॉइंट ते पोटेंशियल एनर्जी कितनी आएगी 0 आ रेफरेंस लाइन है मेरी हुण, ते A पॉइंट ते पोटेंशियल एनर्जी कितनी आएगी mgh2 mgh2, yes पोटेंशियल एनर्जी कितनी आएगी mgh1 plus h इत्थों देखो ना रेफरेंस लाइन तो देखो ना हाइट कितनी होगी। यस हुण मैं कह रहा कि जे मैं पोटेंशियल एनर्जी इत्थे एक कल्ली एब्सोल्यूट पोटेंशियल एनर्जी मैं जे डिफरेंस लवां इना दा हुण डेल्टा यू कमाऊंगा, मैं डेल्टा यू मान लो बिटवीन बी एंड सी लैन जा रहा मैं, डेल्टा यू बिटवीन बी एंड सी पॉइंट, दैट विल बी बेसिकली पोटेंशियल एनर्जी एंड बी एंड सी मान लो, मान लिया यूबी माइनस यूसी करने जा रहा है दोनों केसेस, ठीक है, चाहे यूसी माइनस यूबी कर लो, एक गल ही है। कितनी आएगी यूबी माइनस यूसी, यूबी कितनी है ब्लैक वाली गल कर रहे हैं, रेफरेंस लाइन सेंटर वाली बनी सी mgh1 माइनस यूसी कितनी है -mgh2 इतना आ गया ना, mgh1 plus h2 ते मैं जे यही वाली डेल्टा यू बिटवीन बी एंड सी मान लवा रेड वाले केस च, रेड वाली रेफरेंस लाइन के अकॉर्डिंग दा यूबी कितनी है mgh1 plus h2 यूसी कितनी है 0 same सेम है ना सर। ਇਹਦਾ ਮਤਲਬ yes ਹੈ ਸਵਾਲਾਂ ਦੇ ਵਿੱਚ ਵੀ ਇਦਾਂ ਕੀਤਾ ਜਾ ਸਕਦਾ ਕਿ ਜਦੋਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਕੈਲਕੂਲੇਟ ਕਰਨੀ ਆ ਤਾਂ ਬੇਸਿਕਲੀ ਐਬਸੋਲੂਟ ਪੋਟੈਂਸ਼ੀਅਲ એનર્ਜੀ ਡਸ ਨਾਟ ਮੈਟਰ। ਮੈਟਰ ਕੀ ਕਰਦਾ ਆ ਕਿ ਤੁਸੀਂ ਗ੍ਰੈਵਿਟੀ ਦੇ ਅਗੇਂਸਟ ਕਿੰਨਾ ਵਰਕ ਡਨ ਕੀਤਾ ਆ ਉੱਪਰ ਨੂੰ, ਜਾਂ ਗ੍ਰੈਵਿਟੀ ਦੀ ਦਿਸ਼ਾ ਵਿੱਚ ਕਿੰਨਾ ਵਰਕ ਡਨ ਕੀਤਾ ਨੀਚੇ ਨੂੰ, ਉਹਦੇ ਨਾਲ ਉਸ ਬੋਡੀ ਦੀ એનર્ਜੀ 'ਚ ਕਿੰਨਾ ਵਾਧਾ ਹੋਇਆ ਜਾਂ ਘਾਟਾ ਹੋਇਆ, मतलब ਉਹਦਾ ਚੇਂਜ ਮੈਟਰ ਕਰਦਾ ਹੈ ਸਿਰਫ, पोटेंशियल एनर्जी रेफरेंस लाइन मैटर नहीं करती। समझ लगी गल? yes sir क्योंकि ਜਦੋਂ मैं बॉडी ਨੂੰ ਟੋਆ ਇੱਥੇ ਪੱਟਤਾ ਹਨਾ, ਤੇ ਆ ਜੇ ਰੈਫਰੈਂਸ ਲਾਈਨ ਸੀਗੀ ਤਾਂ ਫਿਰ ਇੱਥੇ ਉਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਸੀਗੀ mg h ਵਿਦ ਨੈਗੇਟਿਵ ਸਾਈਨ, h ਟੋਆ ਮੰਨ ਲਓ h ਡੈਪਥ ਦਾ, ਇੱਥੇ ਕਿੰਨੀ 0। yes ਤੇ ਕੋਈ ਵੀ ਬੋਡੀ ਜਦੋਂ ਛੱਡ ਦਿੱਤੀ ਜਾਂਦੀ ਹੈ ਕੰਜ਼ਰਵੇਟਿਵ ਫੋਰਸ ਦੇ ਭਰੋਸੇ, ਤਾਂ ਕੰਜ਼ਰਵੇਟਿਵ ਫੋਰਸ ਉਹਨੂੰ ਹਮੇਸ਼ਾ ਜ਼ਿਆਦਾ ਪੋਟੈਂਸ਼ੀਅਲ એનર્ਜੀ ਤੋਂ ਘੱਟ ਪੋਟੈਂਸ਼ੀਅਲ એનર્ਜੀ ਵੱਲ ਲੈ ਕੇ ਜਾਂਦਾ ਹੈ। ਕਿੰਨੀ ਸੌਖੀ ਗੱਲ ਹੈ ਹਨਾ, ਆਪਣੇ ਆਪ ਹੁੰਦਾ ਇਹ ਕੰਮ। ਜਦੋਂ ਵੀ ਕਿਸੇ ਚੀਜ਼ ਨੂੰ ਆਪਾਂ ਕੋਈ ਐਕਸਟਰਨਲ ਫੋਰਸ ਨਾ ਲਾਈਏ ਤੇ ਉਸ ਨੂੰ ਕੰਜ਼ਰਵੇਟਿਵ ਫੋਰਸ ਹਵਾਲੇ ਕਰ ਦਈਏ, ਤਾਂ ਕੰਜ਼ਰਵੇਟਿਵ ਫੋਰਸ ਉਸ ਆਬਜੈਕਟ ਨੂੰ ਕਿੱਥੇ ਲੈ ਕੇ ਜਾਂਦੇ ਨੇ, ਹਮੇਸ਼ਾ ਜ਼ਿਆਦਾ ਪੋਟੈਂਸ਼ੀਅਲ એનર્ਜੀ ਵਾਲੀ ਸਟੇਟ ਤੋਂ ਘੱਟ ਪੋਟੈਂਸ਼ੀਅਲ એનર્ਜੀ ਵਾਲੀ ਸਟੇਟ ਵੱਲ ਹੀ ਲੈ ਕੇ ਜਾਂਦੇ ਨੇ, ਤੇ ਉਹ ਉਹਦੀ ਪੋਟੈਂਸ਼ੀਅਲ એનર્ਜੀ ਨੂੰ ਹਮੇਸ਼ਾ ਘਟਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਹੋਈ ਸਾਰਿਆਂ ਨੂੰ? yes sir ਇਹ ਕੋਈ ਔਖੀ ਗੱਲ ਨਹੀਂ, ਕਨਫਿਊਜ਼ਨ ਵਾਲੀ ਗੱਲ ਨਹੀਂ ਹੈ। ਤੁਹਾਨੂੰ ਹਮੇਸ਼ਾ ਪਤਾ ਹੈ ਕਿ ਜਦੋਂ ਕੋਈ ਪੈਨ ਖੜਾ ਕਰਦੇ ਹੋ ਤੁਸੀਂ ਤਾਂ ਪੈਨ ਉਹ ਬਾਅਦ ਚ ਗਿਰ ਜਾਂਦਾ ਹੈ ਟੇਬਲ ਤੇ,
ਹਨਾ, ਕਿਉਂਕਿ ਪੈਨ ਗ੍ਰੈਵਿਟੀ ਦੇ ਭਰੋਸੇ ਆਪਣਾ ਯਾਨੀ ਗ੍ਰੈਵਿਟੀ ਹੈਗੀ ਤੇ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਜੀ ਖੜੇ ਪੈਨ ਦੀ ਜ਼ਿਆਦਾ ਹੁੰਦੀ ਹੈ, ਲੇਟੇ ਪੈਨ ਦੀ ਘੱਟ ਹੁੰਦੀ ਹੈ। ਤਾਂ ਖੜੇ ਜਗ੍ਹਾ ਤੇ ਉਹ ਬਹੁਤ ਹੀ ਔਖਾ ਹੀ ਰੁਕਦਾ ਆ, ਮਾੜੀ ਜੀ ਵੀ ਉਹਨੂੰ ਡਿਸਟਰਬੈਂਸ ਕੀਤੀ ਤੇ ਤੁਸੀਂ ਉਹਨੇ ਥੱਲੇ ਗਿਰ ਜਾਣਾ ਆ। ਸਰ ਹਾਂਜੀ ਹਾਂਜੀ ਬੋਲੋ। ਸਰ ਇਸੇ ਲਈ ਉਹ 네ਗੇਟਿਵ ਹੁੰਦੀ ਹੈ, ਉਹਦੀ ਵਰਕ ਡਨ ਆਫ ਕੰਜ਼ਰਵੇਟਿਵ ਫੋਰਸ ਦੀ 네ਗੇਟਿਵ ਹੁੰਦੀ ਹੈ। ਹਾਂ, ਕਿਉਂਕਿ ਉਹ 네ਗੇਟਿਵ ਹੁੰਦਾ ਹੈ, ਕਿਉਂਕਿ ਉਹ ਘਟਾ ਰਿਹਾ ਹੁੰਦਾ ਪੋਟੈਂਸ਼ੀਅਲ એનર્ਜੀ ਨੂੰ, ਹਨਾ, ਇਸੇ ਲਈ 네ਗੇਟਿਵ ਹੈ। क्योंकि वर्क एंड एनर्जी आर इक्विवेलेंट, है ना। यस सर। ये वर्क ਇਹਦਾ ਮਤਲਬ ਜਦੋਂ ਬਾਡੀ ਉੱਪਰੋਂ ਥੱਲੇ ਗਿਰੇਗੀ ਤਾਂ ਉਹ ਵਰਕ ਕਰੇਗੀ ਨਾ, ਤਾਂ ਉਹਦੀ એનર્ਜੀ ਖਰਚ ਹੋ ਜਾਏਗੀ, ਕਿਹੜੀ ਪੋਟੈਂਸ਼ੀਅਲ એનર્ਜੀ। ਹੋਰ ਮੈਂ ਰਿਲੇਟ ਕਰ ਦੂੰ ਹੋਰ ਚੀਜ਼ਾਂ ਨਾ, ਪਰ ਆਮ ਇਹ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਇਹ ਮੈਂ +2 ਦੇ ਬਹੁਤ ਸਾਰੇ ਕਨਸੈਪਟਸ ਵਿੱਚ ਹੀ ਭਾਵੇਂ ਲਪੇਟ ਸਕਦਾ ਵਾਂ ਹੁਣੀ, ਕਿਉਂਕਿ ਇਹ ਇੱਕ ਆਮ ਗੱਲ ਕੀਤੀ ਮੈਂ ਤੁਹਾਡੇ ਨਾਲ, ਇਹ ਕੋਈ ਇਹਦੇ ਬਾਰੇ ਗੱਲ ਨਹੀਂ ਕੀਤੀ, ਇਹ ਮੈਂ ਸਪ੍ਰਿੰਗ ਬਾਰੇ ਗੱਲ ਨਹੀਂ ਕੀਤੀ, ਇਹ ਮੈਂ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ ਬਾਰੇ ਗੱਲ ਨਹੀਂ ਕੀਤੀ, ਮੈਂ ਤਾਂ ਆਮ ਗੱਲ ਕੀਤੀ ਹੈ ਬਸ। ਇਸ ਲਈ ਪਾਣੀ ਹਮੇਸ਼ਾ ਜ਼ਿਆਦਾ ਹਾਈਟ ਤੋਂ ਘੱਟ ਹਾਈਟ ਵਾਲੇ ਪਾਸੇ ਵਗਦਾ ਹੈ, ਕਿਉਂਕਿ ਧਰਤੀ ਦੀ ਜਿਹੜੀ ਗ੍ਰੈਵਿਟੀ ਹੈ, ਜਿਹੜਾ ਕੰਜ਼ਰਵੇਟਿਵ ਫੋਰਸ ਹੈ, ਉਹ ਉਹਨੂੰ ਹਮੇਸ਼ਾ ਜ਼ਿਆਦਾ ਪੋਟੈਂਸ਼ੀਅਲ એનર્ਜੀ ਵਾਲੀ ਸਟੇਟ ਤੋਂ ਘੱਟ એનર્ਜੀ ਵਾਲੇ ਸਟੇਟ ਵਾਲੇ ਪਾਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਦੋਂ ਤੁਸੀਂ ਕਿਸੇ ਕਿਤਾਬ ਨੂੰ ਜ਼ਮੀਨ ਤੇ ਰੱਖਿਆ ਹੋਇਆ ਵਾ, ਕਿਤਾਬ ਜਾਂ ਬਲੌਕ ਨੂੰ, ਉਹਦੀ ਪੋਟੈਂਸ਼ੀਅਲ એનર્ਜੀ 0 ਹੈ, ਪਰ ਜੇ ਟੋਆ ਪੱਟ ਦੋ ਤਾਂ ਟੋਏ ਦੇ ਅੰਦਰ ਪੋਟੈਂਸ਼ੀਅਲ એનર્ਜੀ ਕਿੰਨੀ ਹੈ, 네ਗੇਟਿਵ ਹੈ ਨਾ, ਤਾਂ 0 ਤੋਂ ਤਾਂ ਘੱਟ ਹੀ ਹੈ ਨਾ ਉਹ। Yes. ਪੋਟੈਂਸ਼ੀਅਲ એનર્ਜੀ ਤੋਂ ਹਲੇ ਵੀ ਲੋਅਰ ਪੋਟੈਂਸ਼ੀਅਲ એનર્ਜੀ ਵਾਲੇ ਪਾਸੇ ਜਾ ਰਹੀ ਹੈ। ਹੁਣ ਦੱਸੋ ਸਾਰਿਆਂ ਨੂੰ ਕੋਈ ਗੱਲ ਇਹ ਚ ਡਾਊਟ ਹੋਵੇ ਤਾਂ ਹੁਣੇ ਪੁੱਛ ਲਓ, ਆਪੇ ਆਪਾਂ ਅੱਗੇ ਗੱਲ ਕਰਾਂਗੇ। ਕਲੀਅਰ ਹੈ ਗੱਲ? Yes, sir. ਤੇ ਜਦੋਂ ਤੁਸੀਂ ਕੰਜ਼ਰਵੇਟਿਵ ਫੋਰਸ ਦੇ ਖਿਲਾਫ ਕੰਮ ਕਰੋਗੇ ਹਮੇਸ਼ਾ ਖਿਲਾਫ, ਤਾਂ ਪੋਟੈਂਸ਼ੀਅਲ એનર્ਜੀ ਘਟਦੀ ਨਹੀਂ ਹੈ, ਫਿਰ ਕੀ ਹੁੰਦਾ ਹੈ, ਵੱਧਦੀ ਹੈ, increase कर ਹਨਾ, ਇਨਕਰੀਜ਼ ਕਰਦੀ ਹੈ। ਸੋ ਆਪਾਂ ਨੂੰ ਇਹ ਗੱਲਾਂ ਆਮ ਗੱਲਾਂ ਨੇ, ਇਹ ਗੱਲਾਂ ਉਹ ਗੱਲਾਂ ਨੇ ਜਿਹੜੀਆਂ ਕਦੇ ਨਾ ਭੁੱਲਣ ਵਾਲੀਆਂ, ਇਹਨਾਂ ਦੀ ਕੋਈ ਰਿਵੀਜ਼ਨ ਦੀ ਲੋੜ ਨਹੀਂ ਪੈਣੀ ਚਾਹੀਦੀ, ਇਹ ਤਾਂ ਤੁਹਾਨੂੰ ਹਮੇਸ਼ਾ ਹੀ ਪਤਾ ਹੋਣੀ ਚਾਹੀਦੀਆਂ ਨੇ। ਤੁਸੀਂ ਆਮ ਕਰਕੇ ਇਹ ਗੱਲ ਦਾ ਰੋਜ਼ ਹੀ ਭਾਵੇਂ ਆਪਣੇ ਸੋਚਿਆ ਕਰੋ ਕਿ ਹਾਂ ਸਾਰੀਆਂ ਹੀ ਚੀਜ਼ਾਂ ਜੇ ਆਪਣੇ ਹੀ ਭਰੋਸੇ ਛੱਡ ਦਿੱਤੀਆਂ ਜਾਣ ਤਾਂ ਸਾਰੀਆਂ ਹੀ ਚੀਜ਼ਾਂ ਜ਼ਿਆਦਾ ਪੋਟੈਂਸ਼ੀਅਲ એનર્ਜੀ ਤੋਂ ਘੱਟ એનર્ਜੀ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰਨਗੀਆਂ, ਜੇ ਉਹਨਾਂ ਨੂੰ ਉਹੀ ਆਪਣੇ ਹਾਲ ਤੇ ਛੱਡ ਦਿੱਤਾ ਜਾਵੇ, ਐਕਸਟਰਨਲ ਡਿਸਟਰਬੈਂਸ ਨਾ ਹੋਵੇ ਕੋਈ। ਹੁਣ ਇੱਕ ਬੱਚੇ ਨੇ ਮੈਨੂੰ ਉਦੋਂ ਕਿਹਾ, ਕਹਿੰਦਾ ਸਰ ਹੱਦ ਹੋ ਗਈ, ਤੁਸੀਂ ਕਹਿੰਦੇ ਪਾਣੀ ਹਮੇਸ਼ਾ ਉੱਪਰੋਂ ਨੀਚੇ ਨੂੰ ਵਗਦਾ ਹੈ, ਕਹਿੰਦੇ ਸਾਡੇ ਤਾਂ ਨੀਚੇ ਉੱਪਰ ਨੂੰ ਵਗਦਾ ਹੈ। ਮੈਂ ਕਿਹਾ ਬੱਲੇ ਆ ਕਿਵੇਂ ਹੋ ਸਕਦਾ ਹੈ? ਉਹ ਕਹਿੰਦਾ ਸਰ ਸਾਡੇ ਤਾਂ ਟੈਂਕੀ ਤੱਕ ਪਾਣੀ ਜਾਂਦਾ ਹੈ, ਵੀ ਪਾਣੀ ਉੱਪਰ ਟੈਂਕੀ ਤੱਕ ਚੜਾ ਦਿੰਦੇ ਹਾਂ ਅਸੀਂ ਮੋਟਰ ਚਲਾ ਕੇ। ਤੇ ਮੈਂ ਕਿਹਾ ਤੂੰ ਮੋਟਰ ਤਾਂ ਕਿਉਂ ਚਲਾਈ, ਫਿਰ ਮੋਟਰ ਨਾ ਚਲਾ ਨਾ। ਇੱਕ ਤਾਂ ਪਹਿਲੀ ਗੱਲ ਆ ਹੋ ਗਈ। ਦੂਜੀ ਗੱਲ, ਪਾਣੀ ਨੂੰ ਕਈ ਵਾਰ ਜਿਹੜੀ ਕਾਰਪੋਰੇਸ਼ਨ ਵਾਲੀ ਮੋਟਰ ਹੁੰਦੀ ਆ, ਉਹਨਾਂ ਨੇ, ਕਿਉਂਕਿ ਸਰਦੀਆਂ ਦੇ ਵਿੱਚ ਕੀ ਹੁੰਦਾ, ਵੀ ਸਰਦੀਆਂ 'ਚ ਤਾਂ ਟੈਂਕੀ ਤੱਕ ਆਪ ਹੀ ਪਾਣੀ ਜਾ ਰਿਹਾ ਹੁੰਦਾ, ਕਈ ਵਾਰ ਹੁੰਦਾ ਨਾ, ਤੁਹਾਡੇ ਘਰੇ ਵੀ ਤੁਸੀਂ ਦੇਖਿਆ ਹੋਣਾ ਕਈ ਵਾਰੀ, ਹੁੰਦਾ ਕਿ ਨਹੀਂ, ਕਿਸੇ ਨਾਲ ਤਾਂ ਹੁੰਦਾ ਹੋਣਾ ਹੈ। ਸਰਦੀਆਂ ਦੇ ਮੌਸਮ ਦੇ ਵਿੱਚ ਆਪਣੇ ਆਪ ਹੀ ਟੈਂਕੀ ਤੱਕ ਜਾ ਰਿਹਾ ਹੁੰਦਾ ਵਾ ਬਿਨਾਂ ਮੋਟਰ ਚਲਾਏ, ਕਿਉਂਕਿ ਸਰਦੀਆਂ 'ਚ ਲੋਕ ਨਹਾਉਂਦੇ ਨਹੀਂ ਆ, ਮਤਲਬ ਇਹ ਘੱਟ ਨਹਾਉਂਦੇ ਆ। ਗਰਮੀਆਂ 'ਚ ਗੇੜਾ ਦਿੱਤਾ ਹੁੰਦਾ, 2-2 3 ਵਾਰ ਨਹਾ ਕੇ ਪਾਣੀ ਵਰਤਿਆ ਹੁੰਦਾ ਬਹੁਤ ਜ਼ਿਆਦਾ, ਤਾਂ ਪਾਣੀ ਦਾ ਫਲੋ ਘੱਟ ਆਉਂਦਾ ਹੈ। ਤੇ ਸਰਦੀਆਂ ਵਿੱਚ ਤਾਂ ਪਿੱਛੋਂ, ਕਿਉਂਕਿ ਪਿੱਛੋਂ ਜਿਹੜੀ ਮੋਟਰ ਆ ਉਹਨੇ ਪਾਣੀ ਨੂੰ ਬਹੁਤ ਸਾਰੀ ਕਿਨੈਟਿਕ એનર્ਜੀ ਦਿੱਤੀ, ਉਸ ਕਿਨੈਟਿਕ એનર્ਜੀ ਇੰਨੀ ਜ਼ਿਆਦਾ ਹੁੰਦੀ ਤੁਹਾਡੇ ਘਰੇ ਆਉਂਦੇ ਤੱਕ ਉਹ ਸਿੱਧੇ ਟੈਂਕੀ ਤੱਕ ਚੜ੍ਹ ਜਾਂਦਾ ਉੱਪਰ, ਤਾਂ ਪਾਣੀ ਨੂੰ ਬਾਹਰੋਂ ਕਿਨੈਟਿਕ એનર્ਜੀ ਦਿੱਤੀ ਗਈ ਨਾ, ਤਾਂ ਉਹ ਚੜਿਆ ਉੱਪਰ। ਚਾਹੇ ਉਹ ਮੋਟਰ ਚਲਾ ਕੇ ਇੱਥੇ ਦੇ ਦਿਓ, ਚਾਹੇ ਪਿੱਛੋਂ ਸਰਕਾਰੀ ਮੋਟਰ ਨੇ ਦੇਤੀ। ਇਸ ਲਈ ਪੱਥਰ ਨੂੰ ਜਦੋਂ ਤੁਸੀਂ ਨੀਚੋਂ ਬਹੁਤ ਜ਼ਿਆਦਾ ਕਿਨੈਟਿਕ એનર્ਜੀ ਦੇ ਕੇ ਉੱਪਰ ਉਛਾਲੋਗੇ ਤਾਂ ਉੱਪਰ ਜਾਏਗਾ ਨਾ ਉਹ। Yes, sir. ਆਪ ਤਾਂ ਨਹੀਂ ਭੱਜ ਕੇ ਉੱਪਰ ਉੱਡਣ ਲੱਗ ਜਾਏਗਾ। No, sir. ਖਿਆਲ ਰੱਖਿਓ ਕਿ ਇਸ ਤਰ੍ਹਾਂ ਇਹ ਹੁੰਦਾ ਹੈ। ਹੁਣ ਬੜੀ ਇੰਟਰਸਟਿੰਗ ਜੀ ਚੀਜ਼ ਕਰਦੇ ਹਾਂ ਆਪਾਂ, concept of mechanical energy। ਦੇਖੋ ਮਕੈਨੀਕਲ એનર્ਜੀ ਨੂੰ ਅਸੀਂ ਆਮ ਤੌਰ ਤੇ ਕਿਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ ਦੇ ਜੋੜ ਦੇ ਰੂਪ ਵਿੱਚ ਕਹਿੰਦੇ ਆ, ਵੀ ਕਿਸੇ ਬਾਡੀ ਦੇ ਵਿੱਚ ਦੋ ਤਰ੍ਹਾਂ ਦੀ ਮਕੈਨੀਕਲ એનર્ਜੀ ਹੁੰਦੀ, ਜਾਂ ਕਿਨੈਟਿਕ ਜਾਂ ਪੋਟੈਂਸ਼ੀਅਲ, ਜਾਂ ਦੋਨੋਂ। ਤਾਂ ਕਿਨੈਟਿਕ ਤੇ ਪੋਟੈਂਸ਼ੀਅਲ ਦੇ ਜੋੜ ਨੂੰ ਕਹਿੰਦੇ ਆ ਮਕੈਨੀਕਲ એનર્ਜੀ। ਤਾਂ ਮਕੈਨੀਕਲ એનર્ਜੀ ਨੂੰ ਅਸੀਂ E ਨਾਲ ਡਿਨੋਟ ਕਰਦੇ ਹਾਂ, ਕਿਨੈਟਿਕ એનર્ਜੀ ਨੂੰ ਅਸੀਂ K ਨਾਲ ਡਿਨੋਟ ਕਰ ਦਿੰਦੇ ਆ, ਤੇ ਪੋਟੈਂਸ਼ੀਅਲ એનર્ਜੀ ਨੂੰ U ਨਾਲ ਡਿਨੋਟ ਕਰ ਦਿੰਦੇ ਆ। ਠੀਕ ਹੈ ਜੀ, ਆ ਹੁੰਦੀ ਹੈ ਮਕੈਨੀਕਲ એનર્ਜੀ।
ਹੁਣ ਆਪਾਂ ਦੇਖਦੇ ਹਾਂ ਲਾ ਆਫ ਕੰਜ਼ਰਵੇਸ਼ਨ ਆਫ ਮਕੈਨੀਕਲ એનર્ਜੀ। ਇਹ ਬੜਾ ਇੰਪੋਰਟੈਂਟ ਹੈ, ਇਹ ਬਹੁਤ ਇੰਪੋਰਟੈਂਟ ਹੈ ਇਹ ਗੱਲ ਨੂੰ ਸਮਝਣਾ, ਕਿਉਂਕਿ ਇਹਨੂੰ ਕਨਫਿਊਜ਼ ਵੀ ਹੋ ਜਾਂਦਾ ਬੱਚਾ ਕਈ ਵਾਰੀ, ਬਹੁਤ ਸਾਰੇ ਫੋਰਸਿਸ ਤੇ ਬਹੁਤ ਸਾਰੇ ਉਹਦੇ ਵਿੱਚ ਕੰਜ਼ਰਵੇਸ਼ਨ ਆਫ ਮਕੈਨੀਕਲ એનર્ਜੀ। देखो हम ध्यान ਨਾਲ, ਮੰਨ ਲਓ ਤੁਸੀਂ ਆਮ ਕਰਕੇ ਜਾਣਦੇ ਹੋ ਤੇ ਮੰਨ ਲਓ ਕਿਸੇ ਬੋਡੀ ਨੂੰ ਬਹੁਤ ਸਾਰੇ ਫੋਰਸਿਸ ਲੱਗ ਸਕਦੇ ਨੇ ਨਾ। ਮੰਨ ਲਓ ਕੋਈ ਬੋਡੀ ਕਿਸੇ ਸਰਫੇਸ ਤੇ ਪਈ ਹੈ, ਮੰਨ ਲਓ ਕੋਈ ਬੋਡੀ ਕਿਸੇ ਸਰਫੇਸ ਤੇ ਪਈ ਹੈ ਤੇ ਉਹਨੂੰ ਤਰ੍ਹਾਂ ਦੇ ਫੋਰਸ ਲੱਗ ਰਹੇ ਨੇ, ਤਰ੍ਹਾਂ ਦੇ, ਕੁਝ ਵੀ ਲਾ ਲਓ, ਕੁਝ ਵੀ। आप ऐ करते हैं, मान लेना कि कोई भी किसी भी दिशा च कुछ भी लग रहा है, एक्सटर्नल फोर्स एक जिहड़ा तुसी आप लगाया, मान लो एफ एक्सटर्नल, ठीक है जी, एफ एक्सटर्नल। इस तो इलावा मान लो इस किते भी कुछ भी हो सकता है। देखो मैं इत्थे रैंडमली बना रहा, मान लो इत्थे एक धागे नाल बन्निया होया किते, ਤੇ ਉਹ ਬੰਨਿਆ ਵੀ ਕੀ ਹੈ, ਖਿੱਚਿਆ ਹੋਇਆ, ਮੰਨ ਲਓ ਕਿਸੇ ਕੰਧ ਨਾਲ ਬੰਨ ਕੇ ਖਿੱਚ ਪਈ ਹੋਈ ਹੈ ਪੂਰੀ, ਮੰਨ ਲਓ, ਤੇ ਇਹ 'ਚ ਕੋਈ ਟੈਨਸ਼ਨ ਹੋ ਸਕਦੀ ਹੈ, ਠੀਕ ਹੈ। ਹੋ ਸਕਦਾ ਇਹਨੂੰ ਇਧਰਲੇ ਪਾਸੇ ਸਪਰਿੰਗ ਨਾਲ ਬੰਨਿਆ ਹੋਇਆ, ਇਸ ਪਾਸੋਂ ਕਿਸੇ ਕੰਧ ਨਾਲ ਇੱਕ ਸਪਰਿੰਗ ਤੇ ਖਿੱਚ ਕੇ ਬੰਨਿਆ ਹੋਇਆ ਸਪਰਿੰਗ, ਯਾਨੀ ਇਸ ਪਾਸੇ ਸਪਰਿੰਗ ਵੀ ਖਿੱਚਿਆ ਪਿਆ ਵਾ, ਧਾਗਾ ਵੀ ਖਿੱਚਿਆ ਪਿਆ, ਇਧਰ ਦੇਖੋ ਟੈਨਸ਼ਨ ਹੈ, ਇਧਰ ਕੀ ਹੋ ਗਿਆ, ਇਧਰ ਸਪਰਿੰਗ ਫੋਰਸ ਹੋ ਗਿਆ, ਠੀਕ ਹੈ ਜੀ। ਤੇ ਹੋ ਸਕਦਾ ਇਹਦਾ ਵੇਟ ਐਕਟ ਕਰ ਰਿਹਾ ਨੀਚੇ ਨੂੰ, नॉर्मल रिएक्शन भी इसे तो एक्ट कर रही है ऊपर नू, एक अद्धा होर लै लो, फ्रिक्शन लै लो, मान लो हम पता नहीं किधर नू स्लाइड होने की कोशिश कर रहा है, नहीं भी कर रहा है, जो भी है ऐ मान लो फ्रिक्शन, जस्ट मैं एग्जांपल लै रहा हूं, फ्रिक्शन लै लो, सारे फोर्स ने, सारे फोर्स कुछ भी हो सकते हैं, ठीक है। आप वैसे ही बनाता, पता नहीं किहड़ी सिचुएशन कितने होवे, वैसे ही कह रहा। तो हुंदा की है कि वर्क डन बाय ऑल फोर्सेस किहदे बराबर हुंदा है, change in kinetic energy। ਇਹ ਤਾਂ ਕੀਤਾ ਨਾ ਆਪਾਂ, yes sir। ਫਾਈਨਲ ਕਿਨੈਟਿਕ એનર્ਜੀ ਮਾਈਨਸ ਇਨੀਸ਼ੀਅਲ ਕਿਨੈਟਿਕ એનર્ਜੀ, ਜਿਹੜੀ ਵੀ ਸਟੇਟ ਹੋਏਗੀ, ਪਹਿਲਾਂ ਇੱਥੇ ਸੀਗਾ ਜੀ, ਉੱਥੇ ਲੈ ਕੇ ਉਹ ਜੋ ਵੀ ਆ। ਤਾਂ ਆਲ ਫੋਰਸਿਸ ਵਿੱਚ ਕੀ ਹੁੰਦਾ, ਕੁਝ ਫੋਰਸ ਹੁੰਦੇ ਨੇ ਜਿਹੜੇ ਕੰਜ਼ਰਵੇਟਿਵ ਹੁੰਦੇ ਨੇ, ਜਿਵੇਂ ਇੱਥੇ ਆਪਣੇ ਇਸ ਜਗ੍ਹਾ ਤੇ ਦੇਖਿਆ ਜਾਵੇ ਤਾਂ ਦੋ ਫੋਰਸ ਕੰਜ਼ਰਵੇਟਿਵ ਨੇ, ਇੱਕ ਤਾਂ ਕੰਜ਼ਰਵੇਟਿਵ ਹੈਗਾ ਆ ਵਾਲਾ ਫੋਰਸ, yes sir। ਹੈਗਾ ਆ ਵਾਲਾ ਫੋਰਸ, स्प्रिंग फोर्स। स्प्रिंग फोर्स ते ग्रेविटेशनल, तो मैं क्या सी कंजरवेटिव तो इलेक्ट्रोस्टैटिक फोर्स, मैग्नेटिक फोर्स सारे ने, वो भी ने दोनों ते आ भी स्प्रिंग भी ते ग्रेविटी भी। पर तुहाडे इस चैप्टर दे विच 11th क्लास दे विच तुहानू ज़्यादातर जिहड़े दो ही फोर्स मिलणगे जिहड़े कंजरवेटिव होणगे, किहड़े स्प्रिंग ते gravity। ऑल फोर्सेस दा वर्क डन, क्योंकि वर्क एक स्केलर क्वांटिटी है, तो मैं लिख सकदा कि वर्क डन बाय कंजरवेटिव फोर्सेस, है ना, प्लस वर्क डन बाय नॉन कंजरवेटिव या अदर्स कह देने हैं, अदर फोर्सेस। अदर का मतलब समझ लिया करो भी, अदर बाकी बच गए, ठीक है जी गल। हुण एक गल देखो, तुसीं सारे ने जानते हो, इस तो पहला वाले अपने विच आपां कीता आ कि जिहड़ा डेल्टा यू हुंदा आ, आपां इह काम कीता है वा कि डेल्टा यू चेंज इन पोटेंशियल एनर्जी के बराबर है माइनस ऑफ वर्क डन अंदर conservative forces। तो वर्क डन अंदर कंजर्वेटिव फोर्सेस की होएगा माइनस ऑफ डेल्टा u, है ना। तो बेसिकली वर्क डन बाय कंजर्वेटिव फोर्सेस थे आएगा माइनस ऑफ डेल्टा यू अदर फोर्सेस, ते आ जेड़ा माइनस ऑफ डेल्टा यू है इनू उधर ले जावां जे वर्क डन बाय अदर फोर्सेस, ये हो जाएगा प्लस डेल्टा यू, yes यू एफ माइनस यू आई, yes तो वर्क डन बाय अदर फोर्सेस की बने, देखो की सीगा के एफ माइनस के आई प्लस यू एफ माइनस यू आई, ये आ जाएगा के एफ प्लस यू एफ
ਮਾਈਨਸ KI plus UI। ਇਹ ਬਣ ਜਾਏਗਾ ਕੀ ਹੋਣਗੇ K plus U ਕੀ ਹੁੰਦਾ ਹੈ EF, mechanical energy at final position, mechanical energy at initial position। initial position। ਇਹਦਾ ਮਤਲਬ ਮੈਨੂੰ ਇਹ ਬਹੁਤ ਇੰਪੋਰਟੈਂਟ ਰਿਜ਼ਲਟ ਮਿਲ ਗਿਆ ਕਿ ਜੇ ਮੈਂ ਕੰਜ਼ਰਵੇਟਿਵ ਵਾਲੇ ਛੱਡ ਦਵਾਂ ਤੇ ਬਾਕੀ ਅਦਰ ਫੋਰਸਿਸ ਦਾ ਜੇ ਕੈਲਕੂਲੇਟ ਕਰ ਲਵਾਂ ਵਰਕ ਡਨ then that is equal to change in Mechanical energy। energy therefore work done by the other forces यानी जेडे कंजर्वेटिव ना होण is equal to change in mechanical energy। Mechanical energy। ਆ ਇੱਕ ਤਾਂ ਗੱਲ ਪਤਾ ਲੱਗ ਗਈ ਆਪਾਂ ਨੂੰ। ਅੱਛਾ ਹੁਣ ਮੈਂ ਇਹ ਕਹਿ ਰਿਹਾ ਕਿ ਮੰਨ ਲਓ ਇਹ ਤੇ ਬੜੀ ਇੰਪੋਰਟੈਂਟ ਗੱਲ ਹੈ if in a system ਹੁਣ ਆ ਲਾਅ ਹੈ ਆਪਣਾ if in a system only conservative forces are acting conservative forces are acting ਅਗਰ ਕਿਸੇ ਸਿਸਟਮ ਦੇ ਵਿੱਚ ਸਿਰਫ ਕੰਜ਼ਰਵੇਟਿਵ ਫੋਰਸਿਸ ਹੀ ਹੈਗੇ ਨੇ then work done by other forces ਕੀ ਹੋਏਗਾ 0। ਇਹਦਾ ਮਤਲਬ EF minus EI ਕੀ ਹੋਏਗਾ 0। ਇਹਦਾ ਮਤਲਬ EF ਬਰਾਬਰ ਹੋਏਗਾ EI। ਇਹਨੂੰ ਹੀ ਕਹਿੰਦੇ ਨੇ law of conservation of mechanical energy। ਆਹਾ ਹੈਗਾ law of conservation of mechanical energy। ਦੱਸੋ ਇਹ ਗੱਲ ਕਲੀਅਰ ਹੋਈ ਸਭ ਨੂੰ Yes। Yes sir। ਇਹਦਾ ਮੈਥਮੈਟਿਕਲ ਹੁਣ ਮੈਂ ਤੁਹਾਨੂੰ ਮੈਂ ਉਹੀ ਆਈਡੀਆ ਦਿੰਦਾ ਦਿਮਾਗ ਵਿੱਚ ਉਹੀ ਆਪਾਂ ਸਮਝਦੇ ਹਾਂ ਕੀ ਹੁੰਦਾ ਆ ਹੁੰਦਾ ਕੀ ਹੈ ਤੁਸੀਂ ਧਿਆਨ ਨਾਲ ਦੇਖੋ ਬਸ ਇੱਕ ਰਫ ਆਈਡੀਆ ਜੇ ਲਵਾਂਗੇ ਆਪਾਂ ਮੰਨ ਲਓ ਆ ਹੈਗੀ ਆ ਧਰਤੀ ਤੇ ਇੱਕ ਆਬਜੈਕਟ ਹੈ ਇਸ ਆਬਜੈਕਟ ਨੂੰ ਤੁਸੀਂ ਇੱਥੋਂ ਇੱਕ ਵੈਲੋਸਿਟੀ v ਦੇ ਕੇ u ਦੇ ਕੇ ਮੰਨ ਲਓ ਛੱਡਿਆ ਉੱਪਰ ਨੂੰ ਜਦੋਂ ਇਹ ਬਾਡੀ ਉੱਪਰ ਜਾਂਦੀ ਹੈ ਤਾਂ ਇਹਦੇ ਉੱਪਰ ਐਕਸਲਰੇਸ਼ਨ ਐਕਟ ਕਰਦੀ ਹੈ ਇੱਕ ਜੀ ਹਨਾ Yes sir। ਬਾਡੀ ਉੱਪਰ ਨੂੰ ਜਾਂਦੀ ਹੈ ਤਾਂ ਇਹ ਬਾਡੀ ਦੇ ਉੱਪਰ ਵਰਕ ਡਨ ਹੋ ਰਿਹਾ ਹੁੰਦਾ ਅਗੇਂਸਟ ਗ੍ਰੈਵਿਟੀ ਉੱਪਰ ਜਾ ਕੇ ਇੱਕ ਇਸ ਤਰ੍ਹਾਂ ਦੀ ਸਟੇਜ ਆਉਂਦੀ ਹੈ ਜਦੋਂ ਬਾਡੀ ਦੀ ਵੈਲੋਸਿਟੀ ਕਿੰਨੀ ਹੋ ਜਾਂਦੀ ਹੈ 0। ਤੁਸੀਂ ਮੈਨੂੰ ਦੱਸੋ ਸਭ ਤੋਂ ਨੀਚੇ ਇਹਦੀ ਪੋਟੈਂਸ਼ੀਅਲ એનર્ਜੀ ਕਿੰਨੀ ਹੁੰਦੀ ਹੈ 0। ਤੇ ਇਹਦੀ ਕਾਈਨੈਟਿਕ એનર્ਜੀ ਕਿੰਨੀ ਹੁੰਦੀ ਹੈ half mu square। ਤਾਂ ਟੋਟਲ એનર્ਜੀ ਕਿੰਨੀ ਹੁੰਦੀ ਹੈ half mu square। ਕਿਉਂਕਿ ਪੋਟੈਂਸ਼ੀਅਲ ਤਾਂ ਹੁੰਦੀ ਨਹੀਂ Yes sir। ਤੇ ਜਦੋਂ ਇਹ ਬਾਡੀ ਉੱਪਰ ਪਹੁੰਚ ਜਾਂਦੀ ਹੈ ਸਭ ਤੋਂ ਟੌਪ ਤੇ ਤਾਂ ਉੱਥੇ ਇਹਦੀ ਕਾਈਨੈਟਿਕ એનર્ਜੀ ਕਿੰਨੀ ਹੁੰਦੀ ਹੈ 0। ਤੇ ਪੋਟੈਂਸ਼ੀਅਲ એનર્ਜੀ ਕਿੰਨੀ ਹੁੰਦੀ ਹੈ ਮੰਨ ਲਓ ਜੇ ਮੈਂ ਇਸ ਹਾਈਟ ਨੂੰ h ਕਹਾਂ mgh। ਟੋਟਲ એનર્ਜੀ ਕਿੰਨੀ ਹੁੰਦੀ ਹੈ mgh। ਤੇ ਇਸ ਕੇਸ ਦੇ ਵਿੱਚ ਦੱਸੋ ਕੋਈ ਹੋਰ ਅਦਰ ਫੋਰਸਿਸ ਐਕਟ ਕਰ ਰਹੇ ਨੇ ਜਦੋਂ ਉਹਨੂੰ ਜਸਟ ਤੁਸੀਂ ਪੁਸ਼ ਕਰਕੇ ਛੱਡਤਾ ਉਸ ਤੋਂ ਬਾਅਦ ਉਹਦਾ ਇੱਕ ਮੋਮੈਂਟ ਆ ਨਾ ਜਿਵੇਂ ਲੀਵ ਕੀਤਾ ਉਹਨੂੰ ਜਸਟ ਪੁਸ਼ ਕੀਤਾ ਛੱਡਤਾ ਉਸ ਤੋਂ ਬਾਅਦ ਉਹ ਆਬਜੈਕਟ ਪੂਰਾ ਮੋਸ਼ਨ ਕਿਹਦੇ ਅੰਡਰ ਕਰ ਰਿਹਾ ਕੌਣ ਐਕਟ ਕਰ ਰਿਹਾ ਸੀ ਉੱਤੇ ਸਿਰਫ ਗ੍ਰੈਵਿਟੀ ਸਪ੍ਰਿੰਗ ਵੀ ਨਹੀਂ ਸੀ ਸਿਰਫ ਗ੍ਰੈਵਿਟੀ ਸੋ ਕੋਈ ਗੱਲ ਨਹੀਂ ਸਪ੍ਰਿੰਗ ਹੁੰਦਾ ਤਾਂ ਵੀ ਉਹ ਕੰਜ਼ਰਵੇਟਿਵ ਹੀ ਹੈ ਕੋਈ ਪ੍ਰੋਬਲਮ ਨਹੀਂ ਸੀ ਪਰ ਜੇ ਗ੍ਰੈਵਿਟੀ ਦੇ ਅੰਡਰ ਐਕਟ ਕਰ ਰਿਹਾ ਤਾਂ ਇਹਦਾ ਮਤਲਬ ਉਸ ਆਬਜੈਕਟ ਦੀ ਟੋਟਲ એનર્ਜੀ ਹਮੇਸ਼ਾ ਕੀ ਰਹੇਗੀ कांस्टेंट पर इतने सानू अलग-अलग नहीं दिख रही उथे mgh दिख रही है इथे हाफ mu स्क्वायर दिख रही है ना है लग रहा ना तो ऐ करो ਤੁਸੀਂ ਇੱਥੇ ਨਾ ਇਹਨਾਂ 'ਚ ਸੰਬੰਧ ਤਾਂ ਦੇਖੋ ਕੀ ਹੈ ਕੀ ਪਤਾ ਲਿਖਣ 'ਚ ਹੀ ਫਰਕ ਆ ਰਿਹਾ ਹੋਵੇ ਸਿਰ ਜਿਵੇਂ h ਹਾਈਟ ਤੱਕ ਜਾਏਗਾ ਤੁਸੀਂ ਦੇਖ ਲਓ ਕਿੰਨੀ ਹਾਈਟ ਤੱਕ ਜਾਏਗਾ ਇਹਨੂੰ ਇਹਦੇ ਲਈ ਤੁਸੀਂ ਦੇਖ ਲਓ v ਸਕੁਅਰ ਮਾਈਨਸ यूज हाँ ठीक था सीगा v स्क्वायर माइनस u स्क्वायर बराबर है 2 गुणा माइनस g है ना h ते इस हिसाब नाल तुहाडा h कितना आया u square by 2g। इथे पुट
ਉਹ ਇੱਥੇ ਨਹੀਂ ਉੱਪਰ ਕਿੰਨਾ ਆ ਗਿਆ half mu square. ਉਨਾ ਹੀ ਆ ਗਿਆ ਨਾ Yes, sir. ਮਤਲਬ ਟੋਟਲ એનર્ਜੀ ਕਾਂਸਟੈਂਟ ਰਹਿੰਦੀ ਹੈ ਹੁੰਦਾ ਕੀ ਹੈ ਪੋਟੈਂਸ਼ੀਅਲ ਉੱਪਰ ਜਾਂਦੇ ਜਾਂਦੇ ਵੱਧਦੀ ਹੈ ਤੇ ਕਿਨੈਟਿਕ ਉੱਪਰ ਜਾਂਦੇ ਜਾਂਦੇ Cut the ਪਰ ਦੋਨਾਂ ਦਾ ਜੋੜ ਹਮੇਸ਼ਾ same. ਬਣਿਆ ਰਹਿੰਦਾ ਹੈ ਹਮੇਸ਼ਾ ਕਲੀਅਰ ਹੈ ਗੱਲ ਤੇ ਤੁਸੀਂ ਸਮਝ ਲੱਗੀ ਗੱਲ ਹੁਣ ਮੈਂ ਤੁਹਾਨੂੰ ਜੋ ਕਰਾਉਣ ਜਾ ਰਿਹਾ ਸਕੂਲ ਐਗਜ਼ਾਮ ਲਈ ਇੱਕ ਇੰਪੋਰਟੈਂਟ ਡੈਰੀਵੇਸ਼ਨ ਹੈ ਤੇ ਉਹ ਮੈਂ ਜਸਟ ਤੁਹਾਨੂੰ ਕਰਵਾਉਣ ਜਾ ਰਿਹਾ ਕਿ ਡੈਰੀਵੇਸ਼ਨ ਲਿਖਣ ਦਾ ਤਰੀਕਾ ਤੇ ਉਹਦੇ ਨਾਲ ਤੁਸੀਂ ਕਾਫੀ ਚੀਜ਼ਾਂ ਸਿੱਖ ਜਾਂਦੇ ਹੋ ਜਿਵੇਂ ਹੁਣ ਮੈਂ ਆਹੀ ਕੰਮ ਕਰ ਰਿਹਾ ਤਾਂ ਨਾਲ ਉਹ ਵੀ ਕਰਾਈ ਦਿੰਦਾ ਹਾਂ ਸਰ ਤੇ ਤੁਸੀਂ ਕਿਵੇਂ ਕਿਹਾ ਕਿ ਦੋਹੇ ਕਾਂਸਟੈਂਟ ਰਹਿਣਗੇ ਟੋਟਲ એનર્ਜੀ ਕਾਂਸਟੈਂਟ ਹੋਏਗੀ ਆਹ ਦੇਖੋ ਕਾਂਸਟੈਂਟ ਨਹੀਂ ਰਹੀ ਤੁਹਾਡੇ ਸਾਹਮਣੇ ਦੇਖੋ ਹਾਫ ਐਮ ਯੂਜ਼ ਕਰਿਆ ਵੀ ਹਾਫ ਐਮ ਯੂਜ਼ ਕਰ ਐ ਕੀਤਾ ਨਾ ਪਾ ਦੇਖ ਆ ਕੀਤੀ ਤਾਂ ਆ ਦੇਖ ਪਹਿਲਾ ਵਰਕ ਡਨ ਬਾਈ ਇੱਥੇ ਤੱਕ ਆਇਆ ਤੂੰ ਵਰਕ એનર્ਜੀ ਥਿਊਰਮ ਪਤਾ ਨਾ ਆਲ ਫੋਰਸਿਸ ਯੈਸ ਸਰ ਆਲ ਫੋਰਸਿਸ ਨੂੰ ਮੈਂ ਦੋ ਹਿੱਸਿਆਂ 'ਚ ਵੰਡਤਾ ਜਾਂ ਤਾਂ ਕੰਜ਼ਰਵੇਟਿਵ ਵਾਲੇ ਜਾਂ ਨਾਨ ਕੰਜ਼ਰਵੇਟਿਵ ਵਾਲੇ ਠੀਕ ਆ ਤੇ ਅਦਰ ਨੂੰ ਉਹਨੂੰ ਅਦਰ ਕਹਿਤਾ ਤੇ ਕੰਜ਼ਰਵੇਟਿਵ ਮਾਈਨਸ ਡੈਲਟਾ ਯੂ ਦੇ ਬਰਾਬਰ ਹੁੰਦਾ ਉਹਨੂੰ ਉਧਰ ਲੈ ਗਿਆ ठीक है फिर के एफ जमा यू एफ ਤੇ ਮਾਈਨਸ ਕੇ ਆਈ ਜਮਾ ਯੂ ਆਈ ਹੋ ਜਾਏਗਾ ਆ ਦੇਖ ਫਿਰ ਮੈਂ ਕਿਹਾ ਕੇ ਐਫ ਜਮਾ ਯੂ ਐਫ ਕੀ ਇਹ ਫਾਈਨਲ ਪੋਜੀਸ਼ਨ ਦੀ ਟੋਟਲ એનર્ਜੀ ਤਾਂ ਹੋਈ ਮਕੈਨੀਕਲ એનર્ਜੀ ਆ ਮਕੈਨੀਕਲ એનર્ਜੀ ਮਤਲਬ ਅਦਰ ਫੋਰਸਿਸ ਦਾ ਜਿਹੜਾ ਵਰਕ ਡਨ ਹੈ ਉਹ ਬਰਾਬਰ ਹੁੰਦਾ ਹੈ ਚੇਂਜ ਇਨ ਮਕੈਨੀਕਲ એનર્ਜੀ ਦੇ ਮਤਲਬ ਮਕੈਨੀਕਲ એનર્ਜੀ ਬਦਲਦੀ ਹੈ ਇਹ ਨਹੀਂ ਹੈਗਾ ਕਿ ਨਹੀਂ ਬਦਲਦੀ ਹੈ ਜ਼ਰੂਰ ਬਦਲਦੀ ਹੈ ਪਰ ਅਗਰ ਉਹਦੇ ਤੇ ਕੋਈ ਹੋਰ ਫੋਰਸ ਐਕਟ ਕਰ ਰਿਹਾ ਹੋਵੇ ਜਿਹੜਾ ਕਿ ਕੰਜ਼ਰਵੇਟਿਵ ਨਾ ਹੋਵੇ मतलब जो कंजर्वेटिव होगा तो सेम रहेगी हाँ फिर नहीं बदलूगी क्योंकि जो अदर फोर्सेस होंगे नहीं तो अदर फोर्सेस का वर्क डन जीरो हो गया EF माइनस EI जीरो हो गया EF इक्वल टू EI ठीक है सर ठीक है ਹੁਣ ਮੈਂ ਦੇਖ ਤੈਨੂੰ ਕਰਕੇ ਦਿਖਾਣਾ ਤੈਨੂੰ ਬੜਾ ਹੁਣ ਤੁਹਾਨੂੰ ਜ਼ਿਆਦਾ ਸੌਖਾ ਸਮਝ ਲੱਗੇਗਾ ਹੁਣ ਮੈਂ ਗੱਲ ਤਾਂ ਮੇਨ ਕਰ ਹੀ ਦਿੱਤੀ ਹੈ ਚਲੋ ਇਹ ਮੈਂ ਕਰਨ ਜਾ ਰਿਹਾ ਇੱਥੇ ਮੈਂ ਲਿਖ ਵੀ ਰਿਹਾ ਤੁਹਾਨੂੰ ਆ PDF ਭੇਜੂਗਾ ਅੱਜ ਵੀ ਸਕੂਲ ਐਗਜ਼ਾਮ ਲਈ ਆਏ ਡੈਰੀਵੇਸ਼ਨ ਜੀ ਠੀਕ ਹੈ ਤੇ ਆਪਾਂ ਇਹਨੂੰ ਐਵੇਂ ਹੈਡਿੰਗ ਮੈਂ ਦੇ ਦੇਣਾ ਕੁਝ ਵੀ ਕਹਿ ਦੇਣਾ ਕਿ ਜਾਂ ਕਹਿ ਦੇਣਾ ਮੈਂ ਕੰਜ਼ਰਵੇਸ਼ਨ ਆਫ ਮਕੈਨੀਕਲ એનર્ਜੀ ਇਨ ਕੇਸ ਆਫ ਗ੍ਰੈਵਿਟੀ ਠੀਕ ਹੈ ਜਾਂ ਫॉर ਫ੍ਰੀਲੀ ਫਾਲਿੰਗ ਬੋਡੀ ਕਈ ਵਾਰ ਉਹ ਕਹਿੰਦੇ ਨੇ ਫ੍ਰੀਲੀ ਫਾਲਿੰਗ ਬੋਡੀ ਕਹਿੰਦੇ ਨੇ ਜਾਂ ਪ੍ਰੂਵ ਦੈਟ ਮੈਂ ਕੁਐਸਚਨ ਲਿਖਦਾ ਨਾ ਸਿੱਧੇ ਪ੍ਰੂਵ ਦੈਟ mechanical energy is conserved for freely falling body या फिर prove that the mechanical energy is conserved for motion under gravity ठीक है जी गल इस तरह का कोई सवाल आ सकता है ਇਹਦਾ ਪ੍ਰੂਫ ਕਰਨਾ ਠੀਕ ਹੈ ਜੀ ਗੱਲ ਸੋ ਆਪਾਂ ਕੀ ਕਰੀਏ ਇਹਨੂੰ ਲਿਖਾਂਗੇ ਕਿਵੇਂ ਦੇਖੋ ਲਿਖਣ ਦਾ ਤਰੀਕਾ ਹੁਣ ਮੈਂ ਤੁਹਾਡੇ ਸਾਹਮਣੇ ਬਿਲਕੁਲ ਮੈਂ ਛੋਟੇ ਬੱਚਿਆਂ ਵਾਂਗੂ ਲਿਖ ਕੇ ਦਿਖਾਉਂਗਾ ਜਿਵੇਂ ਲਿਖਣਾ ਚਾਹੀਦਾ ਕੰਸੀਡਰ a body so consider ਕਰ ਲਈ ਆਪਾਂ ਕੁਝ ਚੀਜ਼ਾਂ of mass m that is just dropped from a height h and it falls under gravity to reach ground ठीक है जी गल ਆਪਾਂ ਕੀ ਕਰਦੇ ਆ ਆਪਾਂ ਇੱਥੇ ਬਣਾ ਲੈਂਦੇ ਆ ਕਿ ਮੰਨ ਲਓ ਆ ਆਬਜੈਕਟ ਹੈ ਇੱਥੇ m ਮਾਸ ਹੈ ਇੱਥੇ ਧਰਤੀ ਦਾ ਸਰਫੇਸ ਬਣਾ ਲਓ ਦੇਖੋ ਤੁਹਾਨੂੰ ਸਾਰਾ ਕੁਝ ਮੈਂ ਇਹਦੇ ਵਿੱਚ ਕਰਕੇ ਬਣਾ ਲੂੰਗਾ ਤਾਂ ਤੁਹਾਨੂੰ ਪਿਛਲੀਆਂ ਗੱਲਾਂ ਵੀ ਪਤਾ ਲੱਗ ਜਾਣਗੀਆਂ ਹੋਰ ਆ ਜਿਹੜਾ ਪੁਆਇੰਟ ਹੈ ਇਹ ਪੁਆਇੰਟ ਹੈਗਾ ਕਿੰਨੇ ਹਾਈਟ ਤੇ h ਹਾਈਟ ਤੇ
ਇਹ h ਹਾਈਟ ਤੇ ਜੀ, ਇਹ ਗਿਵਨ ਹੈ ਤੇ ਉਹਨੂੰ ਜਸਟ ਡ੍ਰੌਪ ਕੀਤਾ ਆ ਵੀ ਗਿਵਨ ਹੈ, ਠੀਕ ਹੈ। ਤੇ ਇਹਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਹੋਏਗੀ 0 ਮੰਨ ਲਓ। ਤੇ ਆ ਜਿਹੜਾ ਪੁਆਇੰਟ ਹੈ ਇਹ ਪੁਆਇੰਟ ਨੂੰ ਮੰਨ ਲੈਂਦੇ ਹਾਂ a ਹੈ, ਇਹ ਪੁਆਇੰਟ ਆ ਪੁਆਇੰਟ a ਹੈ। ਆ ਪੁਆਇੰਟ ਜਿੱਥੇ ਜਸਟ ਗਰਾਊਂਡ ਤੋਂ ਸਟ੍ਰਾਈਕ ਕਰੂਗਾ ਉਹ c ਹੈ। ਤੇ ਇਹਦੇ ਇਨ ਬਿਟਵੀਨ ਕੋਈ ਪੁਆਇੰਟ b ਮੰਨ ਲੈਂਦੇ ਆ ਰੈਂਡਮਲੀ, ਕੋਈ ਵੀ ਪੁਆਇੰਟ। ਤੇ b ਪੁਆਇੰਟ ਐ ਲੈ ਲਿਆ ਕਿ ਉਹਦਾ ਜਿਹੜਾ ਡਿਸਟੈਂਸ ਹੈ ਉੱਪਰੋਂ ਉਹ ਮੰਨ ਲਓ h ਹੈ, ਜਸਟ ਐਗਜ਼ਾਮਪਲ। ਤੇ ਆਪਾਂ ਫਾਈਂਡ ਕਰਨਾ ਹੈ ਕਿ ਆਪਾਂ ਕਿਨੈਟਿਕ ਜਿਹੜੀ ਮਕੈਨੀਕਲ એનર્ਜੀ ਕੰਜ਼ਰਵਡ ਰਹਿੰਦੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕੰਮ ਕਰਦੇ ਹਾਂ, ਐਟ ਪੁਆਇੰਟ a ਕਰਦੇ ਹਾਂ। ਪੇਪਰ 'ਚ ਵੀ ਤੁਸੀਂ ਐਂ ਕਰੋਗੇ, ਨੀਚੇ ਲਿਖੋਗੇ, ਵੈਸੇ ਤਾਂ ਮੈਂ ਇੱਥੇ ਬਣਾ ਰਿਹਾ ਸਾਈਡ ਤੇ ਐਟ ਪੁਆਇੰਟ a। ਦੱਸੋ ਵੀ ਐਟ ਪੁਆਇੰਟ a ਕਿਨੈਟਿਕ એનર્ਜੀ ਕਿੰਨੀ ਹੈ? 0 ਦੱਸੋ ਵੀ ਐਟ ਪੁਆਇੰਟ a ਪੋਟੈਂਸ਼ੀਅਲ એનર્ਜੀ ਕਿੰਨੀ ਹੈ? हाफ नहीं mgh ਤੇ देयरफॉर टोटल એનર્ਜੀ ਕਿੰਨੀ ਹੈ? mgh ਆ ਗਈ a ਪੁਆਇੰਟ ਦੇ ਉੱਪਰ, ਠੀਕ ਹੈ ਜੀ ਗੱਲ। yes sir ਹੁਣ ਆਪਾਂ ਕਰਦੇ ਹਾਂ b ਪੁਆਇੰਟ ਤੇ, ਮੈਂ ਨਾਲ ਨਾਲ ਡਾਇਗਰਾਮ ਬਣਾ ਦੂੰਗਾ। ਐਟ ਪੁਆਇੰਟ b ਇਥੋਂ ਆਬਜੈਕਟ ਨੂੰ ਛੱਡਿਆ ਸੀ, ਉਹ h ਡਿਸਟੈਂਸ ਕਵਰ ਕਰਕੇ ਇੱਥੇ ਤੱਕ ਆ ਚੁੱਕਿਆ। ਆ ਪੁਆਇੰਟ ਦੇ ਉੱਪਰ ਆ ਕੇ ਉਹਦੀ ਕੋਈ ਨਾ ਕੋਈ ਵੈਲੋਸਿਟੀ ਤਾਂ ਹੋਊਗੀ ਨਾ, v1 ਕਹਿ ਦਿੰਦੇ yes sir ਆ b ਪੁਆਇੰਟ ਤੇ ਉਹਦੀ ਹਾਈਟ ਕਿੰਨੀ ਹੋਗੀ ਗਰਾਊਂਡ ਤੋਂ? h minus h मतलब बड़ा h minus छोटा h। हाँ ठीक है। तो आ पॉइंट ਦੇ ਉੱਪਰ ਦੇਖਣੇ ਆਪਾਂ ਵੀ ਇਹਦੀ ਪੋਟੈਂਸ਼ੀਅਲ એનર્ਜੀ ਤੇ ਕਿਨੈਟਿਕ એનર્ਜੀ ਕਿੰਨੀ ਹੋਏਗੀ ਇਸ ਪੁਆਇੰਟ ਤੇ। ਉਹਦੇ ਲਈ ਕੀ ਹੈ, ਇਹਦੀ ਕਿਨੈਟਿਕ એનર્ਜੀ ਕਿੰਨੀ ਹੋਏਗੀ ਦੇਖੋ ਪਹਿਲਾਂ ਤਾਂ ਹਾਫ m v1 ਸਕੁਅਰ ਤੇ ਪੋਟੈਂਸ਼ੀਅਲ એનર્ਜੀ ਕਿੰਨੀ ਹੋਏਗੀ mg h minus h। बस। बट मैंने v1 पता करने का तरीका पता है तो मैं काइनेमेटिक यूज करूंगा इत्थे। काइनेमेटिक के हिसाब नाल एक बॉडी इनिशियल वेलोसिटी 0 है, फाइनल वेलोसिटी v1 है ना? yes sir a कितना है g ते हाइट कितना कवर किया डिस्टेंस h स्मॉल h, तो v1 स्क्वायर किसके बराबर आ गया? पुट कर दे थे कितना आ गया mgh देयरफॉर टोटल एनर्जी कितनी आएगी? आ गई yes sir ਤੇ ਜੇ ਮੈਂ ਐਟ ਪੁਆਇੰਟ C ਦੀ ਗੱਲ ਕਰਾਂ, C ਤੇ ਆਂਦੇ ਨੂੰ ਦੇਖੋ ਕੀ ਹੋਏਗਾ, ਉਹਦੀ C ਤੇ ਵੈਲੋਸਿਟੀ 0 ਨਹੀਂ ਹੋਏਗੀ, ਤੁਸੀਂ ਤੋਂ 0 C ਤੇ ਬਲਕਿ ਜਦੋਂ ਪਹੁੰਚੇਗਾ ਧੜਾਮ ਦੇ ਗਿਰੇਗਾ ਨੀਚੇ ਆ ਕੇ, ਉਸ ਟਾਈਮ ਉਹਦੇ ਵਿੱਚ ਕਿਨੈਟਿਕ એનર્ਜੀ ਹੋਏਗੀ ਇਸ ਪੁਆਇੰਟ ਤੇ ਜਸਟ ਇਹਨੇ ਉਹਨੂੰ ਸਟ੍ਰਾਈਕ ਕਰਨ ਤੋਂ ਜਸਟ ਪਹਿਲਾਂ ਉਹਦੀ ਵੈਲੋਸਿਟੀ ਹੋਏਗੀ ਕੋਈ ਨਾ ਕੋਈ v ਮੰਨ ਲਓ। ਤੇ ਉਹ ਵੈਲੋਸਿਟੀ ਕਿੰਨੀ ਹੋਏਗੀ ਫਿਰ ਉਹੀ ਕਰ ਲਓ, ਇੱਥੇ ਕੈਪੀਟਲ h ਆਏਗਾ ਹਨਾ। ਤਾਂ ਇਹਦੀ ਕਿਨੈਟਿਕ એનર્ਜੀ ਕਿੰਨੀ ਹੋਏਗੀ? mgh पोटेंशियल एनर्जी कितनी होएगी सी पॉइंट पे? 0 टोटल एनर्जी कितनी होएगी? mgh हर केस जो जी एनर्जी कितनी रह रही है, टोटल एनर्जी कितनी रह रही है? कांस्टेंट। ਹੁਣ ਇਸ ਗੱਲ ਨੂੰ ਤੁਸੀਂ ਹੋ ਗਿਆ ਜੀ, ਡੈਰੀਵੇਸ਼ਨ ਹੋ ਚੁੱਕਿਆ। ਮਤਲਬ ਕਹਿਣ ਦਾ ਭਾਵ ਮੈਂ ਜਾਊਲ ਵਿੱਚ ਸਿੱਧੀ ਸਿੱਧੀ ਗੱਲ ਕਰਾਂ, ਜੇ ਮੰਨ ਲਓ ਕੋਈ ਆਬਜੈਕਟ ਇੱਥੇ ਹੈ, ਉਹਦੀ ਪੋਟੈਂਸ਼ੀਅਲ એનર્ਜੀ ਮੰਨ ਲਓ 10 ਜਾਊਲ ਹੈ ਪੋਟੈਂਸ਼ੀਅਲ એનર્ਜੀ, ਠੀਕ ਹੈ, ਇਹ ਪੋਟੈਂਸ਼ੀਅਲ એનર્ਜੀ ਹੈ ਤੇ ਆ ਕਿਨੈਟਿਕ એનર્ਜੀ, ਕਿਨੈਟਿਕ 0 ਹੈ। ਤਾਂ ਜਿਵੇਂ ਜਿਵੇਂ ਆਬਜੈਕਟ ਗਿਰੇਗਾ ਨਾ, ਜਦੋਂ ਪੋਟੈਂਸ਼ੀਅਲ એનર્ਜੀ 0 ਹੋਏਗੀ ਇੱਥੇ 10 ਹੋ ਚੁੱਕੀ ਹੋਏਗੀ, ਜਦੋਂ 1 ਜਾਊਲ ਹੋਏਗੀ ਇਹ 9 ਹੋਏਗੀ, ਜਦੋਂ 2 ਜਾਊਲ ਹੋਏਗੀ ਇਹ 8 ਹੋਏਗੀ, ਜਾਂ ਇੱਥੋਂ 9 ਜਦੋਂ ਹੋ ਜਾਏਗੀ ਤਾਂ ਕਿਨੈਟਿਕ 1 ਹੋ ਜਾਏਗੀ, ਇਹ ਬॉडी ਸਪੀਡ ਫੜਨਾ ਫੜ ਚੁੱਕੀ ਹੈ। ਜਦੋਂ 8 ਜਾਊਲ ਹੋਏਗੀ ਹੋਰ ਨੀਚੇ ਆਏਗੀ, ਹੋਰ ਤੇਜ਼ ਹੋ ਚੁੱਕੀ ਹੋਏਗੀ 2 ਜਾਊਲ, ਤੇ 7 ਜਾਊਲ ਤੇ ਇਹਦੇ 3 ਜਾਊਲ ਐਂਡ ਸੋ ਔਨ ਚੱਲੇਗਾ। ਪਤਾ ਲੱਗੀ ਗੱਲ? ਟੋਟਲ ਜਿਹੜੇ ਮਰਜ਼ੀ ਸਟੇਟ ਤੇ ਦੇਖ ਲਓ ਕਿੰਨੀ ਹੋਏਗੀ 10 ਸੋ ਕਿਸੇ ਵੀ ਬੋਡੀ ਦਾ ਮੋਸ਼ਨ ਅਗਰ ਸਿਰਫ ਕੰਜ਼ਰਵੇਟਿਵ ਫੋਰਸਿਸ ਦੇ ਅੰਡਰ ਹੋਵੇ ਤਾਂ ਐ ਹੁੰਦਾ ਹੈ।
ਅਗਰ ਕੋਈ ਐਕਸਟਰਨਲ ਫੋਰਸਿਸ ਵੀ ਐਕਟ ਕਰ ਜਾਣ ਜਾਂ ਉਸ ਦੌਰਾਨ ਤਾਂ ਨਹੀਂ ਹੁੰਦਾ ਹੈ ਕੰਜ਼ਰਵਡ ਹੁੰਦਾ ਹੈ ਅਗਰ ਸਿਰਫ ਇਸ ਤਰ੍ਹਾਂ ਇਹ ਐਕਟ ਕਰ ਰਹੇ ਹੋ ਤਾਂ। ਠੀਕ ਹੈ ਜੀ ਗੱਲ। Yes, sir. Yes, sir. ਸੋ ਜੇ ਕੋਈ ਬੋਡੀ ਫਾਲ ਕਰ ਰਹੀ ਹੋਵੇ ਕਿਸੇ ਤੋਂ ਇੱਥੇ ਤੱਕ ਆਵੇ ਤਾਂ ਇਹਦੀ ਟੋਟਲ એનર્ਜੀ ਕਨਸਟੈਂਟ ਰਹੇਗੀ। Sir, ਜੇ friction ਨਹੀਂ ਹੈਗਾ ਤਾਂ ਹਾਂ ਜੇ ਜੇ smooth ਹੈ surface। ਹਾਂ ਜੇ ਤਾਂ ਸਿਰਫ ਗ੍ਰੈਵਿਟੀ ਦੇ ਅੰਡਰ ਗਿਰ ਰਿਹਾ ਯਾਨੀ weight ਦੇ ਅੰਡਰ ਚਾਹੇ ਉਹਦੇ ਕਿਸੇ ਕੰਪੋਨੈਂਟ ਦੇ ਅੰਡਰ ਹਨਾ ਫਿਰ Yes, sir. ਠੀਕ। ਪਰ ਅਗਰ ਫ੍ਰਿਕਸ਼ਨ ਹੋਏਗਾ ਤਾਂ ਫ੍ਰਿਕਸ਼ਨ ਇੱਕ ਅਦਰ ਫੋਰਸ ਹੈ ਨਾ ਕਿ ਕੰਜ਼ਰਵੇਟਿਵ। ਤਾਂ ਉਸ ਜਗ੍ਹਾ ਤੇ ਉਹਦੀ ਪੋਟੈਂਸ਼ੀਅਲ એનર્ਜੀ ਤੇ ਕਿਨੈਟਿਕ ਦਾ ਜੋੜ ਤੁਸੀਂ ਕਹੋਗੇ ਉੱਪਰ ਵੀ ਜਿੰਨਾ ਹੈ ਉਹਨੇ ਨੇਚਰ ਨਹੀਂ ਰਹੇਗਾ ਉਹਦਾ। ਇਹ ਪ੍ਰੋਬਲਮ ਰਹੇਗੀ ਫਿਰ। ਦੱਸੋ ਇੱਥੇ ਤੱਕ ਗੱਲ ਕਲੀਅਰ ਹੋਈ ਸਾਰਿਆਂ ਨੂੰ? Yes, sir. Yes, sir. ਤੇ ਹੁਣ ਇਹ ਕਰੋ ਇੱਕ ਕੁਐਸਚਨ ਕਰਦੇ ਹਾਂ ਆਪਾਂ। ਮੈਂ ਨਹੀਂ ਕੁਐਸਚਨ ਨਹੀਂ ਕਰਦੇ ਪਹਿਲਾਂ ਮੈਂ ਥੋੜਾ ਸਮ ਅਪ ਕਰ ਦਵਾਂ ਇੱਕ ਵਾਰ ਸਮ ਅਪ ਕਰ ਦਵਾਂ ਤਾਂ ਕਿ ਆਪਣਾ ਅੱਗੇ ਆਪਣਾ ਕੰਮ ਕਰ ਸਕੀਏ। ਸਰ ਇੱਕ ਵਾਰੀ ਲਾਸਟ ਪੇਜ ਖੋਲ ਦੋ। ਹਾਂਜੀ ਹਾਂਜੀ ਇੱਕ ਮਿੰਟ ਰੁਕ ਜਾਓ ਬਸ ਹਮ ਟੇਕ ਦਵਾਂ ਫਿਰ ਲਾਸਟ ਪੇਜ ਆ ਵਾਲਾ ਲਿਖ ਲਓ। ਇਹ ਵਧੀਆ ਤਰ੍ਹਾਂ ਉੱਥੇ ਐਕਸਪਲੇਨ ਕਰਨਾ ਆਉਣਾ ਚਾਹੀਦਾ ਤੁਹਾਨੂੰ। ਨਾਲ ਨਾਲ ਡਾਇਗਰਾਮ ਤਿੰਨੋਂ ਵਾਰ ਬਣਾ ਦਿਓ ਚਾਹੇ। सर इस तो पीछे वाला भी खोलिए 1 मिनट। ਇਸ ਤੋਂ ਪਿੱਛੇ ਵਾਲਾ ਵੀ ਆ ਵਾਲਾ ਇਹ ਤਾਂ ਮੈਂ ਇਹਦਾ हाँ जी सर बस हो गया। ਇਹਦਾ PDF ਅੱਜ ਤੁਹਾਡੇ ਕੋਲ ਆ ਜਾਊਗਾ। ਪਰ ਜੇ ਤੁਸੀਂ ਨਾਲ ਨਾਲ ਆਪਣੀ ਕਾਪੀਆਂ ਤੇ ਨਹੀਂ ਲਿਖੋਗੇ ਇਹ ਸਭ ਗੱਲਾਂ ਭੁੱਲ ਜਾਣੀਆਂ ਨੇ ਮੁੜ ਕੇ ਕਿਤਾਬਾਂ 'ਚ ਲੱਭਣਾ ਨਹੀਂ ਹੈ ਸੀਕੁਐਂਸ ਬਣਾਉਂਦੇ ਫਿਰੋਗੇ। ਤੇ ਇਸੇ ਲਈ ਮੈਂ ਤੁਹਾਨੂੰ ਕਹਿ ਰਿਹਾ ਨਾਲ ਦੀ ਨਾਲ ਕੰਮ ਕਰੋ। ਹੁਣ ਅਸਾਈਨਮੈਂਟਸ ਵੀ ਦੇਖੋ ਆਪਣੇ ਕੋਲ ਇੱਕ ਇੱਕ ਕਰਕੇ ਹੀ ਆਣੀਆਂ ਨੇ ਇੱਕ ਇੱਕ ਕਰਕੇ ਡਿਸਕਸ ਹੋਣੀਆਂ ਨੇ। ਕਹਿਣ ਦਾ ਭਾਵ ਇਹ ਹੈ ਵਰਕ ਪਰ એનર્ਜੀ ਬਹੁਤ ਚੰਗੀ ਤਰ੍ਹਾਂ ਡਿਸਕਸ ਹੋਣ ਦਾ ਮਤਲਬ ਹੈ ਕਿ ਤੁਸੀਂ ਪਿਛਲਾ ਫੋਰਸ ਫ੍ਰਿਕਸ਼ਨ ਉਹ ਸਾਰੀ ਚੀਜ਼ਾਂ ਦੇ ਬਾਰੇ ਵੀ ਬਹੁਤ ਕੁਝ ਤੁਹਾਡੇ ਨਵੇਂ ਆਈਡੀਆਜ਼ ਸਿੱਖ ਲਓਗੇ ਤੁਸੀਂ। हो गया जी? हाँ जी सर हो गया। और किसी ने लिखना कुछ करा के मैं वैसे मैं ਤੁਹਾਨੂੰ ਮੈਂ ਆ ਦੇ ਦੂੰਗਾ ਤੁਹਾਨੂੰ ਮੈਂ PDF ਤੁਹਾਡੇ ਤੱਕ ਪਹੁੰਚ ਜੇਗੀ ਅੱਜ ਟੈਨਸ਼ਨ ਨਾ ਲਓ। ਸੋ ਦੇਖੋ ਹੁਣ ਆਪਣੀ ਹੁਣ ਤੱਕ ਦੀ ਸਮਰੀ ਕੀ ਹੈ ਦੇਖੋ। ਹੁਣ ਤੱਕ ਦੀ ਸਮਰੀ ਇਹੀ ਹੈ ਕਿ ਕੋਈ ਵੀ ਆਬਜੈਕਟ ਜਿਹਦਾ ਮਾਸ m ਹੋਵੇ ਉਹਨੂੰ ਮੰਨ ਲਓ ਕਿਸੇ ਜਗ੍ਹਾ ਸਪ੍ਰਿੰਗ ਵੀ ਲੱਗਿਆ ਹੋਇਆ ਤੇ ਮੰਨ ਲਓ ਸਟ੍ਰੈਚਡ ਜਾਂ ਨਹੀਂ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਸਟੇਟ 'ਚ ਹੋ ਸਕਦਾ। ਮੰਨ ਲਓ ਕੋਈ ਵੀ ਫੋਰਸ ਉਹਨੂੰ F1 ਲੱਗ ਰਿਹਾ ਇੱਧਰ ਨੂੰ ਕੋਈ ਵੀ ਫੋਰਸ ਉਹਨੂੰ F2 ਲੱਗ ਰਿਹਾ ਇੱਧਰ ਨੂੰ ਕੁਝ ਵੀ ਹੋ ਸਕਦਾ ਨਾ। ਤੇ weight ਐਕਟ ਕਰ ਰਿਹਾ ਨੀਚੇ ਨੂੰ ਤੇ ਮੰਨ ਲਓ ਫ੍ਰਿਕਸ਼ਨ ਐਕਟ ਕਰ ਰਿਹਾ ਇੱਧਰ ਨੂੰ ਵੀ। ਹੁਣ ਜੇ ਸਪ੍ਰਿੰਗ ਇਹਨੂੰ ਇੱਧਰ ਨੂੰ ਖਿੱਚ ਰਿਹਾ ਵਾ ਤਾਂ ਫ੍ਰਿਕਸ਼ਨ ਇੱਧਰ ਨੂੰ ਹੋਊਗਾ। ਜੇ ਸਪ੍ਰਿੰਗ ਤੋਂ ਉਹਨੂੰ ਅੱਗੇ ਲਿਜਾਇਆ ਜਾ ਰਿਹਾ ਖਿੱਚ ਕੇ ਤਾਂ ਇਹੀ ਰੈੱਡ ਵਾਲਾ ਐਰੋ ਪਿੱਛੇ ਨੂੰ ਹੋ ਜਾਊਗਾ ਤੇ ਫਿਰ ਸਪ੍ਰਿੰਗ ਫੋਰਸ ਵੀ ਹੋਊਗਾ ਇੱਥੇ। ਸੋ ਇੱਥੇ ਕਿੰਨੇ ਫੋਰਸ ਨੇ ਐਕਟ ਕਰ ਰਹੇ ਨੇ 5 ਦਿਖ ਰਹੇ ਨੇ ਇੱਕ 6ਵਾਂ ਵੀ ਹੈਗਾ ਸਰ ਨਾਰਮਲ ਹੈ ਨਾ ਨਾਰਮਲ ਵੀ ਹੈਗਾ। Yes, sir. ਠੀਕ ਹੈ ਹੁਣ ਨਾਰਮਲ ਦਾ ਇਹ ਹੈ ਕਿ ਵਰਕ ਡਨ 0 ਹੁੰਦਾ ਤਾਂ ਇਸ ਲਈ ਆਪਾਂ ਚਲੋ ਆਪਾਂ ਨਹੀਂ ਉਹ 'ਚ ਜ਼ਿਆਦਾ ਉਹ 'ਚ ਜਾਂਦੇ ਪਰ ਆਮ ਜਨਰਲ ਗੱਲਾਂ ਕਰ ਰਹੇ ਹਾਂ। ਇਹਨੂੰ ਕੋਈ ਰਿਲੇਟ ਕਰਕੇ ਕੁਐਸਚਨ ਨਹੀਂ ਹੈਗਾ ਜਸਟ ਮੈਂ ਵੈਸੇ ਹੀ ਡਾਇਗਰਾਮ ਬਣਾਇਆ ਹੋਰ ਤੁਸੀਂ ਇਹਨੂੰ ਕਹੋ ਕਿ ਵੀ ਇਹ ਸਾਰਾ ਕੁਝ ਦੇਖਣ ਲੱਗ ਜਾਓ। ਮੈਂ ਜਸਟ ਸਮਝਾ ਰਿਹਾ ਕਿ ਇੱਕ ਆਬਜੈਕਟ ਤੇ ਕਿੰਨੇ ਮਰਜ਼ੀ ਫੋਰਸਿਸ ਐਕਟ ਕਰ ਰਹੇ ਹੁਣ। ਤਾਂ ਆਪਾਂ ਕੀ ਸਿੱਖਿਆ ਅਸੀਂ ਇਹ ਸਿੱਖਿਆ ਸਭ ਤੋਂ ਪਹਿਲਾਂ ਸਿੱਖਿਆ ਵਰਕ એનર્ਜੀ ਥਿਊਰਮ 'ਚ ਵਰਕ ਡਨ ਬਾਈ ਆਲ ਫੋਰਸਿਸ is equal to change in kinetic energy of the body and ਇੱਥੇ ਅਸੀਂ ਕੁਝ ਨਹੀਂ ਦੇਖਣਾ ਕਿ ਕੰਜ਼ਰਵੇਟਿਵ ਹੈ ਨਹੀਂ ਹੈ ਬਸ ਆਲ ਫੋਰਸਿਸ ਸਾਰੇ ਫੋਰਸਿਸ ਦਾ ਵਰਕ ਡਨ ਪਤਾ ਕਰ ਲਓ ਕੱਲੇ ਕੱਲੇ ਦਾ ਚਾਹੇ ਐਡ ਕਰ ਲਓ। ਠੀਕ ਹੈ ਗੱਲ। ਦੂਸਰਾ ਮੈਂ ਕੀਤਾ ਸੀ ਕਿ ਵਰਕ ਡਨ ਬਾਏ ਗ੍ਰੈਵਿਟੀ ਜੇ ਕੀਤਾ ਜਾਵੇ ਤਾਂ ਉਹ ਹੁੰਦਾ ਹੈ ਮਾਈਨਸ ਆਫ ਚੇਂਜ ਇਨ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ। ਤੇ ਤੀਸਰਾ ਆਪਾਂ ਕੀਤਾ ਸੀ ਕਿ ਜੇ ਵਰਕ ਡਨ ਬਾਏ ਸਪ੍ਰਿੰਗ ਫੋਰਸ ਕੀਤਾ ਜਾਵੇ
ਤਾਂ ਹੋਏਗਾ ਫਿਰ ਮਾਈਨਸ ਆਫ ਚੇਂਜ ਇਨ ਸਪ੍ਰਿੰਗ ਪੋਟੈਂਸ਼ੀਅਲ એનર્ਜੀ ਜਾਂ ਸਪ੍ਰਿੰਗ એનર્ਜੀ। ਸਪ੍ਰਿੰਗ એનર્ਜੀ ਮਤਲਬ ਸਪ੍ਰਿੰਗ ਪੋਟੈਂਸ਼ੀਅਲ એનર્ਜੀ ਹੁੰਦਾ, ਤੁਹਾਨੂੰ ਮੈਂ ਦੱਸੀ। ਹੁਣ ਕਿਉਂਕਿ ਦੇਖੋ ਆਬਜੈਕਟ ਨੇ ਮੋਸ਼ਨ 'ਚ ਵੀ ਆ ਜਾਣਾ, ਆਬਜੈਕਟ ਮੋਸ਼ਨ 'ਚ ਕਾਫੀ ਚੀਜ਼ਾਂ ਕਰਕੇ ਆ ਸਕਦਾ ਵਾ। ਜਿਵੇਂ ਆਬਜੈਕਟ ਨੂੰ ਤੁਸੀਂ ਉੱਪਰੋਂ ਜਦੋਂ ਬੁੱਕ ਨੂੰ ਛੱਡੋਗੇ ਤਾਂ ਬੁੱਕ ਆਪਣੇ ਆਪ ਨੀਚੇ ਗਿਰੇਗੀ, ਤਾਂ ਇੱਥੇ ਵੈਲੋਸਿਟੀ ਨਹੀਂ ਗੇਨ ਕਰ ਲਈ ਉਹਨੇ, ਤਾਂ ਇੱਥੇ ਬੁੱਕ 'ਚ ਕਿਹੜੀ ਆ ਗਈ એનર્ਜੀ? काइनेटिक एनर्जी। ਪਰ ਪੋਟੈਂਸ਼ੀਅਲ ਵੀ ਹੈਗੀ ਹੈ। ਮੈਂ ਇਕੱਲੇ ਪੋਟੈਂਸ਼ੀਅਲ ਦੀ ਗੱਲ ਕਰਦਾ, ਮੈਂ ਕਿਨੈਟਿਕ ਦੀ ਗੱਲ ਨਹੀਂ ਕਰਦਾ। ਜਦੋਂ ਮੈਂ ਗ੍ਰੈਵਿਟੀ ਬਾਰੇ ਗੱਲ ਕਰ ਰਿਹਾ, ਮੈਂ ਚੇਂਜ ਇਨ ਓਨਲੀ ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਕਹਿ ਰਿਹਾ, ਉੱਥੇ ਕਿਨੈਟਿਕ ਦੀ ਗੱਲ ਨਹੀਂ ਕਰ ਰਿਹਾ। ਕਿਨੈਟਿਕ ਵੀ ਬਾਡੀ 'ਚ ਆਉਂਦੀਆਂ ਨੇ, ਕਿਨੈਟਿਕ ਦੇ ਆਉਣ ਦੇ ਕਾਰਨ ਕੁਝ ਹੋਰ ਹੋ ਸਕਦੇ ਨੇ, ਮਤਲਬ ਕਿ ਉਹੀ ਪੋਟੈਂਸ਼ੀਅਲੀ ਕਨਵਰਟ ਹੁੰਦੀ ਹੈ ਕਈ ਵਾਰੀ, ਤੇ ਕਈ ਵਾਰ ਐਕਸਟਰਨਲ ਫੋਰਸ ਆਪਾਂ ਵੈਸੇ ਲਾਇਆ ਹੁੰਦਾ, ਕਿਸੇ ਹੋਰ ਦਿਸ਼ਾ 'ਚ ਲਾਇਆ ਹੁੰਦਾ, ਕੁਝ ਵੀ। ਤੇ ਚੌਥੀ ਗੱਲ ਕੀ ਹੈ? ਵਰਕ ਡਨ ਬਾਏ ਅਦਰ ਫੋਰਸਿਸ। ਜੇ ਮੈਂ ਗੱਲ ਕਰਾਂ, ਉਹ ਹੁੰਦਾ ਟੋਟਲ ਪੋਟੈਂਸ਼ੀਅਲ ਮਕੈਨੀਕਲ એનર્ਜੀ ਦਾ ਡਿਫਰੈਂਸ। ਇਹ ਗੱਲ ਅੱਜ ਕਰ ਲਈ ਆਪਾਂ, ਠੀਕ ਹੈ। ਐਂਡ ਇਹਦੇ ਨਾਲ ਇੱਕ ਨੋਟ ਕੀਤੀ ਆਪਾਂ, ਇਫ in some system only conservative forces are acting, ਤੇ ਤੁਹਾਡੇ ਲਈ ਮੈਂ ਕੀ ਕਹਿ ਸਕਦਾ, ਸੇ gravity and spring only, है ना? then Yes, sir. then ਕੀ ਹੁੰਦਾ? then there will be No change in total energy. ਹਾਂ, no change total energy, that is mechanical energy of the system is conserved या constant कह दो। इसीलिए तो कहते हैं कंजर्वेटिव फोर्सेस। ਹੁਣ ਪਤਾ ਲੱਗਿਆ ਕਿਉਂ ਕਹਿੰਦੇ ਕੰਜ਼ਰਵੇਟਿਵ? ਕਿਉਂਕਿ ਇਹ એનર્ਜੀ, ਟੋਟਲ એનર્ਜੀ ਨੂੰ ਕੰਜ਼ਰਵਡ ਰੱਖਦੇ ਨੇ। ਕੰਜ਼ਰਵਡ ਸ਼ਬਦ ਤੋਂ ਆ ਗਿਆ ਨਾ, ਤੇ ਤਾਂ ਹੀ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਵਾਲੇ Yes, sir. ਸਾਹਮਣੇ ਜਿਹੜਾ ਡੈਰੀਵੇਸ਼ਨ ਦਿਖਾਇਆ ਉਹ ਤਾਂ ਹੋਵੇ ਹੀ ਆ। ਇਹ ਕਿਤਾਬਾਂ ਚੋਂ ਆਪਣੇ ਉਹਨੇ ਆਪਣੇ ਐਨਸੀਈਆਰਟੀ ਪੇਪਰ ਉੱਪਰਾਂ ਲਈ ਇਹ ਸਭ ਗੱਲਾਂ ਐਵੇਂ ਤਿਆਰ ਕਰ ਲਿਓ। ਹੁਣ ਉਹਦੇ ਚ ਨਹੀਂ ਜਾਵਾਂਗਾ ਮੈਂ, ਤਾਂ ਤੁਹਾਨੂੰ ਵਰਕ ਪਰ એનર્ਜੀ ਦਾ ਸਾਰਾ ਕਨਸੈਪਟ ਇਦਾਂ ਦੱਸੂਗਾ, ਤੇ ਆਪਾਂ ਨੂਮੈਰੀਕਲ ਤੇ ਆਪਾਂ ਵਰਕਸ਼ੀਟ ਸੋਲਵ ਕਰਾਂਗੇ। ਇੱਕ ਦਾ ਕੁਐਸਚਨ ਤੁਹਾਨੂੰ ਕਰਾਉਣਾ ਮੈਂ, ਇੱਕ ਦਾ ਕੁਐਸਚਨ ਪਹਿਲਾਂ ਐ ਕਰ ਲਈ ਜਲਦੀ। ਚਲੋ ਕੁਐਸਚਨ ਦੇਖੋ, ਇਸ ਤੋਂ ਬਾਅਦ ਮੈਂ ਵਰਕਸ਼ੀਟ ਦੇ ਵੀ ਲੈ ਲੂੰਗਾ ਇੱਕ ਦੋ ਕੁਐਸਚਨ। ਦੇਖੋ, ਅ ਬਲੌਕ ਆਫ ਮਾਸ m is moving towards a spring, मतलब कि ऐ आ सिचुएशन देखो, कई बार ग्रेविटी एक्ट कर रही होंगी पर ਉਹਦਾ ਵਰਕ ਡਨ ਨਾ ਹੀ ਹੁੰਦਾ, ਕਈ ਵਾਰੀ ਨਾ ਉੱਪਰ ਨਹੀਂ ਜਾਂਦਾ, ਬਾਡੀ ਨੀਚੇ ਨਹੀਂ ਜਾ ਰਹੀ, ਫਿਰ ਗ੍ਰੈਵਿਟੀ ਨੂੰ ਵੀ ਇਗਨੋਰ ਕਰ ਦਿੱਤਾ ਜਾਂਦਾ। ਕਈ ਵਾਰੀ ਤੁਸੀਂ ਆਪ ਹੀ ਦੇਖ ਲਓਗੇ, ਹੌਲੀ ਹੌਲੀ ਸਮਝ ਲੱਗ ਜੂ ਤੁਹਾਨੂੰ ਗੱਲ। ਗ੍ਰੈਵਿਟੀ ਦਾ ਤਾਂ ਹੀ ਆਊਗਾ ਨਾ ਜੇ ਉੱਪਰ ਲੈ ਕੇ ਜਾਓ ਜਾਂ ਥੱਲੇ ਲੈ ਕੇ ਜਾਓ ਉਹਨੂੰ, ਉਹਦੀ ਹਾਈਟ ਦਾ ਘੱਟੇ ਵਧੇ। ਆ ਆਪਣਾ ਇੱਕ ਸਪ੍ਰਿੰਗ ਹੈ, ਆ ਇੱਥੇ ਤੱਕ, ਤੇ ਆ ਸਪ੍ਰਿੰਗ ਆਪਣੀ ਨੈਚੁਰਲ ਲੈਂਥ ਚ ਦੱਸਣ ਦੀ ਲੋੜ ਨਹੀਂ ਹੈ। ਉਹ ਬਸ ਵੈਸੇ ਸਪ੍ਰਿੰਗ ਪਿਆ ਹੋਇਆ, ਬੰਨਿਆ ਹੋਇਆ ਬਸ ਆਪਾਂ, ਪਰ ਉਹ ਨਾ ਖਿੱਚਿਆ ਨਾ ਕੁਝ ਆਪਾਂ ਕੰਪਰੈਸ ਕੀਤਾ, ਇਹ ਆਪਣੀ ਆਮ ਲੰਬਾਈ ਵਿੱਚ ਹੈ। ਠੀਕ ਹੈ ਜੀ ਗੱਲ। ਤੇ ਇੱਥੇ ਕੀ ਹੈ, ਇੱਕ ਬਲੌਕ ਹੈ, ਤੇ ਬਲੌਕ ਜਿਹੜਾ ਹੈ ਉਹ v0 ਵੈਲੋਸਿਟੀ ਨਾਲ ਇਹਦੇ ਵੱਲ ਵੱਧ ਰਿਹਾ, ਤੇ ਬਲੌਕ ਦਾ ਮਾਸ m ਹੈ, ਤੇ ਸਰਫੇਸ ਸਮੂਥ ਹੈ। सवाल है व्हाट इज द मैक्सिमम कंप्रेशन इन द स्प्रिंग? जवाब सो की करना, देखो तुसी आप सोच के देखो, स्मूथ हैगा
ਤਾਂ ਸਮੂਥ ਹੈਗਾ ਤਾਂ ਜਦੋਂ ਇਹ ਇੱਥੇ ਫ੍ਰਿਕਸ਼ਨ ਤਾਂ ਲੱਗਣਾ ਨਹੀਂ, ਤਾਂ ਬਲੌਕ ਜਦੋਂ ਇੱਥੋਂ ਆ ਕੇ ਜਸਟ ਇਹਨੂੰ ਟਕਰਾਏਗਾ ਇੱਥੇ ਤੱਕ ਵੀ, ਉਹਦੀ ਵੈਲੋਸਿਟੀ 'ਚ ਕੋਈ ਘਾਟਾ ਹੋਏਗਾ? No, sir. ਉਹ ਜਿੱਥੇ ਮਰਜ਼ੀ ਬਣਾਉਂਦਾ ਬਲੌਕ ਨੂੰ ਪਿੱਛੇ, ਜਾਂ ਆਹ ਦੂਰੀ ਵੀ ਤਾਂ ਹੀ ਨਹੀਂ ਦੱਸੀ ਆਪਾਂ। ਤੇ ਇਹ ਆਪਣਾ ਟਕਰਾਏਗਾ ਜਦੋਂ, ਤਾਂ ਇਹਦੀ ਵੈਲੋਸਿਟੀ ਹੋਏਗੀ v0। ਤੇ ਟਕਰਾਉਣ ਤੋਂ ਬਾਅਦ ਜਦੋਂ ਇਹ ਅੱਗੇ ਵਧੇਗਾ ਤਾਂ ਸਪਰਿੰਗ ਨੂੰ ਇਹ ਕੰਪਰੈਸ ਕਰੇਗਾ ਨਾ। Yes, sir. ਤੇ ਜਦੋਂ Yes, ਇਹ sir. ਸਪਰਿੰਗ ਨੂੰ ਕੰਪਰੈਸ ਕਰੇਗਾ ਤਾਂ ਸਪਰਿੰਗ ਦੇ ਵਿੱਚ ਜਿਹੜਾ ਰਿਸਟੋਰਿੰਗ ਫੋਰਸ ਡਿਵੈਲਪ ਹੋਏਗਾ ਉਹ ਲੈਫਟ ਨੂੰ ਡਿਵੈਲਪ ਹੋਏਗਾ ਕਿ ਰਾਈਟ ਨੂੰ ਹੋਏਗਾ? ਮੈਂ ਜਿਹਨੂੰ ਪੁੱਛੂਗਾ ਉਹ ਦੱਸੂਗਾ। ਸਲੋਨੀ ਤੁਸੀਂ ਦੱਸੋ। सलोनी है नहीं ऑनलाइन? हुसनजोत, हुसनजोत ये तो दिख रही है ऑनलाइन। सर की पूछा तुसी? पहला आवाज नहीं आ रही थी मेरी? सर नहीं, मैंने सुन नहीं रहा। अच्छा चलो कोई नहीं, बाद वीडियो पूरा देख लो, पर आज का बहुत इंपॉर्टेंट लेक्चर है, ठीक है ना? मैं ही कह रहा हूं, सुन रहे हो? हाँ जी सर। मैं कह रहा ਇਹ ਮਾਸ m ਸਮੂਥ ਸਰਫੇਸ ਤੇ ਇਹਨੂੰ ਮਾਰਿਆ ਇਧਰ ਨੂੰ ਨਾ ਭਗਾ ਕੇ ਆਪਾਂ, ਤੇ v0 ਵੈਲੋਸਿਟੀ ਨਾਲ ਆ ਰਿਹਾ ਸੀ, ਇੱਥੇ ਤੱਕ ਆਂਦੇ ਆਂਦੇ ਇਹ ਸਲੋ ਡਾਊਨ ਨਹੀਂ ਹੋਇਆ ਕਿਉਂਕਿ ਉਹ ਸਮੂਥ ਸਰਫੇਸ ਆ, ਫ੍ਰਿਕਸ਼ਨ ਨਹੀਂ ਲੱਗੀ। ਹੁਣ ਜਦੋਂ ਇਹਨੂੰ ਵੱਜੂਗਾ ਸਪਰਿੰਗ ਨੂੰ ਇਹਨੇ ਕੰਪਰੈਸ ਕਰ ਦੇਣਾ। ਜਦੋਂ ਸਪਰਿੰਗ ਨੂੰ ਕੰਪਰੈਸ ਕਰੂਗਾ ਤਾਂ ਸਪਰਿੰਗ ਇਸ ਮਾਸ m ਵਾਲੇ ਬਲੌਕ ਨੂੰ ਲੈਫਟ ਨੂੰ ਫੋਰਸ ਲਾਊਗਾ ਕਿ ਰਾਈਟ ਨੂੰ? सर राइट नु। ਰਾਈਟ ਨੂੰ ਲਾਊਗਾ ਸਪਰਿੰਗ। ਜਦੋਂ ਸਪਰਿੰਗ ਨੂੰ ਆਪਾਂ ਐ ਇਕੱਠਾ ਕਰਤਾ ਇੱਕੋ ਜਗ੍ਹਾ ਤੇ, ਤਾਂ ਸਪਰਿੰਗ 'ਚ ਜਿਹੜਾ ਫੋਰਸ ਆ ਉਹ ਰਾਈਟ ਨੂੰ ਡਿਵੈਲਪ ਹੋਊਗਾ ਕਿ ਸਪਰਿੰਗ ਜਿਹੜਾ ਫੋਰਸ ਲਾਊਗਾ? ਮੈਂ ਕਹਿ ਰਿਹਾ ਸਪਰਿੰਗ ਵੱਲੋਂ ਜਿਹੜਾ ਲੱਗੂਗਾ। सर स्प्रिंग लेफ्ट, सॉरी हाँ लेफ्ट सर, जेड़ा मास है वो अंदर नु लगूगा। हाँ हाँ नहीं तेरी गल ठीक बाहर है। नु। हाँ ਜਿਹੜਾ ਮਾਸ m ਹੈ ਤੂੰ ਉਹ ਸਮਝ ਗਈ ਸੀ ਨਾ, ਮਾਸ m ਸਪਰਿੰਗ ਨੂੰ ਰਾਈਟ ਨੂੰ ਲਾਊਗਾ, ਪਰ ਸਪਰਿੰਗ ਦੇ ਵਿੱਚ ਰਿਸਟੋਰਿੰਗ ਫੋਰਸ ਜਿਹੜਾ ਡਿਵੈਲਪ ਹੋਊਗਾ ਉਹ ਲੈਫਟ ਨੂੰ ਡਿਵੈਲਪ ਹੋਊਗਾ। ਉਹਦੇ ਕਰਕੇ ਜਿਹੜਾ ਬਲੌਕ ਆ ਉਹ ਸਲੋ ਡਾਊਨ ਹੋਊਗਾ ਕਿ ਨਹੀਂ सर हाँ जी ਹੋਊਗਾ, ਤੇ ਉਹ ਰੁਕ ਜੂਗਾ। ਅੱਛਾ ਹੁਣ ਮੈਨੂੰ ਦੱਸੋ ਇੱਥੇ ਕਿਹੜੇ ਕਿਹੜੇ ਫੋਰਸਸ ਐਕਟ ਕਰ ਰਹੇ ਨੇ ਇਸ ਬਲੌਕ ਦੇ ਉੱਪਰ? सर किवें भी कला ਇਸ ਬਲੌਕ हॉरिजॉन्टल ਜਦੋਂ ਇਹਨੂੰ ਟਕਰਾ ਗਿਆ, ਯਾਨੀ ਇਹਦੇ ਵਿੱਚ ਇਨ ਬਿਟਵੀਨ ਵਾਲਾ ਕਿਸੇ ਵੀ ਜਗ੍ਹਾ ਤੇ ਇੱਥੇ ਹੈਗਾ ਜਦੋਂ, ਤਾਂ ਇੱਥੇ ਕਿਹੜੇ ਕਿਹੜੇ ਫੋਰਸ ਐਕਟ ਕਰ ਰਹੇ ਨੇ? एक ता माइनस kx। ਸਭ ਤੋਂ ਪਹਿਲਾਂ ਤਾਂ ਗ੍ਰੈਵਿਟੀ ਐਕਟ ਕਰ ਰਹੀ ਹੈ, ਫਿਰ ਇਹ ਤੇ ਸਪਰਿੰਗ ਫੋਰਸ ਐਕਟ ਕਰ ਰਿਹਾ ਕਿ ਨਹੀਂ, ਫਿਰ ਇਹਦਾ ਨਾਰਮਲ ਰਿਐਕਸ਼ਨ ਵੀ ਐਕਟ ਕਰ ਰਿਹਾ ਕਿ ਨਹੀਂ? यस सर। ਤਾਂ ਇਹ ਸਾਰੇ ਫੋਰਸਸ ਐਕਟ ਕਰ ਰਹੇ ਨੇ। ਨਾਰਮਲ ਰਿਐਕਸ਼ਨ ਨੂੰ ਆਮ ਤੌਰ ਤੇ ਅਸੀਂ ਵੈਸੇ ਨੈਗਲੈਕਟ ਕਰ ਦਿੰਦੇ ਆ ਕਿਉਂਕਿ ਵਰਕ ਡਨ ਦੇ ਵਿੱਚ ਇਹਦਾ ਕੋਈ ਕਿੰਨਾ ਕੁ ਹੁੰਦਾ ਕੰਟਰੀਬਿਊਸ਼ਨ ਤਾਂ ਕੋਈ ਹੁੰਦਾ ਨਹੀਂ, ਹੈਨਾ? ਇਸ ਕੇਸ 'ਚ ਗ੍ਰੈਵਿਟੀ ਹੈ ਤੇ ਸਪਰਿੰਗ ਆ, ਗ੍ਰੈਵਿਟੀ ਦਾ ਵੀ ਕੋਈ ਕੰਟਰੀਬਿਊਸ਼ਨ ਨਹੀਂ ਹੋਣਾ ਇੱਥੇ, ਹੈਨਾ? ਸੋ ਇੱਕ ਹੀ ਐਕਟਿਵ ਫੋਰਸ ਰਹਿ ਗਿਆ, ਕਿਹੜਾ? ਸਪਰਿੰਗ। ਤੇ ਸਪਰਿੰਗ ਕੀ ਆ? ਕੰਜ਼ਰਵੇਟਿਵ, ਹੈਨਾ? यस सर। तो मान लो कि block आके जिथे रुकदा आ, जिथे ब्लॉक ने स्टॉप हो जाना, उथे स्प्रिंग विच यानी कितनी कंप्रेशन, मान लो स्प्रिंग च कंप्रेशन इथों x प्रोड्यूस होई आ, तो स्प्रिंग फोर्स कितना होगा? kx, है ना? ते जे स्प्रिंग नु x कंप्रेशन होई आ तो उदे करके ਉਹ ਚ पोटेंशियल एनर्जी भी आ जाएगी। कहने दा भाव है इथे क्योंकि इथे अपने को मैकेनिकल एनर्जी कंजर्व होगी कि नहीं, मैं आ पूछ रहा बस, होगी कि नहीं होगी? हिमानी सर होगी। होगी क्योंकि ਇਹਦੇ ਚ ਕੋਈ ਹੋਰ ਅਦਰ ਫੋਰਸਸ ਲੱਗ ਨਹੀਂ ਰਹੇ, ਜਿਹੜੇ ਲੱਗ ਰਹੇ ਆ ਨੈਚੁਰਲ ਨਾਰਮਲ ਇਹਨਾਂ ਦਾ ਵਰਕ ਡਨ ਕੋਈ ਹੋ ਨਹੀਂ ਰਿਹਾ, ਤਾਂ ਵਰਕ ਡਨ ਸਿਰਫ ਤੇ ਸਿਰਫ ਸਪਰਿੰਗ ਫੋਰਸ ਕਰਕੇ ਹੋ ਰਿਹਾ, ਤੇ ਇਸ ਲਈ ਕੰਜ਼ਰਵਡ ਹੋ ਗਿਆ। ਇਹ ਮਤਲਬ ਕਿ ਆਪਾਂ ਜੇ ਆਬਜੈਕਟ ਨੂੰ ਇੱਥੇ ਗੱਲ ਕਰੀ, ਜਦੋਂ v0 ਵੈਲੋਸਿਟੀ ਨਾਲ ਟਕਰਾਇਆ ਤਾਂ ਇਨੀਸ਼ੀਅਲੀ ਇਹਦੀ ਕਿਨੈਟਿਕ એનર્ਜੀ ਕਿੰਨੀ ਹੋਏਗੀ ਦੱਸੋ? ਤੇ ਇਸ ਜਗ੍ਹਾ ਤੇ ਪੋਟੈਂਸ਼ੀਅਲ એનર્ਜੀ ਕਿੰਨੀ ਹੋਗੀ? ਕਿਉਂਕਿ ਸਪਰਿੰਗ ਤਾਂ ਇੱਥੇ ਦੱਬਿਆ ਹੀ ਨਹੀਂ ਸੀ, ਤਾਂ ਪੋਟੈਂਸ਼ੀਅਲ એનર્ਜੀ ਕਿੰਨੀ ਹੋਗੀ? 0। ਤੇ ਜਦੋਂ ਉਹ ਆਬਜੈਕਟ ਰੁਕ ਜਾਏਗਾ ਤਾਂ ਉੱਥੇ ਫਿਰ ਇਹਦੀ ਕਿਨੈਟਿਕ એનર્ਜੀ ਕਿੰਨੀ ਹੋਏਗੀ? 0। ਤੇ ਪੋਟੈਂਸ਼ੀਅਲ એનર્ਜੀ ਕਿੰਨੀ ਹੋਏਗੀ? ਹੁਣੇ ਦੱਸਿਆ ਅੱਜ ਹੀ ਕਰਾਇਆ ਆਪਾਂ, हाफ के x के। ਠੀਕ ਹੈ? ਕਿ x ਮੈਕਸਿਮਮ ਕਹਿ ਦੋ ਤੁਸੀਂ, ਮੈਕਸਿਮਮ ਕਿੰਨਾ ਕੁ ਕੰਪਰੈਸ਼ਨ ਉਹ ਚ ਪੈਦਾ ਹੋਏਗਾ, ਮਲਾਵਾ ਦੇਖ ਲਿਆ ਵਿੱਚ, ਉਸ ਤੋਂ ਬਾਅਦ ਰੁਕੀ ਜਾਣਾ ਉਹਨੇ। ਤਾਂ ਹੁਣ ਇੱਥੋਂ ਆਪਾਂ ਨੂੰ ਪਤਾ ਹਾਫ ਨਾ ਹਾਫ x ਮੈਕਸਿਮਮ ਕਿਹਦੇ ਬਰਾਬਰ ਆਇਆ?
ਇਹਦੇ ਬਰਾਬਰ ਆ ਗਿਆ। ਦੇਖੋ ਕਲੀਅਰ ਹੋਈ ਗੱਲ? ਸਰ ਹਾਂਜੀ ਸਰ ਆਪਾਂ ਉਹ ਫੋਰਸ ਕਿਉਂ ਲਿਆ ਜਿਹੜਾ ਬਲੌਕ ਲਗਾ ਰਿਹਾ ਸਪ੍ਰਿੰਗ ਤੇ? ਆਪਾਂ ਸਿਰਫ ਸਪ੍ਰਿੰਗ ਵਾਲਾ ਫੋਰਸ ਕਿਉਂ ਲਿਆ? ਕਿਉਂਕਿ ਆਪਾਂ ਬਲੌਕ ਦੀ ਗੱਲ ਕਰ ਰਹੇ ਹਾਂ ਨਾ, ਬਲੌਕ ਦੀ એનર્ਜੀ ਦੀ ਗੱਲ ਕਰ ਰਹੇ ਹਾਂ, ਓਕੇ ਸਰ। ਠੀਕ ਹੈ ਨਾ। ਬਲੌਕ ਦੀ એનર્ਜੀ ਗੱਲ ਕਰ ਰਹੇ ਹਾਂ, ਬਲੌਕ ਤੇ ਵਰਕ ਡਨ ਹੋ ਰਿਹਾ ਵਾ, ਬਲੌਕ ਜਾ ਰਿਹਾ ਵਾ ਉਧਰ ਨੂੰ, ਸਭ ਕੁਝ ਤਾਂ ਬਲੌਕ ਤੇ ਆ। ਸਪ੍ਰਿੰਗ ਤਾਂ ਮਾਸਲੈਸ ਆ, ਜਿਹੜੀ ਚੀਜ਼ ਮਾਸਲੈਸ ਆ ਉਹਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ। ਹਾਂਜੀ ਪਿਊਸ਼। ਸਰ ਨਾਰਮਲ ਕੰਜ਼ਰਵੇਟਿਵ ਫੋਰਸ ਹੈ। ਨਾਰਮਲ ਕੰਜ਼ਰਵੇਟਿਵ ਫੋਰਸ ਨਹੀਂ ਹੈਗਾ, ਪਰ ਨਾਰਮਲ ਵਰਕ ਡਨ ਨਹੀਂ ਕਰ ਰਹੇ ਨਾ ਇੱਥੇ। ਵਰਕ ਡਨ ਬਾਈ ਅਦਰ ਫੋਰਸਿਸ ਜ਼ੀਰੋ ਆ, ਮਤਲਬ ਨਾਰਮਲ ਵਰਕ ਡਨ ਕਿਵੇਂ ਕਰ ਸਕਦਾ? ਦੇਖੋ ਪਰਪੈਂਡੀਕੂਲਰ ਨਹੀਂ ਲੱਗ ਰਿਹਾ ਉਹ ਡਿਸਪਲੇਸਮੈਂਟ ਤੋਂ। ਬਸ ਛੱਡ ਦੋ ਫਿਰ, ਚਾਹੇ ਹੋਵੇ ਨਾ ਹੋਵੇ। ਹੁਣ mg ਨੂੰ ਵੀ ਛੱਡ ਹੀ ਦਿੱਤਾ ਮੈਂ, mg ਕੰਜ਼ਰਵੇਟਿਵ ਆ ਤੇ ਨਾਰਮਲ ਕੰਜ਼ਰਵੇਟਿਵ ਨਹੀਂ ਆ, ਪਰ ਮੈਂ ਦੋਨਾਂ ਨੂੰ ਛੱਡਤਾ ਕਿਉਂਕਿ ਦੋਨਾਂ ਦਾ ਵਰਕ ਡਨ ਜ਼ੀਰੋ ਹੈ। ਛੱਡੋ ਫਿਰ, ਜਿਹੜਾ ਵਰਕ ਡਨ ਕਰ ਹੀ ਨਹੀਂ ਰਿਹਾ ਉਹਨੂੰ ਕਿਉਂ ਟੈਨਸ਼ਨ ਲੈਣੀ ਉਹਦੀ? ਯੈਸ ਸਰ। ਤੇ ਜਦੋਂ ਮੈਕੈਨੀਕਲ એનર્ਜੀ ਕੰਜ਼ਰਵਡ ਹੁੰਦੀ ਆ, ਜਿਵੇਂ ਹਿਮਾਨੀ ਨੇ ਹੁਣ ਕਿਹਾ ਕਿ ਹਾਂ ਹੈ, ਤਾਂ ਉਹਦੀ ਬੇਸਿਕਲੀ ਹੁੰਦਾ ਕੀ ਹੈ? ਤੁਸੀਂ ਇਹਨੂੰ ਐਵੇਂ ਹੀ ਕਰ ਸਕਦੇ ਹੋ ਕਿ ਜਿਹੜਾ ਲਾਸ ਆਫ એનર્ਜੀ ਬਰਾਬਰ ਹੁੰਦਾ ਗੇਨ ਇਨ એનર્ਜੀ। ਮਤਲਬ ਜਿੰਨੀ ਹੁਣ ਕਿਹੜੀ ਇਹੋ, ਜੇ ਆ ਪੋਟੈਂਸ਼ੀਅਲ ਹੈ ਤਾਂ ਕਿਨੈਟਿਕ ਹੈ, ਜੇ ਆ ਕਿਨੈਟਿਕ ਹੈ ਤਾਂ ਇਹ ਪੋਟੈਂਸ਼ੀਅਲ ਹੈ। ਮਤਲਬ ਜੇ ਇੱਕ એનર્ਜੀ ਘਟੂਗੀ ਦੂਜੀ ਵਧੂਗੀ। ਤਾਂ ਇੱਥੇ ਕਿਨੈਟਿਕ એનર્ਜੀ ਦੇਖੋ ਕਿੰਨਾ ਲਾਸ ਹੋਇਆ, ਲਾਸ ਆਫ ਕਿਨੈਟਿਕ એનર્ਜੀ ਕਿੰਨਾ ਆਇਆ ਇੱਥੇ? ਹਾਫ mv0 ਕਿਉਂਕਿ ਬਾਕੀ ਤਾਂ ਜ਼ੀਰੋ ਸੀ, ਬਾਅਦ ਚ ਜ਼ੀਰੋ -0 ਕਰ ਦੋ ਤੇ ਲਾਸ ਆਫ ਕਿਨੈਟਿਕ એનર્ਜੀ ਆ ਗਿਆ। ਤੇ ਗੇਨ ਇਨ ਪੋਟੈਂਸ਼ੀਅਲ એનર્ਜੀ ਕਿੰਨਾ ਆਇਆ? ਗੇਨ ਮਤਲਬ ਜਿੰਨਾ ਵੱਧ ਗਈ, ਕਿੰਨੀ ਵੱਧ ਗਈ? ਹਾਫ kx ਦੀ ਵੱਧ ਗਈ, ਕਿਉਂਕਿ ਦੂਜੇ ਪਾਸੇ ਤਾਂ ਜ਼ੀਰੋ ਹੀ ਸੀ। ਯੈਸ ਸਰ। ਆਪਣਾ ਜਵਾਬ ਸੇਮ ਹੀ ਆਊਗਾ। ਯੈਸ ਸਰ। ਜਸਟ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਜਿਹੜੀ ਆਪਾਂ ਚੀਜ਼ਾਂ ਨੇ ਨਾ, ਜਿਹੜੀਆਂ ਆਪਾਂ ਕੀਤੀਆਂ ਨੇ, ਆਹ ਵਾਲੀਆਂ ਚੀਜ਼ਾਂ, ਆਹ ਵਾਲਾ ਜਿਹੜਾ ਐਕਸਪ੍ਰੈਸ਼ਨ, ਆਹ ਪੇਜ ਨੂੰ ਭਾਵੇਂ ਸਕਰੀਨਸ਼ਾਟ ਲੈ ਲਓ ਹੁਣੀ, ਬਾਅਦ ਚ ਭਾਵੇਂ ਆਪਣੇ ਨੋਟਸ ਸਜਾ ਕੇ ਲਿਖ ਲਿਓ ਇਹਨੂੰ। ਇਹ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਨਿਊਮੈਰੀਕਲ ਸੋਲਵ ਹੋਣਗੇ ਵਧੀਆ ਤਰ੍ਹਾਂ, ਠੀਕ ਹੈ। ਕੁਝ ਹੋਰ ਥੋੜੇ ਜਿਹੇ ਕੁਐਸਚਨ ਹੈਗੇ ਨੇ ਜਿਹਦੇ ਨਾਲ ਹੋਰ ਚੀਜ਼ਾਂ ਰਿਲੇਟ ਹੋਣਗੀਆਂ, ਉਹ ਕੁਐਸਚਨ ਮੈਂ ਤੁਹਾਨੂੰ ਅਗਲੇ ਵਿੱਚ ਕਰਵਾ ਦੂੰਗਾ। ਪਰ ਕੁਝ ਕੁਐਸਚਨ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਕਰਵਾ ਦਿੰਦਾ ਵਾਂ, ਜਿਹੜੇ ਆਪਣੇ ਇਹਦੇ ਰਿਲੇਟਡ ਨੇ। ਇੱਕ ਮਿੰਟ, ਅਸਾਈਨਮੈਂਟ ਹੁਣੇ ਟਰਾਈ ਤਾਂ ਨਹੀਂ ਕੀਤੀ ਸੀ ਤੁਸੀਂ? नो सर। ਸੋ ਉਹੀ ਉਦੋਂ ਤੁਹਾਨੂੰ ਇਹਦੀ ਲੋੜ ਸੀ ਨਾ ਚੀਜ਼ਾਂ ਦੀ, ਉਹ ਹੁਣ ਵੀ ਹੋਣਾ ਕਰਨੀ ਵੀ ਤੁਹਾਨੂੰ ਹੁਣ ਚਾਹੀਦੀ ਹੈ, ਮੈਂ ਨਾ ਕੀ ਪਹਿਲਾਂ ਕਰਨੀ ਸੀ, ਉਹਦਾ ਮੈਂ ਭੇਜ ਦਿੱਤੀ ਸੀ ਤੁਹਾਨੂੰ ਬਸ ਕੱਲ। ਚਲੋ ਆਹ ਕੁਐਸਚਨ ਦੇਖੋ, ਪਹਿਲਾ ਕੁਐਸਚਨ ਇਹਦਾ ਕਰਦੇ ਹਾਂ ਪਹਿਲਾਂ, ਤੁਹਾਨੂੰ ਥੋੜਾ ਆਈਡੀਆ ਹੋ ਜਾਊਗਾ ਚੀਜ਼ਾਂ ਨੂੰ ਸੋਚਣ ਦਾ, ਨਹੀਂ ਤਾਂ ਤੁਸੀਂ ਉਹ ਕਰਿਓ। ਇਹ ਹੈਗਾ ਆ ਪ੍ਰੋਜੈਕਟਾਈਲ is fired from top of योगेश, तू हैगा ना प्रेजेंट? हाँ जी सर। सुन रहे हो ना सारा लेक्चर? नेटवर्क ठीक है तेरा? हाँ जी हाँ जी। अच्छा समझ आ गया सारा? हाँ जी सर, हले रिवीजन दे लोड टू। हाँ हाँ रिवीजन करके ही, ऑब्वियसली एक बार नहीं होता, रिवीजन करके फिर ही ट्राई करी, पहले ही ना असाइनमेंट लेके बैठी, ठीक है? ठीक है सर। With an initial speed of 50 meter per second at an unknown angle, find its speed when it hits the ground. ਹੁਣ ਦੇਖੋ ਇਹ 40 ਮੀਟਰ ਹਾਈ ਕਲਿਫ ਹੈ ਇੱਕ, ਉਥੋਂ ਆਬਜੈਕਟ ਨੂੰ ਅਨਨੋਨ ਐਂਗਲ ਤੇ ਜਿਵੇਂ ਮਰਜ਼ੀ, ਜਿਹੜੇ ਮਰਜ਼ੀ ਐਂਗਲ ਤੇ, ਉਹ ਕਹਿੰਦੇ ਐਂਗਲ ਵੀ ਨਹੀਂ ਦੱਸਿਆ, ਉਹ ਕਹਿੰਦੇ ਨਾ ਲੋਡ ਹੈ ਇਹਦੀ, ਇੱਥੇ ਲੋਡ ਕਿਉਂ ਨਹੀਂ ਦੇਖਦੇ ਆਪਾਂ, 50 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਦੇ ਕੇ ਤੈਨੂੰ ਛੱਡਤਾ। ਇੱਥੇ ਦੇਖੋ ਕਿਨੈਟਿਕ એનર્ਜੀ, એનર્ਜੀ ਇੱਕ ਸਕੇਲਰ ਕੁਆਂਟੀਟੀ ਹੁੰਦੀ ਹੈ, ਉਹਦਾ ਐਂਗਲ ਨਾਲ ਕੋਈ ਲੈਣਾ ਦੇਣਾ ਨਹੀਂ,
50 ਮੀਟਰ ਪਰ ਸੈਕਿੰਡ ਨਾਲ ਚਾਹੇ ਇੱਧਰ ਨੂੰ ਕਰੋ ਚਾਹੇ ਇੱਧਰ ਨੂੰ ਕਰੋ, ਉਹਦੀ ਕਿਨੈਟਿਕ એનર્ਜੀ ਤਾਂ ਉਨੀ ਹੀ ਰਹਿਣੀ ਹੈ, ਹਾਫ mv², ਠੀਕ ਹੈ। ਤੇ ਆਬਜੈਕਟ ਦਾ ਮਾਸ ਕਿੰਨਾ ਗਿਵਨ ਹੈ? ਮਾਸ ਗਿਵਨ given नहीं m ਲੈ ਲਓ, ਬਸ ਬਾਅਦ ਚ ਆਪਣੇ ਆਪ ਦੇਖ ਲਓ, ਹੈਂਡਲ ਹੋ। ਇੱਥੋਂ ਛੱਡਿਆ ਮੰਨ ਲਓ ਐ ਜਾ ਕੇ ਭਾਵੇਂ ਐ ਗਿਰੇ, ਹੈ ਨਾ, ਉੱਪਰ ਜਾ ਕੇ ਪਹਿਲਾਂ ਥੋੜਾ ਜਿਹਾ ਜਾ ਕੇ ਐ ਗਿਰੇਗਾ ਮੰਨ ਲਓ, ਤਾਂ ਜਿਹੜੇ ਵੈਲੋਸਿਟੀ ਦਾ ਸਟ੍ਰਾਈਕ ਕਰੇਗਾ ਇੱਥੇ, ਉਹ ਵੈਲੋਸਿਟੀ ਪਤਾ ਕਰਨੀ ਹੈ ਮੰਨ ਲਓ v, ਠੀਕ ਹੈ ਜੀ ਗੱਲ। ਹੁਣ ਇੱਥੇ ਤੁਸੀਂ ਦੱਸੋ ਜਦੋਂ ਆਬਜੈਕਟ ਨੂੰ ਉੱਪਰ ਨੀਚੇ ਸਿੱਟਿਆ ਤਾਂ ਤੁਸੀਂ ਦੱਸੋ ਆਬਜੈਕਟ ਤੇ ਲੱਗਣ ਵਾਲੇ ਫੋਰਸਿਸ ਕਿਹੜੇ ਕਿਹੜੇ ਨੇ? ਮੈਨੂੰ ਤੁਸੀਂ ਸਿਰਫ ਇਹ ਸੋਚੋ ਕਿ ਆਬਜੈਕਟ ਨੂੰ ਲੱਗਣ ਵਾਲੇ ਫੋਰਸਿਸ ਕਿਹੜੇ ਕਿਹੜੇ ਨੇ, ਤੇ ਉਹੀ ਮੈਂ ਸਿਰਫ ਐਨਕਾਊਂਟਰ ਕਰਨੇ ਨੇ, ਦੱਸੋ ਬਈ। gravity ਸਿਰਫ ਗ੍ਰੈਵਿਟੀ ਅੰਡਰ ਚੱਲ ਰਿਹਾ, ਹੋਰ ਕੁਝ ਨਹੀਂ ਹੈਗਾ, ਤਾਂ ਹੀ ਤੁਹਾਨੂੰ ਪ੍ਰੋਜੈਕਟਾਈਲ ਕਹਿ ਰਹੇ ਆ। yes sir ਜਦੋਂ ਸਿਰਫ ਗ੍ਰੈਵਿਟੀ ਅੰਡਰ ਚੱਲ ਰਿਹਾ ਤਾਂ ਇਹਦਾ ਮਤਲਬ ਉਹਦੀ ਜਿਹੜੀ ਮਕੈਨੀਕਲ એનર્ਜੀ ਆ ਉਹ ਕੀ ਹੋਏਗੀ? conserved constant ਮਕੈਨੀਕਲ એનર્ਜੀ ਕੰਜ਼ਰਵਡ। ਸੋ ਇਹਦਾ ਮਤਲਬ ਕਿ ਜੇ ਮੈਂ ਇਸ ਪੁਆਇੰਟ ਤੇ ਗੱਲ ਕਰਾਂ, ਉੱਪਰਲੇ ਪੁਆਇੰਟ ਤੇ, ਤਾਂ ਇਸ ਪੁਆਇੰਟ ਤੇ ਇਹਦੀ ਜਿਹੜੀ ਕਿਨੈਟਿਕ એનર્ਜੀ ਹੋਏਗੀ ਐਟ ਪੁਆਇੰਟ A ਕਹਿ ਲਓ, ਇਹਨੂੰ ਪੁਆਇੰਟ B ਕਹਿ ਲਓ, ਤਾਂ kinetic energy at point A plus potential energy at point A बराबर होगी kinetic energy at point B plus potential energy at point B, है ना? yes sir तो kinetic energy at point A कितनी आएगी? हाफ m 50 का स्क्वायर, बस। yes sir तो ये आएगी m g ਦੀ ਵੈਲਿਊ 10 ਲੈ ਲਿਓ ਵੀ, ਚਲੋ ਬਾਅਦ ਚ ਲੈ ਲਿਓ। ਕੀ ਆਏਗਾ h ਕਿੰਨਾ 40 ਮੀਟਰ। 40 yes sir kinetic energy at point B कितनी होगी? हाफ m v², पोटेंशियल एनर्जी क्या आएगी? 0। तो इसीलिए m ने देता सी m छाड़ दो, 5 5 25 2500 बटा 2 1250 जमा 10 चौका 40 400 बराबर है 1 बटा 2 v², है ना? कितना ये यार होगा 12 ते 4 16 1650 ते 3300 825 ये कर लियो आंसर। तो देखो तुसी ध्यान रखना है बस कि कंजर्वेटिव अगर है फोर्सेस सिर्फ मैकेनिकल एनर्जी कंजर्व्ड, एनर्जी ऊपरली लिखो निचली लिखो, इक्वेट करो, गल खत्म। रस्ता रुस्ता मैटर नहीं करता, किवें सिटी सी मैटर नहीं करता, किन्ने एंगल सिटी सी मैटर नहीं करता। तो ਇਹਦੇ ਨਾਲ ਕੰਮ ਸੌਖਾ ਹੁੰਦਾ, ਸਗੋਂ ਔਖਾ ਨਹੀਂ ਹੁੰਦਾ। ਵਰਕ ਪਰ એનર્ਜੀ ਨੇ ਆਪਾਂ ਨੂੰ ਬਹੁਤ ਸਾਰੇ ਇਦਾਂ ਦੀ ਚੀਜ਼ਾਂ ਸਿਖਾ ਦੇਣੀਆਂ ਨੇ ਕਿ ਔਖੇ ਔਖੇ ਸਵਾਲ ਆਪਾਂ ਬਹੁਤ ਸੌਖੇ ਸੌਖੇ ਤਰੀਕੇ ਨਾਲ ਕਰ ਪਾਵਾਂਗੇ। ਗੱਲ ਕਲੀਅਰ ਹੈ ਸਭ ਨੂੰ? yes sir ਥੋੜਾ ਬਹੁਤਾ ਤੁਹਾਨੂੰ ਸੋਚਣ ਦਾ ਤਰੀਕਾ ਪਤਾ ਲੱਗ ਗਿਆ, ਥੋੜਾ ਬਹੁਤਾ ਹੋਰ ਪਤਾ ਲੱਗ ਜਾਏਗਾ ਜਦੋਂ ਆਪ ਵਰਕਸ਼ੀਟ ਕਰ ਲਾਂਗੇ। ਤਾਂ ਤੁਸੀਂ ਤੀਸਰੀ ਵਰਕਸ਼ੀਟ ਲਈ ਤਾਂ ਤੁਸੀਂ ਕਾਫੀ ਪ੍ਰੀਪੇਅਰਡ ਹੋ ਜਾਓਗੇ, ਕਿਉਂਕਿ ਤੁਹਾਨੂੰ ਕਾਫੀ ਗੱਲਾਂ ਪਤਾ ਲੱਗ ਚੁੱਕੀਆਂ ਹੋਣਗੀਆਂ। ਸੋ ਫਿਲਹਾਲ ਨਾ ਕਾਫੀ ਹੈ ਅੱਜ, ਤੇ ਤੁਹਾਨੂੰ ਇਹਦੀ ਮੈਂ PDF ਤੇ ਉਹ ਸਾਰਾ ਕੁਝ ਭੇਜ ਦਿੰਦਾ ਵਾਂ, ਠੀਕ ਹੈ। ਆਪਣਾ ਟੈਸਟ ਪਹਿਲੀ ਗੱਲ ਜ਼ਰੂਰੀ ਹੈ ਕਿ ਟੈਸਟ ਚੰਗੀ ਤਰ੍ਹਾਂ ਤੋਂ ਡਿਸਕਸ ਕੀਤਾ ਹੋਵੇ, ਤਾਂ ਕਿ ਕੱਲ ਤੁਸੀਂ ਆਪਣੇ ਡਾਊਟਸ ਪੁੱਛ ਸਕੋ, ਸੋਲੂਸ਼ਨ ਲੈ ਕੇ ਸੈਟੀਸਫਾਈ ਨਾ ਹੋ ਜਾਓ ਕਿ ਸੋਲੂਸ਼ਨ ਲੈ ਕੇ ਰੱਖ ਲਿਆ, समझ नहीं आया तो डिस्कस होना जरूरी है। सो कल आप 25 क्वेश्चन ਜਿਹੜੇ ਉਹਦੇ 30 क्वेश्चन ਨੇ ਉਹ डिस्कस ਕਰਾਂਗੇ, ਫਿਰ ਇਹਦੇ ਕੁਝ क्वेश्चन ਕਰਾਂਗੇ ਤੇ ਫਿਰ ਅੱਗੇ ਕਰਾਂਗੇ। थैंक यू thank you sir thank you sir